मैं पासों जाना सी ਵੀਰੇ ਪਾਸੋਂ ਜਾਣਾ ਸੀ 2 ਮਿੰਟ ਵਾਸਤੇ ਪੁਲ ਤੇ ਰੋਕ ਲੇਗਾ ਮੱਛੀਆਂ ਨੂੰ ਆਟਾ ਵੀ ਪਾਉਣਾ 1 ਮਿੰਟ ਚ ਆ ਗਿਆ ਐਵੇਂ ਸਕੂਟਰ ਚੱਕ ਲਿਆ ਅੱਜ ਗੱਡੀ ਲਿਆਉਂਦਾ ਤਾਂ ਵਧੀਆ ਸੀ ਕੀ ਨਾ ਆਪਣਾ ਬਈ चलो कोई नहीं मैं पटवारी जसपाल सिंह माई सेल्फ जसपाल सिंह कानूगो चिट्ठी आई है जसपाल। सत श्री अकाल अंकल जी। सत श्री अकाल बेटा। जसपाल पुत तेरी चिट्ठी आई है, ले साइन कर दे इत्थे। हाँ जी। कादी चिट्ठी है जसपाल? तेरा पुत कानू को लग गया अम्मी। मैं सदके तो बड़ी खुशी दी गल है। ओ शाबाश है मुंडिया शाबाश। ओ जिंदा रह पुत्रा, आता तू कमाल ही करती। बेबे तेरा पोता कानू को लग गया कानू को। अच्छा जिंदा रह पुत्त, कदे रब पटवारी भी लाऊगा। बीजी कानू को दा उदा पटवारी तो उच्चा हुंदा। अच्छा हाँ कनको दा उदा पटवारी ते भी ऊंचा हुंदा। आहो बेबे 5 पटवारी थल्ले हुंदे ने कानू को दे 5। शाबाश मुंडिया आज सरदारी कायम करती। आ तो रब ने साडी सुन ली। जा निम्मी अंदर गुड़ लेके आ। जी हुणे लेके आई। ਆਪਾਂ ਵੀ ਜੀ ਲੱਡੂ ਲੁੱਡੂ ਬਣਵਾਈਏ ਸਾਰੇ ਭਾਈਚਾਰੇ ਚ ਵੰਡਣੇ ਆ ਇਕੱਲੇ ਭਾਈਚਾਰੇ ਚ ਪੂਰੇ ਪਿੰਡ ਚ ਵੰਡਾਂਗੇ ਭੈਣ ਜੀ ਨਹੀਂ ਤੂੰ ਪਿੰਡ ਚ ਵੰਡ ਲਈ ਵੀਰੇ ਆਪਣੀ ਪਹਿਲੀ ਤਨਖਾਹ ਨਾ ਮੇਰੇ ਹੱਥ ਤੇ ਧਰ ਦੇ ਮੈਂ ਜੁੱਤੀਆਂ ਪਰਾਂਦੇ ਸਾਰਾ ਹੀ ਪਟਿਆਲਾ ਖਰੀਦਣਾ मैं कानू को बनया मुख्यमंत्री नहीं। ਲੈ मुंह मिठा कर। ਮੂੰਹ ਮਿੱਠਾ ਕਰ। ਜਿਉਂਦਾ ਰਹਿ ਪੁੱਤ। वाहेगुरु 12,000 ਤਨਖਾਹ ਆ ਮਹੀਨੇ ਦੀ। ਹੋਰ ਆ ਬਾਪ ਥੱਲੇ ਉਤਰ ਕੇ ਆ ਜੇ। ਮੇਰੀ ਇੱਕ ਗੱਲ ਪੱਲੇ ਬੰਨ ਲੈ ਜਸਪਾਲ, ਘਰ ਦੇ ਤਾਂ ਕਹਿੰਦੇ ਹੀ ਹੁੰਦੇ ਨੇ ਕਿ ਵਿਆਹ ਕਰਾ ਲੈ ਕਬੀਲਦਾਰੀਆਂ 'ਚ ਪੈ ਜਾ, ਪਰ ਨਾ ਆਪਾਂ 2-4 ਸਾਲ ਹਜੇ ਇਹੋ ਜਿਹੇ ਭੰਬਲ ਭੂਸੇ 'ਚ ਪੈਣਾ ਹੀ ਨਹੀਂ। ਗਰਮੀਆਂ ਦੀ ਛੁੱਟੀਆਂ 'ਚ ਕੁੱਲੂ ਮਨਾਲੀ, ਸਿਆਲਾਂ ਚ ਰਾਜਸਥਾਨ ਪੱਕਾ ਜਾਇਆ ਕਰਨਾ ਆਪਾਂ। ਤੇਰੇ ਖਰਚੇ ਤੇ शाबाश। ਨਹੀਂ। ਚੁੱਪ ਕਰ ਜਸਪਾਲ ਤਾਈ ਸਤਿ ਸ਼੍ਰੀ ਅਕਾਲ। ਫੜੀ ਰੱਖ ਮੋਢਾ ਤਾਂ ਨਹੀਂ ਲੈਂਦਾ ਤੇਰਾ ਸਤਿ ਸ਼੍ਰੀ ਅਕਾਲ ਤਾਇਆ। ਜਸਪਾਲ ਪੁੱਤ ਕੀ ਹਾਲ ਹੈ ਤੇਰਾ ਹਾਂਜੀ ਵਧੀਆ, ਤੁਸੀਂ ਦੱਸੋ ਜੀ। ਨਾਲੇ ਵਧਾਈਆਂ ਪੁੱਤ ਤੈਨੂੰ ਵੱਡਾ ਅਫਸਰ ਬਣ ਗਿਆ ਨਾ ਫਿਰ ਕਦੋਂ ਜਾਣ ਲੱਗਣਾ ਡਿਊਟੀ ਤੇ ਬਸ ਅਗਲੇ ਹਫ਼ਤੇ ਤੋਂ ਤਾਈ ਜੀ। ਦੇਖ ਪੁੱਤ ਉਹ ਤਾਂ ਮੈਂ ਤੇਰੀ ਮੰਮੀ ਨਾਲ ਗੱਲ ਕਰਨ ਤੁਹਾਡੇ ਘਰੇ ਜਾਣਾ ਹੀ ਸੀ, ਪਰ ਤੈਨੂੰ ਰਿਸ਼ਤਾ ਮੈਂ ਹੀ ਕਰਾਉਂਗੀ ਤੇ ਕਰਾਉਂਗੀ ਵੀ ਆਪਦੇ ਪੇਕਿਆਂ ਤੋਂ। ਮੇਰੇ ਪੇਕੇ ਨਾ ਬੀਹੀ ਚੋਂ ਮੇਰੀ ਇੱਕ ਭਤੀਜੀ ਲੱਗਦੀ ਹੈ, ਬੜੀ ਸੋਹਣੀ ਸੁਨੱਖੀ ਕੁੜੀ ਹੈ, ਉੱਚੀ ਲੰਮੀ ਪਰੀਆਂ ਵਰਗੀ, ਜਣੀ ਦੇਖਿਆ ਭੁੱਖ ਲੈਂਦੀ ਹੈ। ਆ ਤਾਂ ਤੂੰ ਲੱਖ ਰੁਪਏ ਦੀ ਗੱਲ ਕਰਤੀ ਤਾਈ। ਇਹੀ ਗੱਲ ਇਹਨੂੰ ਹੁਣ ਤੱਕ ਮੈਂ ਸਮਝਾਈ ਜਾਂਦਾ ਸੀ ਕਿ ਊਂ ਵੀ ਕੁਦਰਤ ਦਾ ਅਸੂਲ ਆ ਬਈ ਗ੍ਰਸਤੀ ਤਾਂ ਹਰੇਕ ਬੰਦੇ ਨੂੰ ਵਸਾਉਣੀਓ ਪੈਂਦੀ ਆ। ਹੁਣ ਖੰਗੂਰੇ ਨਾ ਮਾਰ, ਇਹ ਤਾਂ ਬਈ ਛੜਿਆਂ ਦੇ ਕੰਮ ਨੇ, ਆਪਾਂ ਕਬੀਲਦਾਰ ਬੰਦੇ ਆ। ਬੜਾ ਸਿਆਣਾ ਮੁੰਡਾ ਵੇ ਤੂੰ ਹੈ। ਕਿਹੜਾ ਪਿੰਡ ਹੈ ਤੇਰਾ? ਮੇਰਾ ਝੰਬਾਲੀ ਜੀ। ਲੈ ਮੇਰੇ ਪੇਕੇ ਤਰਖੇੜੀ ਹੈ। ਲੈ ਫਿਰ ਤਾਂ ਤੂੰ ਘਰ ਦਾ ਜਵਾਕ ਨਿਕਲਿਆ। ਸਮਝਾ ਇਹਨੂੰ। ਦੇਖ ਪੁੱਤ ਸੁੱਖ ਨਾਲ ਸੋਹਣੀਆਂ ਸੁਨੱਖੀਆਂ ਤੇ ਪੜੀਆਂ ਲਿਖੀਆਂ ਕੁੜੀਆਂ ਮੁੜ ਮੁੜ ਕੇ ਨਹੀਂ ਮਿਲਦੀਆਂ, ਯਕੀਨ ਰੱਖੀ। ਲੈ ਤਾਈ ਤੇਰੇ ਤੇ ਹੀ ਤਾਂ ਯਕੀਨ ਆ, ਯਕੀਨ ਆ। ਹਾਂਜੀ ਹਾਂਜੀ, ਬਾਕੀ ਜਿਵੇਂ ਤੁਹਾਨੂੰ ਦੋਵੇਂ ਸਿਆਣਿਆਂ ਨੂੰ ਠੀਕ ਲੱਗਦਾ ਜੀ, ਪਰ ਤਾਈ ਮੈਂ ਤਾਂ ਇਹ ਕਹਿੰਦਾ ਸੀ ਇੱਕ ਵਾਰ ਮੜੀ ਝਾਤੀ ਮਰਾ ਦਿੰਦੀ। ਲੈ ਇਹ ਤਾਂ ਗੱਲ ਹੀ ਕੋਈ ਨਹੀਂ ਪੁੱਤ, ਮੈਂ ਕੱਲ ਹੀ ਨਾ
ਪਟਿਆਲੇ ਬਾਜ਼ਾਰ 'ਚ ਬਹਾਨੇ ਨਾ ਬੁਲਾ ਲੂ ਕੁੜੀ ਨੂੰ, ਤੂੰ ਉੱਤੇ ਝਾਤੀ ਮਾਰ ਲਈ। ਜੀ ਜਦੋਂ ਮੁੰਡੇ ਨੂੰ ਸ਼ਗਨ ਪਊ ਮੈਂ ਭੰਗੜਾ ਸਭ ਤੋਂ ਪਹਿਲਾਂ ਪਾਉਂਗਾ। ਲੱਗਦਾ ਨਹੀਂ ਪੈਂਦਾ। ਭੰਗੜਾ ਕਿ ਸ਼ਗਨ? ਤੂੰ ਚੁੱਪ ਕਰ ਬੇ, ਹੈ ਚੁੱਪ ਨਹੀਂ ਕਰ ਹੁੰਦਾ ਤੇਥੋਂ। ਬੇ ਪੁੱਤ, ਆ ਤੇਰੇ ਤਾਏ ਨੂੰ ਬਾਹਲੀ ਭੈੜੀ ਬਿਮਾਰੀ ਆ, ਖੰਘ ਤੇ ਛਿੱਕਾਂ ਇਕੱਠੀਆਂ ਛੱਡਦੀਆਂ ਇਹਨੂੰ। ਹਾਂ ਹਾਂਜੀ, ਸਖਤ ਲੋੜ ਆ ਦਵਾਈ ਦੀ ਤਾਂ। ਸਨੀ ਜੀ, ਸਾਡੇ ਨਾਲ 1960 ਕੁ ਵੇਲੇ ਦਾ ਸਾਈਕਲ ਹੋਣਾ। ਅੱਛਾ। ਚੱਲਦਾ ਤਾਂ ਨਹੀਂ ਹੈ, ਹੂੰ। ਪਰ ਉਹਦਾ ਵੀ ਸਟੈਂਡ ਆ। ਪੁੱਤ, ਜਿਹੋ ਜੀ ਤੇਰੀ ਤਾਈ ਨੇ ਕੁੜੀ ਦੱਸੀ ਹੈ ਨਾ, ਉਦੋਂ ਵੀ ਦੋ ਰੱਤੀਆਂ ਸੋਹਣੀ ਤੇ ਸਿਆਣੀ ਹੈ। ਨਾਲੇ ਤੇਰੀ ਤਾਈ ਤੋਂ ਵਧੀਆ ਤਾਂ ਕੁੜੀ ਕੋਈ ਲੱਭ ਹੀ ਨਹੀਂ ਸਕਦਾ ਨਾ। ਲੈ ਆ ਗਈ ਕੁੜੀ ਸਕੂਟਰੀ ਵਾਲੀ। ਨਾਲੇ ਪੁੱਤੇ ਵੀ ਸ਼ੱਕ ਜਾਣਾ ਹੋ ਜੇ, ਤੂੰ ਦੇਖ। ਹੈ ਭੈਣ ਜੀ, ਵੇਖੀ ਜੇ ਸੱਚ ਦੱਸਾਂ ਨਾ, ਤੂੰ ਤਾਂ ਮੇਰਾ ਸਾਰਾ ਫਿਕਰ ਹੀ ਲਾਤਾ। ਦੇਖੋ ਭੈਣ ਜੀ, ਜੇ ਤੁਸੀਂ ਉੱਤਾ ਨਾ ਚੱਕਦੇ ਤਾਂ ਇਹਨੇ ਤਾਂ 2-4 ਸਾਲ ਉਹੀ ਲੰਘਾ ਦੇਣੇ ਸੀ। ਦੇਖ ਭਾਈ, ਊਠ ਤਾਂ ਡਾਂਦੇ ਹੀ ਲੱਦੀ ਤੇ ਹੈ। ਵੀਰੇ ਹੁਣ ਤਾਂ ਤੂੰ ਪਹਿਲੀਆਂ 2 ਤਨਖਾਹਾਂ ਮੇਰੇ ਹੱਥ ਤੇ ਧਰਦੀ। ਮੈਂ ਬਹੁਤ ਕੁਝ ਖਰੀਦਣਾ ਵਿਆਹ ਵਾਸਤੇ। ਤੈਨੂੰ ਹੁਣੇ ਨਾ ਦੇ ਦਾਂ ਮੈਂ ਤਨਖਾਹ? ਗੱਲਾਂ ਕਰਦੀ ਆ। ਤਾਈ ਜੀ, ਵੀਰਾ ਤਾਂ ਅੰਦਰ ਮੈਨੂੰ ਕਹਿੰਦਾ ਸੀ ਮੈਨੂੰ ਕੁੜੀ ਜਮਾਂ ਪਸੰਦ ਨਹੀਂ। ਹੈ ਵੇ, ਉਹ ਨਹੀਂ ਤਾਈ ਜੀ, ਇਹ ਤਾਂ ਐਵੇਂ ਮਾਰਦੀ ਆ ਜੀ। ਕੁੜੀ ਤਾਂ ਬਹੁਤ ਪਸੰਦ ਆ ਜੀ। ਹਟ ਜੀ, ਐਵੇਂ ਨਾ ਮੁੰਡੇ ਨੂੰ ਤੰਗ ਕਰੀ ਜਾ। ਨਾ ਕਸ਼ਮੀਰੋ, ਇਹ ਤਾਂ ਨਿਆਣੇ ਤੇ, ਤੂੰ ਤਾਂ ਸਿਆਣੀ ਬਿਆਣੀ ਤੀ। ਤੂੰ ਜਸਪਾਲ ਦੇ ਮੂਹਰੇ ਕੁੜੀ ਖੜੀ ਕਰਤੀ। ਕਾਹਨੂੰ ਚਾਚੀ, ਮੂਰੇ ਕਾਹਨੂੰ ਖੜੀ ਕਰਤੀ? ਮੈਂ ਤਾਂ ਦੂਰ ਤੋਂ ਹੀ ਦਿਖਾਈ ਸੀ। ਇਹ ਬੜੀ ਚੰਗੀ ਗੱਲ ਕੀਤੀ ਐ, ਮਾਰਦੀ ਐ ਗੱਲਾਂ। ਉਹ ਬੀਜੀ, ਹੁਣ ਜ਼ਮਾਨਾ ਬਹੁਤ ਬਦਲ ਗਿਆ। ਅੱਜ ਕੱਲ ਤਾਂ ਮੁੰਡੇ ਕੁੜੀ ਨੂੰ ਸਾਹਮਣੇ ਬਿਠਾ ਕੇ ਕਹਿ ਦਿੰਦੇ ਨੇ ਵੀ ਦੱਸ ਪੁੱਛ ਲਓ ਜੋ ਕੁਝ ਪੁੱਛਣਾ ਤੁਸੀਂ। ਉਹ ਤਾਂ ਭਾਈ ਆਏ ਸੀ ਵੀ ਸੁੱਖ ਨਾਲ ਘਰ ਚੰਗਾ ਤੇ ਕੁੜੀ ਸਰਕਾਰੀ ਨੌਕਰੀ ਕਰਦੀ ਹੈ, ਤੇ ਉਹ ਚਾਹੁੰਦੇ ਸੀ ਵੀ ਮੁੰਡਾ ਵੀ ਸਰਕਾਰੀ ਨੌਕਰੀ ਤੇ ਲੱਗਿਆ ਹੋਵੇ। ਮੈਂ ਕਿਹਾ ਵੀ ਆਹ ਗੱਲ ਠੀਕ ਹੈ। ਭਾਬੀ ਜੀ, ਬਾਲੀਆਂ ਗੱਲਾਂ ਮਾਰਨ ਦਾ ਤਾਂ ਫਾਇਦਾ ਕੋਈ ਨਹੀਂ। ਸਾਡੇ ਵੱਲੋਂ ਤਾਂ ਹਾਂ ਸਮਝ, ਤੇ ਤੁਸੀਂ ਗਾਹਾਂ ਗੱਲ ਤੋਰੋ। ਕਿਉਂ ਬਾਈ? ਠੀਕ ਆ ਛੋਟੇ, ਕਰ ਫਿਰ ਭਾਬੀ ਜੋ ਕੁਝ ਤੁਸੀਂ ਕਰਨਾ। ਬੇਫਿਕਰ ਹੋ ਜਾਓ, ਮੈਂ ਜਾਣਾ ਤੇ ਮੇਰਾ ਕੰਮ ਜਾਣੇ। जीजा जी आगे, जीजा जी आगे। ਵਾਹ ਜੀ ਵਾਹ, ਲਓ ਜੀ ਮੁੰਡਿਆਂ ਦਾ ਆ ਗਿਆ। ਆ ਜਾਓ ਬਈ। ਸਤਿ ਸ੍ਰੀ ਅਕਾਲ ਜੀ। ਵੈਲਕਮ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਆ ਜਾਓ ਜੀ, ਧੰਨਵਾਦ ਧੰਨਵਾਦ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਸਰਦਾਰ ਸਾਹਿਬ, ਸਤਿ ਸ੍ਰੀ ਅਕਾਲ। ਹੋਰ ਸਤਿ ਸ੍ਰੀ ਅਕਾਲ। ਇਹ ਜੀ ਕੁੜੀ ਦਾ ਚਾਚਾ ਤੇ ਉਹ ਹੈ ਕੁੜੀ ਦੀ ਮਾਂ। ਸਤਿ ਸ਼੍ਰੀ ਅਕਾਲ ਜੀ। ਆਓ ਜੀ ਆਓ। ਆ ਜਾ ਭੈਣੇ। ਹੋਰ ਸਭ ਠੀਕ ਹੈ ਜੀ? ਚਲ, ਇਹ ਗੱਲ ਲੈ ਭੈਣੇ, ਜਣੀ ਮੈਨੂੰ ਤਾਂ ਰੱਬ ਨੇ ਭੇਜੇ ਹੀ ਦੋ ਸਿਰ ਜੋੜਨ ਲਈ ਆ। ਭੈਣ ਜੀ, ਕੁੜੀ ਤਾਂ ਬਾਲੀ ਹੀ ਸੋਹਣੀ ਹੈ। ਸੋਹਣੀ, ਇਹਦਾ ਤਾਂ ਮੈਨੂੰ ਨਾਂ ਵੀ ਬਹੁਤ ਸੋਹਣਾ ਲੱਗਿਆ, ਹਰਮਨ। ਉਹ ਤਾਂ ਜੀ ਸੁੱਖ ਨਾਲ ਸਾਡੀ ਧੀ ਘਰ ਦਾ ਸਾਰਾ ਕੰਮ ਜਾਣਦੀ ਹੈ। ਸੱਚੀ ਗੱਲ ਹੈ ਬਈ। ਜਸਪਾਲ, ਘਰ ਦਾ ਸਾਰਾ ਕੰਮ ਤਾਂ ਰੱਜੋ ਵੀ ਕਰ ਲੈਂਦੀ ਆ। ਉਹ ਨਹੀਂ ਠੀਕ? ਆਹੋ, ਤੇਰੇ ਵਾਸਤੇ ਉਹ ਦੇਖ ਲੈਣੇ ਆ। ਚੱਲ ਭੈਣ ਜੀ, ਕੰਮ ਕਰ ਬਿਨਾ ਤਾਂ ਸਰ ਜਾਂਦਾ ਹੈ। ਬਸ ਧੀ ਪੁੱਤ ਪਰਿਵਾਰ 'ਚ ਰਚਣ ਵਿਚਣ ਵਾਲਾ ਹੋਵੇ। ਤੁਸੀਂ ਫਿਕਰ ਨਾ ਕਰੋ ਭੈਣ ਜੀ, ਸਾਡੀ ਧੀ ਦਾ ਸੁਭਾਅ ਤਾਂ ਬਹੁਤ ਹੀ ਸਹਿਜ ਹੈ। ਕਿੰਨੀ ਸਟੱਡੀ ਕੀਤੀ ਹੈ ਤੁਸੀਂ? ਜੀ ਮੈਂ BA B.Ed। ਲੈ ਦੱਸ ਬੀਬਾ, ਜੇ ਦੋਨੇ ਜੀ ਸਰਕਾਰੀ ਨੌਕਰੀ ਤੇ ਹੋਣ ਨਾ, ਬੰਦਾ ਤਾਂ ਭਾਵੇਂ ਜਹਾਜ਼ ਖਰੀਦ ਲੈ। ਹੋਰ ਭਾਈ ਕਾਕਾ ਜੀ, ਗੁੱਡੀ ਤੋਂ ਬਿਨਾ ਕਿੰਨੇ ਭੈਣ ਭਰਾ ਹੋ ਤੁਸੀਂ? ਬਸ ਜੀ, ਯਾਰ ਦੋਸਤ ਵੀ ਭਾਈਆਂ ਵਰਗੇ ਹੀ ਹੁੰਦੇ ਆ ਜੀ। ਅੱਛਾ ਅੱਛਾ। ਮੈਂ ਇਕੱਲਾ ਹੀ ਭਰਾ ਜੀ। ਹੂੰ।
ਇੱਥੇ ਰੱਖਿਆ ਸੀ ਤੈਨੂੰ, ਇੱਥੇ। ਨਾਲੇ ਮੇਰੇ ਬੂਟ ਪਾਈ ਫਿਰਦਾ ਓਏ। ਬਕਵਾਸ ਨਾ ਕਰ, ਮੇਰੇ ਆ। ਹੋਰ ਸਰਦਾਰ ਸਾਹਿਬ, ਖੇਤੀਬਾੜੀ ਆਪ ਹੀ ਕਰਦੇ ਹੋ ਜਾਂ ਠੇਕੇ ਠੁਕੇ ਦਿੱਤੀ ਹੋਈ ਹੈ? ਨਹੀਂ ਜੀ ਨਹੀਂ, ਠੇਕੇ ਤੇ ਨਹੀਂ, ਆਪਾਂ ਆਪ ਹੀ ਕਰਦੇ ਹਾਂ। ਕਿੰਨੇ ਕੁ ਜ਼ਮੀਨ ਹੈ ਜੀ ਆਪਣੇ ਕੋਲੇ? ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਪੂ ਜੀ ਹੋਰਾਂ ਕੋਲ 60 ਕਿੱਲੇ ਜ਼ਮੀਨ ਸੀ। ਸਾਨੂੰ ਦੋਵਾਂ ਭਰਾਵਾਂ ਨੂੰ 30-30 ਕਿੱਲੇ ਆਉਂਦੀ ਹੈ। ਬਹੁਤ ਚੰਗੀ ਗੱਲ ਜੀ, ਮੇਰਾ ਰੱਬ ਜੀ। ਬੀਬਾ ਦੇ ਬਾਪੂ ਜੀ ਨਹੀਂ ਦਿੰਦੇ। ਉਹ ਬਾਈ ਜੀ ਇੱਥੇ ਪਿੰਡ ਹੀ ਗਏ ਨੇ ਜੀ, ਬਸ ਉਹਨੂੰ ਕੰਮ ਸੀ ਜੀ ਇੱਕ, ਤਾਂ ਚਲੇ ਗਏ। ਆਪਾਂ ਬੁਲਾ ਲੈਣੇ ਹੁਣੇ। ਲੈ ਸ਼ੇਰਾ। ਹਾਂਜੀ ਚਾਚਾ ਜੀ। ਜਾਂ ਪੁੱਤ ਆਪਣੇ ਬਾਪੂ ਨੂੰ ਬੁਲਾ ਕੇ ਲੈ ਪਿੰਡ ਤੋਂ। ਠੀਕ ਹੈ ਜੀ। ਉਹ ਵਿਰਾਮਨਾਂ ਦੀ ਨਾ ਜ਼ਮੀਨ ਦੀ ਮਿਣਤੀ ਚੱਲਦੀ ਹੈ। ਠੀਕ ਹੈ ਜੀ। ਉੱਥੇ ਭਰਪੂਰ ਸਿੰਘ ਪਟਵਾਰੀ ਕੋਲੇ ਹੋਣਗੇ ਜੀ। ਹਾਂ, ਬਸ ਆ ਜਾਂਦੇ ਨੇ ਜੀ ਹੁਣੇ। ਵੈਸੇ ਅੰਗਰੇਜ਼ੀ ਸ਼ਰਾਬ ਦਾ ਮੇਲ ਤਾਂ ਸੋਡੇ ਨਾਲ ਹੀ ਹੁੰਦਾ ਹੈ। ਆਪਾਂ ਇੱਥੇ ਮੋਟਰ ਦੇ ਪਾਣੀ ਨਾਲ ਹੀ ਪੀ ਜਾਂਦੇ ਆ। ਚਲੋ ਕੋਈ ਨਹੀਂ, ਸੋਡਾ ਨਾ ਸਹੀ, ਘੱਟੋ ਘੱਟ ਗੰਢੇ ਦਾ ਚੀਰ ਲੈਂਦੇ। ਆ ਗੱਠਿਆਂ ਦੀ ਬੋਰੀ ਤੁਹਾਡੀ ਗੱਡੀ 'ਚ ਰਖਾਤੀ ਪਟਵਾਰੀ ਸਾਹਿਬ। ਹੁਣ 2 ਮਹੀਨੇ ਆਰਾਮ ਕਰਿਓ। ਆਰਾਮ ਕਰਨ ਨੂੰ ਗੰਢਿਆਂ ਨੇ ਕਿਹੜਾ ਮੈਨੂੰ ਪੱਖਾ ਚੱਲਣਾ ਹੈ। ਅੱਗੇ ਮੈਂ ਸੋਚੀ ਜਾਂਦਾ ਸੀ ਆ ਚੱਕੇ ਕਿਹੜੇ ਆ ਗਏ ਨਵੇਂ ਹੋਰੂ ਜੇ। ਸੱਚੀ ਗੱਲ ਦੱਸਾਂ, ਇਹ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਿਰਫ 3 ਬੰਦਿਆਂ ਕੋਲ ਹੀ ਹੈ। ਹਾਂ। ਇੱਕ ਤਾਂ ਐਸਡੀਐਮ ਸਾਹਿਬ, ਇੱਕ ਆਰ ਕੇ ਮਿੱਤਲ ਬਾਣੀਆਂ, ਤੇ ਤੀਜੇ ਪਟਵਾਰੀ ਭਰਪੂਰ ਸਿੰਘ ਖੁਦ। ਕਮਾਲ ਆ ਬਈ, ਲਿਸ਼ਕਦੇ ਬਹੁਤ ਆ। ਪੂਰੇ 15,000 ਦੇ ਆਏ ਐ। ਅਲਾਈ ਵੀਲ ਕਹਿੰਦੇ ਇਹਨਾਂ ਨੂੰ। ਪਟਵਾਰੀ ਸਾਹਿਬ ਜੀ। ਹਾਂਜੀ। ਆਜੋ ਕਰ ਦੋ ਜੀ ਮਿਹਨਤੀ, ਸਾਨੂੰ ਕਰ ਦੋ ਜੀ ਵਿਹਲੇ। ਲੈ ਕਮਾਲ ਕਰਦਾ ਮੁੰਡਿਆ ਤੂੰ। ਉਹ ਜੱਟਾਂ ਨੂੰ ਵਿਹਲੇ ਕਰਕੇ ਪਟਵਾਰੀਆਂ ਨੇ ਭੁੱਖੇ ਮਰਨਾ ਹੈ। ਮੇਰਾ ਮਤਲਬ ਜੀ ਘਰੇ ਚੱਲਦੇ ਹੀ ਇੱਥੋਂ ਕੰਮ ਨਿਬੇੜ ਕੇ ਉੱਥੇ ਕੀਤਾ ਹੀ, ਤੁਹਾਡੇ ਸੇਵਾ ਪਾਣੀ ਦਾ ਇੰਤਜ਼ਾਮ ਉੱਥੇ ਕੀਤਾ। ਚੱਲ ਆਓ ਨਾ, ਦੇਖਦਾ ਕਿਹੜਾ ਇੰਤਜ਼ਾਮ ਕੀਤਾ ਤੂੰ। ਆਜੋ ਮਹਾਰਾਜ, ਆਜੋ ਮਾੜਾ ਜਿਹਾ ਹਿੰਮਤ ਕਰੋ। ਦੇਖਦੇ ਕਿਹੋ ਜੀ ਸੇਵਾ ਕਰਦਾ ਅੱਜ। ਲੈ ਵੀ ਮੁੰਡਿਆ, ਪਵਾ ਕਮੀਜ਼। ਹੁਣੇ ਪਾਉਂਦਾ ਜੀ। ਆਸਮਾਨ ਵੀ ਚੱਕ ਲਈ। ਹੁਣੇ ਚੱਕਦਾ ਜੀ। ਚੱਲ ਬਈ। ਉਹ ਯਾਰ ਥੋੜਾ ਖੱਬੇ ਕਰ ਲਾ, ਐ ਤਾਂ ਬੱਟ ਟੇਢੀ ਹੋ ਜੂ। ਹੱਦ ਹੋ ਗਈ ਤੇਰੀ। ਆ ਫੜੋ ਨਕਸ਼ਾ, ਇਕੱਠੀ ਕਰ ਲਿਆ ਜਰੀਬ। ਇਕੱਠੀ ਕਰੋ ਓਏ, ਫੜਾਓ ਇੱਧਰ। ਪਟਵਾਰੀ ਸਾਹਿਬ ਹੁਣ ਕੀ ਹੋ ਗਿਆ ਜੀ? ਓਏ ਹੁਣ ਨੂੰ ਰਹਿ ਕੀ ਗਿਆ? ਤੈਨੂੰ ਤਾਂ ਭਾਵੇਂ ਇਸ ਗੱਲ ਨਾਲ ਕੱਲੀ ਕਰਮ ਦਾ ਫਰਕ ਪੈਂਦਾ ਹੋਵੇ, ਪਰ ਤੇਰੇ ਪੋਤੇ ਨੂੰ ਤਾਂ ਪੂਰੇ ਵਿੱਗੇ ਦਾ ਫਰਕ ਪਊ। ਓਏ ਤੂੰ ਪਟਵਾਰੀ ਨੂੰ ਯਾਰ ਕਹਤਾ। ਓਏ ਤੂੰ ਪਟਵਾਰੀ ਦੇ ਨਾਲ ਪੜਦਾ ਰਿਹਾ। ਓਏ ਨਾਲੇ ਮੇਰੇ ਵਰਗੇ ਪਟਵਾਰੀ ਐਸੇ ਵੈਸੇ ਦੇ ਯਾਰ ਨਹੀਂ ਹੁੰਦੇ, ਸਿਰਫ ਪੈਸਿਆਂ ਦੇ ਯਾਰ ਹੁੰਦੇ ਆ, ਪੈਸਿਆਂ ਦੇ। ਜਾ ਭੱਜ ਇੱਥੋਂ। ਨਾਲੇ ਬਾਪੇ ਨੂੰ ਤਾਂ ਕੜਾਹੀ ਦੇ ਕੇ ਮਨਾ ਲਓਗੇ, ਪਟਵਾਰੀ ਨਹੀਂ ਮੰਨਦਾ ਹੈ। ਡੈਡੀ ਜੀ ਘਰ ਮੁੰਡੇ ਵਾਲੇ ਆ ਗਏ। ਚੱਲਦੇ ਆ ਪੁੱਤ, ਤੂੰ ਆ ਚੱਲ ਸਕੂਟਰ ਕੋਲ। ਚੰਗਾ ਪਟਵਾਰੀ ਸਾਹਿਬ, ਮੈਨੂੰ ਛੁੱਟੀ ਦਿਓ ਫਿਰ। ਘਰੇ ਨਾ ਉਹ ਗੁੱਡੀ ਨੂੰ ਦੇਖਣ ਵਾਲੇ ਆਏ ਹੋਏ ਆ। ਮੁੰਡਾ ਤੁਹਾਡੇ ਮਹਿਕਮੇ ਦਾ ਹੀ ਹੈ, ਕਾਨੂੰ ਕੋ ਲੱਗਾ ਹੋਇਆ। ਪਟਵਾਰੀ ਤੋਂ ਤਾਂ ਹੀ ਹੁੰਦਾ ਕਹਿੰਦੇ। ਉਹ ਪ੍ਰਾਪਰ ਕਿਹੜੇ ਹੁੰਦੇ ਆ ਜੀ? ਜਦੋਂ ਕੋਈ ਅੰਬਾਂ ਦੀ ਪੇਟੀ ਦੇ ਕੇ ਜਾਂਦਾ ਨਾ, ਤਾਂ ਉਹ ਪਟਵਾਰੀ ਦੀ ਮਰਜ਼ੀ ਹੁੰਦੀ ਹੈ ਵੀ ਉਹਦੇ ਚੋਂ ਕਾਨੂੰਗੋ ਨੂੰ 1 ਅੰਬ ਦੇਣਾ ਜਾਂ 2। ਨਾਲੇ ਕਾਨੂੰਗੋ ਨੂੰ ਤਾਂ ਕੋਲੇ ਖੜੇ ਨੂੰ ਕਹਿੰਦੇ ਆ ਵੀ ਤੂੰ ਇੱਥੇ ਅੰਬ ਲੈਣਾ ਆ। ਅਫਸਰੀ ਤਾਂ ਅਫਸਰੀ ਹੁੰਦੀ ਹੈ ਜੀ। ਆਹੋ, ਅਫਸਰੀ ਤਾਂ ਅਫਸਰੀ ਹੁੰਦੀ ਹੈ। ਮੈਂ ਕਿਹੜਾ ਕਹਿੰਦਾ ਅਫਸਰੀ ਭਲਵਾਨੀ ਹੁੰਦੀ ਹੈ। ਕੱਲੀ ਤਨਖਾਹ ਨਾਲ ਤਾਂ ਮੇਰੇ ਵਰਗੇ ਕਾਬਲ ਅਫਸਰ ਦੀ ਗੱਡੀ ਦਾ ਤੇਲ ਨਹੀਂ ਪੂਰਾ ਹੁੰਦਾ। ਉੱਪਰਲੀ ਕਮਾਈ ਨਾਲ ਹੁੰਦੀ ਹੈ ਅਫਸਰੀ, ਉੱਪਰਲੀ ਕਮਾਈ ਨਾਲ। ਤੁਸੀਂ ਨੇੜੇ ਹੋ ਕੇ ਮੇਰੀ ਗੱਡੀ ਦੇ ਟਾਇਰ ਤਾਂ ਦੇਖੋ, ਪਏ ਆ ਨਾ ਦਾਰੇ ਭਲਵਾਨ ਦੇ ਪੱਟ ਵਰਗੇ। ਐਨੀ ਕੁ ਗੁੱਡੀ, ਇੱਕ ਵੀ ਗੁੱਡੀ ਘਸਣ ਨਹੀਂ ਦੇਈਦੀ। ਜਦੋਂ ਗੁੱਡੀ ਘਸਦੀ ਹੈ ਨਾਲ ਦੀ ਨਾਲ ਨਵੇਂ ਟਾਇਰ ਪਵਾ ਲੈਣਾ। ਤੁਸੀਂ ਜਾ ਕੇ ਪੈੜ ਤਾਂ ਦੇਖੋ ਗੱਡੀ ਦੇ ਟਾਇਰਾਂ ਦੀ। ਮੇਰੀ ਗੱਡੀ ਤਾਂ ਗੋਹੇ ਤੋਂ ਦੀ ਲੰਘ ਜੇ, ਉਹਦਾ ਮੁੱਲ ਵੱਧ ਪੈ ਜਾਂਦਾ। ਐ ਗੋਹੇ ਨੂੰ ਸਵਾਟਰ ਵਾਂਗੂ ਬੁਣ ਜਾਂਦੀ ਹੈ। ਉਹ ਪਟਵਾਰੀਆਂ ਦੀ ਕੋਈ ਰੀਸ ਨਹੀਂ ਕਰ ਸਕਦਾ। ਪਟਵਾਰੀ ਤਾਂ ਮੱਝ ਦੇ ਥਾਪੀ ਮਾਰ ਦੇਣ, 2 ਕਿਲੋ ਦੁੱਧ ਤੇ 5 ਕਿਲੋ ਗੋਹਾ ਵੱਧ ਦਿੰਦੀ ਹੈ। ਮਹਾਰਾਜ, ਕੁੜੀ ਤੁਹਾਡੀ ਪੜ੍ਹੀ ਲਿਖੀ ਹੈ, ਸਰਕਾਰੀ ਨੌਕਰੀ ਕਰਦੀ ਹੈ। ਮੁੰਡਾ ਟਣਕਾ ਕੇ ਲੱਭਿਓ, ਭਾਵੇਂ ਮੇਰੇ ਵਰਗਾ ਕੋਈ 5-10 ਸਾਲ ਵੱਡਾ ਹੀ ਲੱਭ ਲਿਓ। ਬਾਕੀ ਸਿਆਣੇ ਬੰਦੇ ਦਾ ਤਾਂ ਸਮਝਾਉਣਾ ਫਰਜ਼ ਹੁੰਦਾ ਜੀ। ਮੈਂ ਤੁਹਾਨੂੰ ਇਸ਼ਾਰਾ ਕਰ ਦਿੱਤਾ, ਬਾਕੀ ਉਮੀਦ ਕਰਦਾ ਵੀ ਤੁਸੀਂ ਸਮਝ ਹੀ ਗਏ ਹੋਵੋਗੇ। ਚੰਗਾ ਜੀ।
ਰੋਕ ਲਾ ਉਹ ਬੱਲੇ ਹਾਂਜੀ ਡੈਡੀ ਜੀ। ਆ ਬਰਾਉਣੇ ਦੀ ਗੱਡੀ ਹੈ? ਹਾਂਜੀ ਹਾਂਜੀ। ਲੈ ਟਾਇਰ ਜਮਾਈ ਬੋਤੇ ਉਹ ਇਹਦੀ ਤਾਂ ਸਾਲੀ ਦੀ ਪੈੜੀ ਨਹੀਂ ਚੱਜਦੀ ਪਈ। ਗੋਹਾ ਵੀ ਕੀ ਸੋਚਦਾ ਹੂੰ ਮੇਰੇ ਨਾਲ ਕੀ ਬਣੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਹਾਂਜੀ ਬਸ ਕਿਰਪਾ ਜੀ ਰੱਬ ਦੀ। ਉਹ ਆ ਜਾਂਦੇ ਨੇ। ਬੂਟ ਤਾਂ ਮੈਂ ਲੈ ਕੇ ਰਹੂੰਗਾ। ਲਓ ਆ ਗਏ ਬਾਈ ਜੀ। ਬਾਈ ਆਪਣੇ ਹਰਮਨ ਲਈ ਰਿਸ਼ਤਾ ਲੈ ਕੇ ਆਏ ਸਤਿ ਸ਼੍ਰੀ ਅਕਾਲ ਜੀ। ਇਹ ਸਰਦਾਰ ਸਾਹਿਬ ਨੇ, ਸਤਿ ਸ਼੍ਰੀ ਅਕਾਲ ਇਹ ਚਾਚਾ ਜੀ ਤੇ ਇਹ ਕਾਕਾ ਜੀ। ਸਤਿ ਸ਼੍ਰੀ ਅਕਾਲ ਜੀ। ਮੁੰਡਾ ਕਾਨੂੰ ਕੋ ਲੱਗਿਆ। ਕਾਨੂੰ ਕੋ ਜੇ ਪਟਵਾਰੀ ਲੱਗਿਆ ਹੁੰਦਾ ਐ ਲੋਕਾਂ ਦੇ ਪੈਰਾਂ 'ਚ ਨਾ ਵੇਚਦਾ ਫਿਰਦਾ। ਉਹ ਭੋਲੇ ਉਹ ਪਾਣੀ ਦੀ ਵਾਰੀ ਅੱਜ ਆਪਣੀ। ਹਰਮਨ ਪੁੱਤ ਚਲੋ ਅੰਦਰ। ਰਾਤ ਦਾ ਰੋਟੀ ਟੋਕ ਕਰੋ। ਭਾਈ ਮੇਰੀ ਉਹ ਭੈਣੇ ਤਗੜੀ ਐ। ਚੱਲ ਪੁੱਤ, ਇਹਦਾ ਤਾਂ ਇਹੀ ਕੰਮ ਹੈ। ਪ੍ਰਾਹੁਣਾ ਕਿਵੇਂ ਐ? ਸਭ ਠੀਕ ਹੈ ਵੀਰਾ। ਸੇਵਾ ਭਾਲਦਾ ਸੇਵਾ। ਪਰ ਸੇਵਾ ਅਸਲ ਤਾਂ ਹੁੰਦੀ ਹੈ ਜੇ ਬੰਦੇ ਦਾ ਕੋਈ ਰੁਤਬਾ ਹੋਵੇ, ਕੋਈ ਪ੍ਰਭਾਵ ਹੋਵੇ, ਕੋਈ ਗੱਲਬਾਤ ਹੋਵੇ ਬੰਦੇ 'ਚ। ਸਰਦਾਰ ਜੀ ਕਿਹੋ ਜੀਆਂ ਗੱਲਾਂ ਕਰਦੇ ਹੋ? ਮੁੰਡਾ ਸਾਡਾ ਅਫਸਰ ਲੱਗਿਆ। ਲੈ ਆ ਕਾਨੂੰਗੋ ਨੂੰ ਅਫਸਰ ਦੱਸੀ ਜਾਂਦਾ। ਉਹ ਬਾਈ ਜੀ ਅਫਸਰ ਹੁੰਦਾ ਪਟਵਾਰੀ। ਕਾਨੂੰਗੋ ਦੇ ਪੱਲੇ ਕੀ ਹੁੰਦਾ? ਜੀਵਨ ਭਰਾਵਾ, ਕਾਨੂੰਗੋ ਦੇ ਥੱਲੇ 5 ਪਟਵਾਰੀ ਲੱਗੇ ਹੁੰਦੇ ਆ। ਉਹ ਭੈਣੇ ਇਹੀ ਤਾਂ ਮੈਂ ਕਹਿਣਾ ਬਈ 5 ਬੁੱਲੇ ਵੜਦੇ ਨੇ ਤੇ ਕਾਨੂੰਗੋ ਭੁੱਖਾ ਮਰਦਾ। ਗੱਲ ਤਾਂ ਸੁਣ। ਇੱਕ ਮਿੰਟ ਬਈ ਕਿੰਨੀ ਤਨਖਾਹ ਹੈ? ਪੱਤੇ ਪਾ ਕੇ 12000 ਆ ਜੀ। 12,000 ਤਾਂ ਤੁਰਨ ਫਿਰਨ ਵਾਲੇ ਜਿਹੜੇ ਬੰਦੇ ਨੇ ਨਾ ਇਹਨੇ ਦਾ ਗੱਡੀ 'ਚ ਤੇਲ ਪਵਾ ਲੈਂਦੇ ਨੇ। ਸੁਣ ਤਾਂ ਸਹੀ। ਓਏ ਇੱਕ ਮਿੰਟ ਯਾਰ ਗੱਲ ਤਾਂ ਕਰਨ ਦੇ ਮੈਨੂੰ। ਤੈਂ ਕਦੇ ਮੱਝ ਦੀ ਧਾਰ ਕੱਢੀ? ਬਸ ਕਿਵੇਂ ਕੱਢੀ ਦੀ ਦੱਸ। ਬਹਿ ਕੇ ਹੀ ਗੱਡੀ ਦੀ ਆ। ਪਟਵਾਰੀ ਮੱਝ ਨੂੰ ਥਾਪੀ ਦੇ ਦੇਵੇ ਨਾ ਤੇ ਮੱਝ ਆਪਣੇ ਆਪ ਦੁੱਧ ਦੇਣ ਲੱਗ ਜਾਂਦੀ ਹੈ। ਇੰਨਾ ਟੌਰ ਹੁੰਦਾ ਪਟਵਾਰੀ ਦਾ। ਐਵੇਂ ਥੋੜਾ ਲੋਕੀ ਅੱਗੇ ਪਿੱਛੇ ਸਲਾਮਾਂ ਕਰਦੇ ਨੇ ਪਟਵਾਰੀ ਨੂੰ। ਚੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ। ਇਮਾਨਦਾਰ ਬੰਦੇ ਦੀ ਹਰੇਕ ਇੱਜ਼ਤ ਕਰਦਾ ਤੇ ਗੱਲ ਲਾ ਕੇ ਮਿਲਦਾ। ਠੀਕ ਹੈ ਫਿਰ ਗੱਲ ਲੱਗੋ ਤੇ ਜਾਓ ਤੇ ਜਦੋਂ ਪਟਵਾਰੀ ਲੱਗ ਗਏ ਉਦੋਂ ਆ ਜਾਣਾ। ਆ ਬੀਹੀ ਸਿੱਧੀ ਫਿਰਨੀ ਤੇ ਜਾ ਕੇ ਨਿਕਲਦੀ ਹੈ। ਚੱਲ ਸੁਖਦੇਵ, ਬਹੁਤ ਬਣ ਲਈ। ਚਲੋ ਬਈ ਚਲੋ। ਸਰਦਾਰ ਚੱਲ ਕਾਕਾ। ਭੈਣ ਜੀ ਮੇਰੀ ਗੱਲ ਤਾਂ ਸੁਣੋ। ਕਾਕਾ ਜੀ ਚੱਲ ਕਾਕੇ। ਭੈਣ ਤੂੰ ਹੀ ਰੋਕ। ਨਾ ਭੈਣ ਕੀ ਕਰੇ? ਇੰਨਾ ਚੰਗਾ ਰਿਸ਼ਤਾ ਸੀ, ਇਹਨੇ ਤਾਂ ਸਿਰ ਤੇ ਸੁਆਹ ਪਾਤੀ। ਬਾਈ ਜਮੇ ਖੇ ਕਰਾਤੀ। ਘਰ ਆਏ ਬੰਦੇ ਤੇ ਇੱਜ਼ਤ ਕਰਿਆ ਕਰ ਯਾਰ। ਗੱਲ ਸੁਣਿਓ ਜੀ। ਮੇਰੇ ਡੈਡੀ ਨਾ ਬੜੇ ਅੜਬ ਸੁਭਾਅ ਦੇ ਨੇ। ਉਹਨਾਂ ਦੇ ਦਿਮਾਗ 'ਚ ਜਿਹੜੀ ਗੱਲ ਇੱਕ ਵਾਰੀ ਪੈ ਜਾਂਦੀ ਆ ਉਹ ਫਿਰ ਜਾਂਦੀ ਨਹੀਂ ਆ। ਤੁਸੀਂ ਪਲੀਜ਼ ਇਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਓ। ਨਹੀਂ ਗੁੱਸਾ ਤਾਂ ਕੋਈ ਨਹੀਂ ਜੀ, ਪਰ ਉਹ ਇੰਨੀ ਹੱਦ ਪਹਿਲੀ ਵਾਰ ਹੋਈ ਹੈ ਨਾ ਜੀ, ਤਾਂ ਕਰਕੇ ਥੋੜਾ ਉੱਪਰਾ ਜਿਹਾ ਲੱਗ ਰਿਹਾ ਜੀ। ਮੈਂ ਨਾ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਤੁਸੀਂ ਕਿਸੇ ਤਰ੍ਹਾਂ ਪਟਵਾਰੀ ਨਹੀਂ ਲੱਗ ਸਕਦੇ? ਮੈਂ ਜੀ ਬਹੁਤ ਤੰਗ ਹੋ ਕੇ ਬਹੁਤ ਮਿਹਨਤ ਕਰਕੇ ਕਾਨੂੰਗੋ ਲੱਗਿਆ ਜੀ। ਫਿਰ ਥੋੜੀ ਜਿਹੀ ਮਿਹਨਤ ਹੋਰ ਕਰ ਲਓ, ਹਨਾ ਬੋਲੀ? ਸ਼ਾਇਦ ਪਟਵਾਰੀ ਲੱਗ ਜਾਓ। ਦੱਸੋ ਜੀ, ਹੁਣ ਮੈਂ ਮਿਹਨਤ ਕਰਕੇ ਉੱਪਰਲਾ ਅਹੁਦਾ ਤਾਂ ਲੈ ਸਕਦਾ ਜੀ, ਮਿਹਨਤ ਕਰਕੇ ਥੱਲੇ ਵਾਲਾ ਅਹੁਦਾ ਕਿਵੇਂ ਲਵਾਂ ਜੀ? ਅਸਲ 'ਚ ਨਾ ਜਦੋਂ ਤੁਸੀਂ ਮੈਨੂੰ ਪਹਿਲੀ ਵਾਰੀ ਉੱਥੇ ਬਾਜ਼ਾਰ ਦੇਖਣ ਆਏ ਸੀ ਉਦੋਂ ਮੈਂ ਵੀ ਤੁਹਾਨੂੰ ਦੇਖ ਲਿਆ ਸੀ। ਊਂ ਜਾਣੀ ਦੀ ਮੈਨੂੰ ਦੱਸਣਾ ਜਿਹਾ ਤਾਂ ਨਹੀਂ ਆਉਂਦਾ, ਪਰ ਤੁਸੀਂ ਮੈਨੂੰ
ਚੰਗੇ ਬਹੁਤ ਲੱਗੇ ਸੀ। ਮੈਂ ਵੀ ਉਦਣੇ ਸੋਚ ਲਿਆ ਸੀ ਵੀ ਜਸਪਾਲ ਸਿੰਘ ਸਰਦਾਰਨੀ ਤਾਂ ਤੇਰੀ ਇਹੀ ਬਣੂਗੀ। ਮੁੰਡਾ ਤਾਂ ਬਹੁਤ ਹੀ ਬੀਬਾ ਸੀ। ਆਪਣੀ ਹਰਮਨ ਦੀ ਜੋੜੀ ਉਹਦੇ ਨਾਲ ਬਹੁਤ ਸੋਹਣੀ ਬਣਦੀ ਸੀ। ਬੀਬੇ ਨੂੰ ਕੀ ਕਰੀਏ ਭਾਬੀ, ਜਦ ਬਾਈ ਨੇ ਮੰਨਣਾ ਤਾਂ ਹੈ ਨਹੀਂ। ਉਹਦੀ ਗਰਾਰੀ ਤਾਂ ਬਸ ਉਹ ਭਰਪੂਰ ਸਿੰਘ ਪਟਵਾਰੀ ਤੇ ਅੜੀ ਪਈ ਹੈ। ਮਲਕੀ ਸੱਚ ਪੁੱਛੇ ਨਾ, ਮੈਨੂੰ ਉਹ ਜਮਾ ਚੰਗਾ ਨਹੀਂ ਲੱਗਦਾ। ਸ਼ਰਾਬੀ ਜਿਹਾ ਬੰਦਾ ਹੈ। ਚੱਲ ਸ਼ਰਾਬ ਤਾਂ ਭਾਬੀ ਹੁਣ ਸਾਰੀ ਦੁਨੀਆ ਹੀ ਪੀਂਦੀ ਹੈ। ਦੇਖੋ ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਬਈ ਉਹ ਮੁੰਡਾ ਪਟਵਾਰੀ ਭਰਪੂਰ ਸਿੰਘ ਨਾਲੋਂ ਹਰ ਦਰਜੇ ਵਧੀਆ ਹੈ। ਪਰ ਜੇ ਬਾਈ ਦੀ ਥਾਂ ਤੇ ਖੜ ਕੇ ਸੋਚੀਏ ਤਾਂ ਰਿਸ਼ਤਾ ਭਰਪੂਰ ਸਿੰਘ ਵਾਲਾ ਵੀ ਮਾੜਾ ਨਹੀਂ ਹੈ। ਮੈਨੂੰ ਐਂ ਵੀ ਲੱਗਦਾ ਹੈ ਵੀ ਕਾਹਨੂੰ ਘਰ 'ਚ ਕਲੇਸ਼ ਪਵਾਉਣਾ ਹੈ। ਇਹਨਾਂ ਨੇ ਮੰਨਣਾ ਤਾਂ ਹੈ ਨਹੀਂ। ਭਾਬੀ ਉਹਨੂੰ ਦੁਪਿਆਰੀ ਹੈ ਉਹ, ਜਿਹੜਾ ਹਰਮਨ ਦਾ ਮਾੜਾ ਸੋਚੂਗਾ। ਚਲੋ ਨਾਲੇ ਮੈਂ ਬਾਈ ਦੀ ਇਸ ਗੱਲ ਨਾਲ ਸਹਿਮਤ ਹਾਂ। ਮੌਕੇ ਦੇ ਪਟਵਾਰੀ ਵਰਗੀ ਰੀਸ ਕੋਈ ਨਹੀਂ ਹੁੰਦੀ। ਉਹ ਆਪਣੀ ਧੀ ਸਿਆਣੀ ਐ ਤੇ ਸਿਆਣੇ ਧੀ ਪੁੱਤ ਮਾਂ-ਬਾਪ ਦਾ ਕਹਿਣਾ ਨਹੀਂ ਮੋੜਿਆ ਕਰਦੇ। ਤੁਸੀਂ ਕਾਹਤੋਂ ਫਿਕਰ ਕਰਦੇ ਹੋ ਐਵੇਂ? ਜਸਪਾਲ ਪੁੱਤ ਰੋਟੀ ਠੰਡੀ ਹੋ ਗਈ। ਕਾਕਾ ਦਰਅਸਲ ਉਹ ਆਪਣੇ ਰਿਸ਼ਤੇਦਾਰ ਬਣਨ ਦੇ ਕਾਬਿਲ ਹੀ ਨਹੀਂ ਸੀ। ਤੈਨੂੰ ਕੋਈ ਰਿਸ਼ਤਿਆਂ ਦਾ ਘੱਟ ਹੈ? ਕੁੜੀਆਂ ਹੋਰ ਬਥੇਰੀਆਂ। ਅੱਛਾ ਐਂ ਦੱਸ, ਕੱਲ ਤੋਂ ਸ਼ੁਰੂ ਹੈ ਤੇਰੀ ਨੌਕਰੀ? ਹਾਂਜੀ ਕੱਲ ਤੋਂ ਆ ਜੀ। ਚੱਲ ਫਿਰ ਮੇਰਾ ਸ਼ੇਰ ਪੁੱਤ ਬਣ, ਤੂੰ ਕੱਲ ਤੋਂ ਆਪਣੀ ਨੌਕਰੀ ਜੁਆਇਨ ਕਰ। ਹਾਂਜੀ ਚੱਲ ਹਿੰਮਤ ਕਰ। ਹੈਂ ਮੈਂ ਪਟਵਾਰੀ ਜਸਪਾਲ ਸਿੰਘ। ਮਾਈ ਸੈਲਫ ਜਸਪਾਲ ਸਿੰਘ ਕਾਨੂੰਗੋ। ਜੈ ਖਵਾਜਾ ਪੀਰ। ਪੂਜ ਲੈ ਜੀ ਪਿੱਤਰ। ਹੈ ਬਾਪੂ ਮਰ ਗਿਆ ਸੀ ਪਿੱਛੇ ਜੇ। ਉਹ ਅੱਛਾ। ਉਹਦੇ ਵਾਲੀ ਨੌਕਰੀ ਮੈਨੂੰ ਮਿਲ ਗਈ। ਚਾਚੇ ਤਾਇਆ ਨੇ ਜ਼ੋਰ ਜਿਹਾ ਪਵਾ ਕੇ ਜੁਆਇਨਿੰਗ ਕਰਾਤੀ। ਮੈਂ ਨੌਕਰੀ ਛੱਡਣੇ ਨੂੰ ਫਿਰਦਾ। ਰਾਏਕੋਟ ਵਾਲਾ ਜਗਦੀਸ਼ ਪੰਡਤ ਕਹਿੰਦਾ 7 ਦਿਨ ਮੱਛੀਆਂ ਨੂੰ ਆਟਾ ਪਾ, ਮਨੋਕਾਮਨਾ ਪੂਰੀ ਹੋ ਜੂ। ਚੰਗੀ ਮਨੋਕਾਮਨਾ। ਵੈਸੇ ਆਪਣੀ ਦਿਲਚਸਪੀ ਹੈ ਨਹੀਂ ਛੋਟੀਆਂ ਮੋਟੀਆਂ ਸਰਕਾਰੀ ਨੌਕਰੀਆਂ 'ਚ। ਫਿਰ ਜਨਾਬ ਦੀ ਦਿਲਚਸਪੀ ਕਾਹਦੇ 'ਚ ਆ? ਆਪਾਂ ਵੀ ਰਸੂਲੀ ਬੰਦੇ ਆ। ਕੀ ਅਸੂਲ ਨੇ ਬਾਈ ਜੀ ਦੀ ਜ਼ਿੰਦਗੀ ਦੇ? ਸਿੱਧਾ ਜਿਹਾ ਅਸੂਲ ਹੈ ਵੀਰੇ। ਜਿਹੜਾ ਤਾਂ ਆਪਾਂ ਨੂੰ ਪਿਲਾ ਦੇ ਦੇਸੀ, ਉਹ ਤਾਂ ਆਪਣਾ ਭਰਾ, ਤੇ ਜਿਹੜਾ ਪਿਲਾ ਦੇ ਵਿਸ਼ਕੀ, ਉਹ ਸਮਝ ਲੈ ਫਿਰ ਆਪਣਾ ਪਿਓ।
ਡੈਡੀ ਜੀ ਮੈਂ ਕਹਿੰਦਾ 4 ਕਾਂਡਿਆਂ ਦੀ ਭੁਰਜੀ ਵੀ ਹੁਣ ਮੰਗਾਈ ਲਓ। ਬਾਈ ਜੀ ਵਾਸਤੇ 6 ਅੰਡਿਆਂ ਦੀ ਭੁਰਜੀ ਲੈ ਕੇ ਆਓ। ਵੈਸੇ ਡੈਡੀ ਜੀ ਇੱਕ ਗੱਲ ਦੱਸੋ ਬਈ ਮੈਨੂੰ ਸ਼ਰਾਬ ਪਿਲਾਉਣ ਦਾ ਤੁਹਾਡਾ ਕੀ ਫਾਇਦਾ? ਬਸ ਤੂੰ ਇਹ ਸਮਝ ਲੈ ਕਿ ਅੱਜ ਤੋਂ ਪਟਵਾਰੀ ਜਸਪਾਲ ਸਿੰਘ ਇਹ ਆ। ਕੀ ਮਤਲਬ? ਜੇ ਤੈਨੂੰ 20,000 ਰੁਪਏ ਮਿਲ ਜੇ ਕੀ ਕਰੇਗਾ ਤੂੰ? ਇਕੱਠੇ ਇਕੱਠੇ ਚੰਡੀਗੜ੍ਹੋਂ ਨਾ ਸ਼ਿਮਲੇ ਨੂੰ ਸਿੱਧੀ ਬੱਸ ਜਾਂਦੀ ਹੈ। ਉੱਥੇ ਪੀਣ ਦੇ ਨਜ਼ਾਰੇ ਬਹੁਤ ਹੈ। ਜਦ ਤੱਕ ਪੈਸੇ ਨਹੀਂ ਨਾ ਮੁੱਕਦੇ ਮੈਂ ਨਹੀਂ ਮੁੜਦਾ। ਤੇ ਜੇ ਤੈਨੂੰ ਉੱਥੇ ਹੀ ਹੋਰ ਪੈਸੇ ਪਹੁੰਚੀ ਜਾਣ ਫੇਰ? ਫਿਰ ਜਦ ਤੱਕ ਮੈਂ ਨਹੀਂ ਮੁੱਕਦਾ ਨਾ ਮੈਂ ਨਹੀਂ ਮੁੜਦਾ। ਚੱਲ ਤੋਰ ਹੁਣ ਇਹਨੂੰ। ਪੂਰਾ 20,000 ਉਹ ਸਮਾਨ ਫੜਾ ਪਹਿਲਾਂ। ਉਹ ਹਾਂ ਸੱਚ ਆ ਵੀਰੇ ਆਇਡੈਂਟੀ ਕਾਰਡ ਆ ਜਨਾਬ ਦਾ ਜੁਆਇਨਿੰਗ ਲੈਟਰ। ਤੇ ਆ ਬਾਕੀ ਦੇ ਸਰਕਾਰੀ ਪੇਪਰ। ਰੁਕ ਜਾ ਬਾਕੀ ਪੈਸੇ ਪਹੁੰਚਦੇ ਰਹਿਣਗੇ ਤੈਨੂੰ ਟਾਈਮ ਨੂੰ। ਚਲੋ ਠੀਕ ਹੈ ਚੰਗਾ। ਲੈ ਵੀ ਜਸਪਾਲ ਸਿੰਘ ਬਣ ਹੀ ਗਿਆ ਫਿਰ ਪਟਵਾਰੀ ਹੈ। ਹੁਣ ਮੈਂ ਜਾਣਾ ਤਾਂ ਮੇਰਾ ਕੰਮ ਜਾਣੇ। ਆਪਣਾ ਇੱਕ ਬੰਦਾ ਬਹੁਤ ਖਾਸ ਆ, ਮੇਰਾ ਬੇਲੀਓ ਆ। ਉਹ ਇਹੋ ਜਿਹੇ ਆਈਡੀ ਕਾਰਡ ਬਣਾਊਗਾ ਕਿ ਸੁਪਰੀਮ ਕੋਰਟ ਦਾ ਜੱਜ ਵੀ ਨਹੀਂ ਪਛਾਣ ਸਕਦਾ। ਚੜ ਗਿਆ ਆ ਫੜੀ ਬੋਤਲ। ਬਾਏ ਡੈਡੀ। ਚਾਚਾ ਜੀ ਸਤਿ ਸ਼੍ਰੀ ਅਕਾਲ। ਹੁਣ ਨਹੀਂ ਮੁੜਦਾ ਜਸਪਾਲ, ਨਾਲੇ 20,000 ਨੂੰ 4 ਮਹੀਨੇ ਲੱਗ ਜਾਣਾ। ਨਹੀਂ ਊਂ ਖਚਰੇ ਤਾਂ ਬਹੁਤ ਦੇਖੇ ਨੇ ਪਰ ਐਡਾ ਖਚਰਾ ਬੰਦਾ ਮੈਂ ਪਹਿਲੀ ਵਾਰ ਦੇਖਿਆ। ਪਰ ਮੈਂ ਸਮਝਿਆ ਨਹੀਂ। ਆਹ ਕੰਡਾ ਤਾਂ ਔਖੇ ਸੌਖੇ ਨਿਕਲ ਗਿਆ ਜਸਪਾਲ ਸਿੰਘ। ਬਸ ਰੱਬ ਕਰੇ ਹੁਣ ਕੋਈ ਹੋਰ ਕੰਡਾ ਨਾ ਰਾਹ 'ਚ ਆ ਜੇ। ਜੋਗਾ ਸਰ ਨਹੀਂ ਕਿਸੇ ਨੇ ਬਣ ਜਾਣਾ, ਜੋਗਾ ਸਰ ਨਹੀਂ ਸਰ ਨਹੀਂ ਕਿਸੇ ਨੇ ਬਣ ਜਾਣਾ। ਘਰ ਘਰ ਪੁੱਤ ਜੰਮਦੇ ਜੋਗਿਆ, ਜੋਗਿਆ ਪਹੁੰਚ ਸਕੂਲ ਚੱਲਿਆ ਵੀ ਟਾਈਮ ਹੋ ਗਿਆ। ਅੱਛਾ ਉਹ ਲਾਲਾ ਕੀ ਹਾਲ ਆ? ਚੰਗਾ ਕਿਦਾਂ ਹੀ ਰਿਹਾ ਤਗੜਾ? ਆਪਣੀ ਕਾੜੋ ਦਾ ਫੁੱਲਾਂ ਦੇ ਜੋਗਿਆ। ਤੂੰ ਦੱਸ ਤੇਰੀ ਮਾਸਟਰੀ ਕਿਵੇਂ ਚੱਲਦੀ ਹੈ? ਮਾਸਟਰ ਮੌਜਾਂ ਲੁੱਟਦਾ ਕਿ ਜਿਹੜੇ ਕਲਾਸ 'ਚ ਮੁਰਗੇ ਬਣਾ ਲਈਦੇ ਆ ਤੇ ਰਾਤ ਨੂੰ ਪਤੀਲੇ 'ਚ। ਮਾਸਟਰਾ ਉਹ ਕਿਉਂ ਖੱਜਲ ਹੁੰਦਾ ਰਹਿਣਾ ਦੁੱਧ ਦੇ ਚੱਕਰ 'ਚ ਹੈ? ਮੌਜ ਨਾਲ ਆਪਣੀ ਮਾਸਟਰੀ ਕਰ। ਉਹ ਲਾਲਾ ਮੋਟਰਸਾਈਕਲ ਦਾ ਖਰਚਾ ਵੀ ਕੱਢਣਾ ਹੁੰਦਾ ਕਿ ਨਹੀਂ? ਰਾਹ 'ਚ ਆਉਂਦੇ ਆਉਂਦੇ ਪਿੰਡਾਂ 'ਚੋਂ ਦੁੱਧ ਚੁੱਕਣਾ ਹੁੰਦਾ, ਮੇਰਾ ਕੀ ਜਾਂਦਾ। ਨਾਲੇ ਜਵਾਕਾਂ ਦੇ ਮਾਪਿਓ ਨਾਲ ਸਾਂਝ ਕੱਢ ਲਈਦੀ ਆ ਹਿਸਾਬ 'ਚ ਨਾਲ ਹੀ। ਲੈ ਤੂੰ ਪੰਜਾਬੀ ਨਾ ਐਵੇਂ ਲਟਾਪੀ ਹੋਇਆ ਫਿਰਦਾ। ਉਹ ਤੈਨੂੰ ਤਾਂ ਹਿਸਾਬ ਪੜਾਉਣਾ ਚਾਹੀਦਾ ਜੋਗਿਆ। ਓਏ ਆ ਡਰਮ ਪਾਸੇ ਰੱਖਿਆ ਕਰੋ, ਵੇਲੇ ਕਿਸੇ ਥਾਂ ਦੇ ਜਾਣਦੇ ਨਹੀਂ ਰੋਕੀ ਬਦਮਾਸ਼ ਨੂੰ। ਮੈਂ ਤੇ ਕਿਹਾ ਸੀ ਸਾਡੀ ਮਾਝੀ ਛੜ ਮਾਰਦੀ ਆ ਹੋਰਾਂ ਦੇ ਵੀ ਡੰਗਰ ਖੁੱਲੇ ਫਿਰਦੇ ਆ। ਮਾਸਟਰ ਜੀ ਆਪਣੇ ਪਿੰਡ 'ਚ ਨਵੀਂ ਵੈਲੀਆਂ ਦੀ ਪਨੀਰੀ ਉਗਰੀ ਹੈ। ਕੋਈ ਨਹੀਂ ਆ ਜਾਂਦੇ ਜੇਲ੍ਹ ਤੋਂ ਚੱਲੇ ਬਦਮਾਸ਼ ਨੂੰ। ਖੁੱਟਾਂ 'ਚ ਵਾੜ ਦੂ, ਖੁੱਟਾਂ 'ਚ। ਚੱਲ ਛੱਡ ਯਾਰ। ਮਾਸਟਰੀ ਨਾਲ ਗੱਲ ਤੁਰੀ ਕੋਈ? ਗੱਲ ਤੇ ਹੁਣ ਫਿਰ ਤੁਰਦਿਆਂ ਤੁਰਦੀ ਹੁੰਦੀ ਕਿ ਆ ਵੇਖ ਮੈਂ ਬਿੱਲ ਦਾ ਜੂਸ ਕਢਾ ਕੇ ਲਿਆਂਦਾ ਮੈਡਮ ਵਾਸਤੇ ਤਾਜ਼ਾ। ਤਕੜਾ ਹੈ। ਜੇ ਰੀਲੋਡ ਹੋਵੇ ਮੈਨੂੰ ਦੱਸੀ। ਤੇਰੀ ਲੋੜ ਨੂੰ ਮੈਂ 64 ਸਾਲਾਂ ਦਾ ਸਰਬਾਲਾ ਬਣਾਉਣਾ ਆਪਣੇ ਵਿਆਹ 'ਚ। ਜਿੱਥੇ ਬਾਕੀ ਭੰਗੜਾ ਪਾਉਣਗੇ ਉੱਥੇ ਤੂੰ ਵੀ ਪਾ ਲਈ। ਚੰਗਾ ਲਾਲਾ ਮੇਰੀਆਂ ਢੋਲੀਆਂ ਤੋਂ ਆ ਛੱਡੀ, ਸ਼ਾਮ ਨੂੰ ਲੈ ਜਾਊਂਗਾ। ਚੰਗਾ ਲੈ ਜੀ। ਸਤਿ ਸ਼੍ਰੀ ਅਕਾਲ ਮਾਸਟਰ ਜੀ। ਉਹ ਸਹੁਰਿਆ ਸਰ ਜੀ ਕਹਿ ਲਿਆ ਕਰ, ਲੱਗਦਾ ਮਾਸਟਰ ਜੀ ਦਾ। ਆ ਫੜ ਬਿੱਲ ਦਾ ਜੂਸ ਆ। ਸ਼ੁਕਰੀਆ ਮਾਸਟਰ ਜੀ। ਕੰਮ ਤੇ ਲਪੇੜੀ ਨਾ ਖਾਲੀ ਮੇਰੇ ਕੋਲੋਂ, ਤੇਰੇ ਹੱਥ ਨਹੀਂ ਲਿਆਂਦਾ।
ਇਹ ਤੇ ਪਤੰਦਰਾ ਹਰਮਨ ਮੈਡਮ ਆਤੇ ਲਿਆਂਦਾ ਮੈਂ। ਤੂੰ ਤਾਂ ਬਾਅਦ ਚ ਡੋਲੂ ਧੋ ਮਾਂਜ ਕੇ ਤੇ ਇੱਥੇ ਟੰਗਣਾ ਬਸ। ਓਕੇ। ਵੈਸੇ ਹਰਮਨ ਮੈਡਮ ਆਈ ਨਹੀਂ ਅਜੇ? ਹਾਲੇ ਨਹੀਂ ਜੀ ਆਈ। ਆਵੇ ਵੀ ਕਿਤਰਾ ਇਹ ਤਾਂ ਕਮਲਿਆਂ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਬਿਲਕੁਲ ਮਾਸਟਰ ਜੀ। ਜਦ ਤਾਈਂ ਸਰ ਜੋਗਾ ਸਿੰਘ ਸਕੂਲ ਦੇ ਗੇਟ ਤੇ ਖਲੋ ਕੇ ਸਦਰਾਂ ਦੀ ਡੋਰੀ ਨਾ ਖਿੱਚੇ ਹਰਮਨ ਮੈਡਮ ਘਰੋਂ ਕਿਵੇਂ ਤੁਰੇ? ਆਵੇ ਇਹ ਆ ਸਰ ਜੋਗਾ ਸਿੰਘ ਨੇ ਮਾਰਿਆ ਪਹਿਲਾ ਤੁਣਕਾ। ਆ ਘਰੇ ਬੈਠਿਆਂ ਹਰਮਨ ਮੈਡਮ ਨੂੰ ਆ ਗਈ ਚੁਣਚੁਣੀ ਤੇ ਆ ਹਰਮਨ ਮੈਡਮ ਦੇ ਕਦਮ ਆਪਣੇ ਆਪ ਤੁਰ ਪਏ ਆਪਣੀ ਸਕੂਟਰੀ ਵੱਲ। ਆ ਮੈਡਮ ਨੇ ਪੋਲੇ ਜਿਹੇ ਅੰਗੂਠੇ ਨਾਲ ਮਾਰੀ ਐ ਸਕੂਟਰੀ ਨੂੰ ਸੈਲਫ। ਪਰ ਢੀਠ ਸਕੂਟਰੀਆਂ ਨੇ ਮਾਸੂਮ ਸੈਲਫਾਂ ਨੂੰ ਕਿੱਥੇ ਮੰਨਦੀਆਂ ਨੇ? ਇਹ ਨਹੀਂ ਮੰਨਦੀਆਂ। ਇਹ ਤੇ ਫਿਰ ਮੈਡਮ ਹਰਮਨ ਨੇ ਸਰ ਜੋਗਾ ਸਿੰਘ ਨੂੰ ਯਾਦ ਕਰਕੇ ਆ ਮਾਰੀ ਐ ਸਕੂਟਰੀ ਦੀ ਕਿੱਕ। ਹਾਏ ਓਏ ਸੁਣੀ ਕਿ ਨਹੀਂ? ਕਰ ਕਰ ਸੁਣ ਗਈ ਜੀ। ਆ ਮੈਡਮ ਨਿਕਲੀ ਘਰੋਂ ਬਾਲਿਆ ਭੋਲੀ ਵੇਲੀ ਨੂੰ ਮਗਰ। ਆਵੇ ਹਵਾ ਦੇ ਬੁੱਲਿਆਂ ਦੇ ਨਾਲ ਗਾਉਂਦੀ ਪੈ ਗਈ ਸਕੂਲ ਦੇ ਰਾਹ। ਵੇ ਮੈਨੂੰ ਖਿੱਚ ਲੈ ਵਹਿਰੀਆ, ਖਿੱਚ ਲੈ ਚਬਾਰੇ ਵਿੱਚ ਬਾਹ ਫੜ ਕੇ। ਵੇ ਮੈਨੂੰ ਖਿੱਚ ਲੈ ਮਾਸਟਰਾ। ਮਾਸਟਰ ਜੀ ਸ਼ਿੰਦੀ ਮੈਨੂੰ ਤੂਸ ਤੂਸ ਕਹਿੰਦਾ। ਹੋਰ ਸੌਰਿਆ ਤੈਨੂੰ ਮਲਾਈ ਚਾਂਪ ਕਵੇ ਚਪੇੜ ਨਾ ਖਾਲੀ ਮੇਰੇ ਕੋਲੋਂ। ਦੌੜ ਜਾ ਤੂੰ। ਆ ਲੋ ਲੰਗੀ ਹਰਮਨ ਮੈਡਮ। ਹੁਣ ਤੂੰ ਖਾ ਲੈਣੀ ਮੇਰੇ ਕੋਲੋਂ। ਅੰਨਾ ਹੋਇਆ ਉਹਨੂੰ ਪਤਾ ਲੱਗ ਗਿਆ, ਤੈਨੂੰ ਨਹੀਂ ਪਤਾ ਲੱਗਾ ਹਰਮਨ ਮੈਡਮ ਲੰਘ ਗਈ। ਮੈਂ ਕਰਾਂ ਮਾਸਟਰ ਜੀ ਨਜ਼ਾਰਾ ਹੀ ਇੰਨਾ ਆਉਂਦਾ ਸੀ ਮੇਰੀਆਂ ਤੇ ਆਪਣੀਆਂ ਅੱਖਾਂ ਬੰਦ ਹੋ ਗਈਆਂ ਸੀ। ਦੇਖਾਂ ਇਸ਼ਕ ਚ ਅੰਨਾ ਮੈਂ ਹੋਇਆ ਫਿਰਨਾ ਤੇ ਅੰਨੀ ਇਹਨੇ ਪਾਈ। ਇੱਕ ਛੱਡਾ ਤੇਰੇ ਕੰਨ ਤੇ। ਗੁੱਡ ਮਾਰਨਿੰਗ ਬਈ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਮਾਸਟਰ ਜੀ। ਗੁੱਡ ਮਾਰਨਿੰਗ ਜੀ। ਅੱਜ ਬੱਚੇ ਜਮਾ ਪੂਰੇ ਆਏ ਨੇ। ਦੁਨੀਆ ਦੇ ਤਾਂ ਪੂਰੇ ਹੀ ਹੈ ਜੀ, ਬਸ ਆਪਣੇ 2-3 ਹੋਣ ਵਾਲੇ ਰਹਿੰਦੇ ਆ। ਹਾਂਜੀ ਮੇਰੇ ਕਹਿਣ ਦਾ ਮਤਲਬ ਵੀ 2-3 ਹੀ ਘੱਟ ਲੱਗਦੇ ਮੈਨੂੰ, ਬਾਕੀ ਤੇ ਕਲਾਸ ਪੂਰੀ ਲੱਗਣ ਡਈ ਹੈ। ਹਾਂਜੀ ਚਾਹ ਮੰਗਵਾਵਾਂ ਸਰ? ਨਾ ਦਫਾ ਕਰੋ ਚਾਹ ਨੂੰ। ਮੈਂ ਤੁਹਾਡੇ ਵਾਸਤੇ ਤਾਜ਼ਾ ਬਿੱਲ ਦਾ ਜੂਸ ਕਢਾ ਕੇ ਲਿਆਂਦਾ। ਅੱਛਾ ਹਾਂਜੀ ਪੜੋ ਤੁਸੀਂ। ਆ ਲਿਆ ਵੀ ਆਈਟਮ ਪੇਸ਼ ਕਰ ਸੁਰੇਸ਼ ਕੁਮਾਰ। ਰਾਜੂ ਜਾ ਕੇ ਭੋਲੀ ਮੈਡਮ ਨੂੰ ਬੁਲਾ ਕੇ ਲਿਆ, ਜੂਸ ਪੀ ਲੂਗੀ। ਨਹੀਂ ਭੋਲੀ ਮੈਡਮ ਨੇ ਕੀ ਕਰਨਾ ਦੱਸੋ? ਪੱਕੀ ਬਿੱਲ ਦਾ ਜੂਸ ਹੈ ਤੇ ਕੱਚੇ ਸਟਾਫ ਨੂੰ ਜ਼ਰੂਰ ਪਿਆਉਣਾ ਦੱਸੋ। ਕੋਈ ਨਾ ਪੀ ਲੂਗੀ। ਉਹ ਕਿਆਰੀਆਂ ਚ ਨਾ ਲੰਘ, ਮੈਂ ਲੱਪੜ ਮਾਰਨਾ ਆਣ ਕੇ ਤੇਰੇ। ਬਾਹਰ ਦੀ ਲੰਘ। ਮਾਸਟਰ ਜੀ ਪਿਆਰ ਨਾਲ ਤਾਂ ਕਿਸੇ ਵੀ ਬੰਦੇ ਨੂੰ ਵਸ ਚ ਕਰ ਲੋ। ਅੱਛਾ ਜੀ, ਅਸੀਂ ਤੇ ਆਪ ਚਾਹੁੰਦੇ ਹਾਂ ਸਾਨੂੰ ਕੋਈ ਪਿਆਰ ਨਾਲ ਵਸ ਚ ਕਰ ਲੇ। ਸਾਡਾ ਵਸ ਹੀ ਨਹੀਂ ਚੱਲਦਾ ਤੇ। ਹਾਂਜੀ ਸਰ। ਮੈਂ ਕਿਹਾ ਜੂਸ ਆ ਗਿਆ ਤੇ ਤੁਸੀਂ ਪੀਓ। ਸਤਿ ਸ਼੍ਰੀ ਅਕਾਲ ਮਾਸਟਰ ਜੀ। ਆ ਜੂਸ ਦਿਲਦਾ ਆ? ਹਾਂਜੀ ਵੈਸੇ ਬਾਜ਼ਾਰੋਂ ਵੀ ਮਿਲਦਾ ਆ। ਤਾਜ਼ਾ ਕੜਵਾਇਆ ਲੱਗਦਾ। ਪੀਓ ਮਾਸਟਰ ਜੀ ਮਾੜਾ ਜਿਹਾ ਨਿੰਬੂ ਹੀ ਪਵਾ ਦਿੰਦੇ। ਬੀਬਾ ਉਹ ਸਾਹਮਣੇ ਬੂਟੇ ਲੱਗੇ ਆ ਨਿੰਬੂਆਂ ਦੇ, ਜਿਹੜੇ ਸਾਈਜ਼ ਦਾ ਚਾਹੀਦਾ ਜਾ ਕੇ ਤੋੜ ਲਿਆ ਉਥੋਂ। ਉਹ ਨਿੰਬੂ ਉਹ ਤਾਂ ਜੀ ਕੱਚੇ ਨੇ। ਤੇ ਤੂੰ ਵੀ ਪੱਕੀ ਨਹੀਂ ਹੋਈ ਅਜੇ। ਵੈਸੇ ਦੋ ਪਰਮਾਨੈਂਟ ਬੰਦੇ ਜਦੋਂ ਗੱਲ ਕਰ ਰਹੇ ਹੋ ਨਾ ਤੇ ਟੈਂਪਰੇਰੀ ਬੰਦਾ ਵਿੱਚ ਬੋਲਦਾ ਵੈਸੇ ਹੀ ਬੁਰਾ ਲੱਗਦਾ। ਤੁਸੀਂ ਪੀਓ ਜੀ, ਚਲੋ ਛਕੋ ਤੁਸੀਂ। ਉਹ ਜਿਆਦਾ ਸਿੰਘ ਨਾ ਫਸਾਇਆ ਕਰੋ, ਭੋਲੀ ਨਾ ਸਰਪੰਚਣੀ ਦੀ ਪੋਤਰੀ ਆ। ਉਹ ਹੋਊਗੀ ਸਰਪੰਚਣੀ ਦੀ ਪੋਤਰੀ, ਅਸੀਂ ਵੀ ਸਰਕਾਰੀ ਮੁਲਾਜ਼ਮ। ਸਾਡੇ ਅੱਗੇ ਕਿਹੜਾ ਖੰਗ ਜੂ। बिहार में सरकार बदली, लोगों को अर्थव्यवस्था में सुधार की उम्मीद। अच्छा, तो पंजाब की अर्थव्यवस्था का क्या हाल चाल है? भाई पटवार खाना किधर है? बताता हूँ। इस फिरनी को टाप के ना सड़क के खब्बे पासे एक टाली है। ਉਹ ਬੰਦੇ ਦਾ ਪੁੱਤ ਬਣ ਕੇ ਪੰਜਾਬੀ ਚ ਦੱਸ ਨਾ। ਅਸੀਂ ਬੰਗਲਾਦੇਸ਼ ਤੋਂ ਆਏ ਆ, ਨਾਲੇ ਭਈਆ ਉਹ ਆ ਅਸੀਂ ਨਹੀਂ। ਉਹ ਯਾਰ ਜਿਵੇਂ ਸਿਆਣੇ ਕਹਿੰਦੇ ਨੇ ਨਾ, ਪਟਵਾਰੀ ਤੇ ਬਿਮਾਰੀ ਤੋਂ ਰੱਬ ਬਚਾਵੇ। ਕਦੇ ਕਦੇ ਤਾਂ ਧਰਮ ਨਾ ਮੇਰਾ ਜੀ ਆਇਆ ਕਰਦਾ ਕੋਈ ਪਟਵਾਰੀਆਂ ਨੂੰ ਧੜੋਂ ਫੜ ਕੇ ਛੱਪੜ ਚ ਡੋਬ ਮਾਰਦੇ। ਯਾਰ ਪੈਸਾ ਲੈ ਬਿਨਾ ਕੁਰਸੀ ਤੋਂ ਲੱਗ ਸਦਾ ਹੀ ਨਹੀਂ ਕਰਦੇ। ਉਹ ਤੂੰ ਬਾਹਰ ਹੋ, ਅਸੀਂ ਆਪੇ ਲੱਭ ਲਾਂਗੇ। ਨਾ ਹੁਣ ਕਿਹੜਾ ਮੈਂ ਹਿੰਦੀ ਬੋਲਦਾ। ਮੇਰੇ ਸੁਣ ਕੇ ਜਾਇਓ। ਤੁਹਾਡਾ ਕੰਮ ਭਾਈ ਸਾਹਿਬ ਬਣੇ ਨਾ ਬਣੇ, ਮੇਰਾ ਕੰਮ ਜ਼ਰੂਰ ਬਣਾ ਕੇ ਆਇਓ। ਪਟਵਾਰ ਖਾਨੇ ਦੀ ਕੰਧ ਤੇ ਗੰਦੀਆਂ ਗਾਲਾਂ ਲਿਖ ਕੇ ਆਇਓ। ਆ ਚੱਕੋ ਕੋਲਾ। ਗੰਦੀਆਂ ਗਾਲਾਂ ਲਿਖਣ ਦੀ ਕੀ ਲੋੜ ਆ? ਸਾਹਮਣੇ ਤਾਂ ਬੈਠਿਆ, ਕੱਢ ਦੇ। ਸ਼ਾਬਾਸ਼ ਕੱਢ। ਉਹ ਮੂਰਖਾ ਇਹੀ ਨੇ ਪਟਵਾਰੀ ਸਾਹਿਬ। हम कदे पहला मिले नहीं थे ना जी।
ਸਾਲਾ ਤੂੰ ਉਸਤਾਦਾ, ਇਹ ਪਟਵਾਰੀ ਸਾਹਿਬ ਜੀ ਨੇ, ਇਹਨਾਂ ਦਾ ਮੁਕਾਬਲਾ ਡੀਟੀਓ ਨਹੀਂ ਕਰਦਾ। ਦੁੱਧ 'ਚ ਝੰਜਰ ਵੱਟਾ ਹੋ ਜਾਂਦਾ ਠੰਡਾ ਠੰਡਾ। ਠੰਡੇ ਠੰਡੇ ਦੀ ਕੀ ਲੋੜ ਆ, ਤੱਤੀਆਂ ਤੱਤੀਆਂ ਦਾ ਛਕਾ ਕੇ ਹਟਿਆ ਹੁਣ। ਇੱਕ ਹਿਸਾਬ ਤਾਂ ਤੇਰਾ ਮੈਂ ਲਾ ਲਿਆ ਕਿ ਪਿੰਡ ਦਾ ਸਭ ਤੋਂ ਬੜਾ ਨੰਗ ਤੂੰ ਹੈ। ਜੇ ਤੇਰੇ ਨੌ ਮਿੱਤਰਾ ਮਰਲਾ ਵੀ ਹੁੰਦਾ ਨਾ ਤਾਂ ਘੱਟੋ ਘੱਟ ਪਟਵਾਰੀ ਨਾਲ ਐਂ ਤਾਂ ਨਹੀਂ ਗੱਲ ਕਰਦਾ ਸੀ। ਚਲੋ ਖੇਲੋ ਆਪ, ਖੇਲੋ ਖੇਲੋ ਚਲੋ। ਓ ਪਟਵਾਰੀ ਸਾਹਿਬ ਜੀ, ਨਾ ਜਾ ਕੇ ਛੱਡਿਆ ਹੁੰਦਾ, 100 ਕਤੀੜ ਤੁਰੀ ਫਿਰਦੀ ਐ, ਪਰ ਇਹ ਤਾਂ ਕਾਰ ਚ ਆ। ਜ਼ਿੰਮੇਵਾਰੀ ਵੀ ਕੋਈ ਚੀਜ਼ ਆ। ਲੈ ਵੀ ਪਟਵਾਰੀਆ, ਚੁਣ ਲਾ ਫਿਰ। ਕੰਧ ਤੇਰੀ ਚੁਆਇਸ ਦੀ ਤੇ ਗਾਲਾਂ ਮੇਰੀ ਚੁਆਇਸ ਦੀਆਂ। ਚੁਆਇਸ, ਸ਼ਾਬਾਸ਼। ਆਈਲੈਟਸ ਕਰੂਗਾ ਇਹ। ਲੈ ਵੀ ਬਣ ਗਿਆ ਤੇਰਾ ਯਾਰ ਕਾਨੂੰਗੋ ਤੋਂ ਪਟਵਾਰੀ। ਵੈਸੇ ਨਾ ਜਨਾਨੀਆਂ ਮਗਰ ਲੱਗ ਕੇ ਇਹੋ ਜਿਹੇ ਫੈਸਲੇ ਲੈਣੇ ਨਹੀਂ ਚਾਹੀਦੇ, ਊਂ ਨਾ ਫੜੇ ਜਾਈਏ। ਹਾਂਜੀ ਦੱਸੋ। ਇਹ ਨੇ ਨਵੇਂ ਪਟਵਾਰੀ ਜਸਪਾਲ ਸਿੰਘ ਜੀ। ਅੱਛਾ ਅੱਛਾ, ਸਤਿ ਸ੍ਰੀ ਅਕਾਲ ਜਨਾਬ, ਮੈਂ ਚਰਨ ਸਿੰਘ। ਮਹਿਕਮੇ ਵੱਲੋਂ ਚਿੱਠੀ ਆ ਗਈ ਸੀ ਕਿ ਤੁਸੀਂ ਆਉਣਾ ਹੈ। ਆਓ ਜਨਾਬ, ਤੁਹਾਡਾ ਦਫ਼ਤਰ ਦਿਖਾ ਦਿਆਂ। ਤੁਹਾਡਾ ਦਫ਼ਤਰ ਐ ਟਿਚਨ ਕਰਾਤਾ ਸੀਗਾ ਜੀ, ਬਸ ਆ ਪੱਖਾ ਥੋੜਾ ਅੜ ਕੇ ਚੱਲਦਾ ਐ ਸੀ, ਸਿਰ ਤੇ ਨਾ ਡਿੱਗ ਪਏ, ਇਸ ਲਈ ਤਾਰਾਂ ਕਢਵਾਤੀਆਂ। ਪਰ ਮੈਂ ਤੜਕੀ ਬੰਦਾ ਬੁਲਾ ਕੇ ਠੀਕ ਕਰਾ ਦੂੰਗਾ ਜੀ। ਯਾਰ ਪਟਵਾਰੀ ਦੇ ਦਫ਼ਤਰ 'ਚ ਫੋਨ ਨਹੀਂ ਹੁੰਦਾ? ਨਹੀਂ ਜੀ, ਇੱਥੇ ਫੋਨ ਨਹੀਂ ਹੁੰਦਾ ਜੀ। ਹੋਰ ਸੇਵਾ ਦੱਸੋ ਜਨਾਬ, ਚਾਹ ਪੀਓਗੇ? ਆਹੋ ਚਾਹ ਬਣਵਾ ਲਾ। ਯਾਰ ਪਕੌੜੇ ਬਣਵਾ ਲਈ ਨਾਲ ਗੋਭੀ ਵਾਲੇ। ਠੀਕ ਹੈ ਜੀ। ਕੱਚੀ ਰੱਖੀ ਨਾਲੇ ਥੋੜੇ ਜਿਹੇ। ਪਟਵਾਰੀਆ ਗੁਲਗੁਲੇ ਨਹੀਂ ਛਕੇਗਾ? ਉਹ ਯਾਰ ਗੁਲਗੁਲੇ ਤਾਂ ਖਾ ਲਾਂਗੇ, ਪਰ ਪਹਿਲਾਂ ਜਿਹਨੂੰ ਦੇਖਣਾ ਹੈ ਉਹਨੂੰ ਤਾਂ ਦੇਖ ਲਈਏ। ਚਲੋ ਆ ਜਾ। ਇੱਧਰ ਆ। ਮੇਰੀ ਵਿੱਦਿਆ ਤਾਂ ਇਹੀ ਕਹਿੰਦੀ ਆ। ਯਾਰ ਕੰਧ ਬੜੀ ਉੱਚੀ ਆ। ਲੈ ਵੀ ਪਟਵਾਰੀਆ, ਮੈਨੂੰ ਤਾਂ ਲੱਗਦਾ ਰੱਬ ਨੇ ਸੁਣ ਲਈ ਤੇਰੀ। ਮੈਨੂੰ ਲੱਗਦਾ ਮੇਰੇ ਤੋਂ ਪਹਿਲਾਂ ਵੀ ਕਿਸੇ ਦੀ ਸੁਣੀ ਹੋਈ ਸੀ। ਓਏ ਹੋਏ ਹੋਏ ਹੋਏ, ਉਹ ਇਹੋ ਜੀ ਮਲਿਕਾ ਹੁਸਨ ਲਈ ਜੇ ਫੜੀ ਵੀ ਜਾਈਏ ਤਾਂ ਕਿੱਡੀ ਗੱਲ ਆ। ਉਹ ਯਾਰ ਭਰਜਾਈ ਤਾਂ ਉਦੋਂ ਨਾਲੋਂ ਵੀ ਸੋਹਣੀ ਲੱਗੀ ਜਾਂਦੀ ਆ। ਅੱਛੇ ਹੋ। ਕੋਈ ਤਾਂ ਭੋਲੀ ਆ ਯਾਰ। ਤੇਰੀ ਭਰਜਾਈ ਆ। ਤੇਰੀ ਭਰਜਾਈ ਕਿੱਥੇ ਆ ਫਿਰ? ਨਹੀਂ ਜਾਏਗਾ ਕੁੜੀਆਂ ਘਰੋਂ ਬਾਹਰ ਕੱਢਣ ਦਾ। ਮੈਂ ਕਹਿੰਦਾ ਟੱਠੇ ਖੂਚ ਪਈਆਂ ਨੌਕਰੀਆਂ, ਆਪਣੀਆਂ ਕੁੜੀਆਂ ਤੇ ਘਰੇ ਚੰਗੀਆਂ ਬਸ। ਕਾਤੋਂ ਵੇ ਆ ਕੀ ਕਹੀ ਜਾਂਦਾ ਤੂੰ? ਕੀ ਦਸੀਏ ਹੁਣ? ਵੇਖੋ ਮੈਂ ਗੱਲ ਕਰਨਾ ਆਪਣੀ ਭੋਲੀ ਦੀ। ਵੇਖੋ ਮੇਰੀਆਂ ਤੇ ਨਿੱਕੀਆਂ ਭੈਣਾਂ ਵਰਗੀ ਏ, ਪਰ ਜ਼ਮਾਨੇ ਦੀ ਅੱਖ ਬੜੀ ਮੈਲੀ ਏ ਭੈਣੇ, ਕੀ ਦੱਸੀਏ। ਵੇ ਮਜ਼ਾਲ ਹੈ ਪਿੰਡ 'ਚ ਕੋਈ ਮੇਰੀ ਪੋਤੀ ਕਨੀ ਝਾਕ ਵੀ ਜਾਵੇ। ਕੀ ਦੱਸੀਏ ਹੁਣ? ਆਂਦੇ ਨਾ ਪਟਕੀ ਰਿਜੇ ਤੇ ਕੋਈ ਨਾ ਬੁੱਝੇ। ਪਟਵਾਰੀ ਨਹੀਂ ਆਇਆ ਜਿਹੜਾ ਪਟਵਾਰਖਾਨੇ 'ਚ ਨਵਾਂ ਬੁਰਛਾ ਜਿਹਾ, ਆਹੋ ਗੋਲ ਮੁੱਛਾਂ ਵਾਲਾ। ਆਹੋ ਮਾੜੀ ਅੱਖ ਰੱਖਦਾ ਆਪਣੀ ਭੋਲੀ ਤੇ, ਚਿੱਠੀਆਂ ਲਿਖ ਲਿਖ ਕੱਲਦਾ ਜੇ ਉਹਨੂੰ। ਇਹ ਤੇ ਕੁਦਰਤੀ ਇੱਕ ਚਿੱਠੀ ਮੇਰੇ ਹੱਥ ਲੱਗ ਗਈ ਤੇ ਮੈਂ ਸਿੱਧਾ ਹੀ ਲੈ ਕੇ ਤੁਹਾਡੇ ਕੋ ਆ ਗਿਆ। ਪਿੰਡ 'ਚ ਨਹੀਂ ਕਿਸੇ ਨਾਲ ਗੱਲ ਕੀਤੀ ਮੈਂ, ਆਪੇ ਪੜ੍ਹ ਲਓ ਤੁਸੀਂ। ਆਂਦੇ ਆ ਨਾ ਭਈ ਹੱਥ ਕੰਗਣ ਕੋ ਆਰਸੀ ਕਿਹਾ, ਤੇ ਸਾਰਾ ਤੁਹਾਡੇ ਸਾਹਮਣੇ ਹੀ ਹੈ ਨਾ ਕੱਚਾ ਚਿੱਠਾ। ਸਾਨੂੰ ਤਾਂ ਜਦੋਂ ਪਤਾ ਲੱਗਿਆ ਬਈ ਤੁਸੀਂ ਪਟਵਾਰੀ ਲੱਗ ਗਏ ਹੋ, ਅਸੀਂ ਸੋਚਿਆ ਚਲੋ ਜਾ ਕੇ ਵਧਾਈ ਦੇ ਆਈਏ। ਹਾਂਜੀ। ਬਾਕੀ ਕਾਕਾ ਜੀ ਗੱਲ ਤਾਂ ਦੇਖੋ ਟਾਈਮ ਟਾਈਮ ਦੀ ਹੁੰਦੀ ਹੈ। ਸਾਡੇ ਟੱਬਰ ਤੋਂ ਭਾਈ ਗਲਤੀ ਤਾਂ ਬਹੁਤ ਵੱਡੀ ਹੋਈ ਹੈ, ਜਿਹਦੀ ਅਸੀਂ ਤੁਹਾਤੋਂ ਮਾਫੀ ਮੰਗਣ ਆਏ ਹਾਂ। ਭਾਈ ਬੋਲ। ਪੁੱਛ ਲਿਓ ਆਪਣੇ ਡੈਡੀ ਜੀ ਨੂੰ, ਜੇ ਰਿਸ਼ਤੇ ਦੀ ਗੱਲ ਅੱਗੇ ਤੋਰਨੀ ਹੈ ਤਾਂ। ਲੈ ਹੈ ਬਾਈ, ਜੇ ਤੋਰਨ ਦਾ ਕੀ ਮਤਲਬ ਹੋਇਆ? ਗੱਲ ਤਾਂ ਅੱਗੇ ਤੋਰਨੀ ਹੈ। ਤੁਸੀਂ ਫਿਕਰ ਨਾ ਕਰੋ ਕਾਕਾ ਜੀ, ਤੁਹਾਡੇ ਡੈਡੀ ਜੀ ਨਾਲ ਗੱਲ ਅਸੀਂ ਤੋਰਦੇ ਹਾਂ। ਨੀ ਕੁੜੀਏ
ਆ ਦੁੱਧ ਨਾ ਲਿਆਈ ਮਾਸਟਰ ਜਾਣ ਹੀ ਲੱਗਿਆ। ਸੁਣ ਵੇ ਅੰਬਰਸਰੀਆ, ਜੇ ਤੇਰੀ ਗੱਲ ਹੋਈ ਸੱਚੀ ਤਾਂ ਪਟਵਾਰੀ ਹੈ ਨਹੀਂ, ਜੇ ਹੋਈ ਝੂਠੀ ਤਾਂ ਤੂੰ ਹੈ ਨਾ। ਨਹੀਂ ਝੂਠੀ ਕਾਨੂੰ ਜੀ, ਇਹ ਹੁਣ ਇਹਦੇ 76 ਪੈਣੇ ਜੇ ਤੁਹਾਨੂੰ ਮੈਂ ਦੱਸਾਂ। ਇਹ ਤਾਂ ਹੁਣ ਪੰਚਾਇਤ ਹੀ ਫੈਸਲਾ ਕਰੂਗੀ। ਇਹ ਤੇ ਹੈ। ਬਸ ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਜੀ ਕਿ ਇਹ ਚਿੱਠੀ ਭੋਲੀ ਲਈ ਨਹੀਂ ਲਿਖੀ ਗਈ। ਉਸ ਮੁੱਦੇ ਤੇ ਵੀ ਆਉਣੇ ਆ। ਤੂੰ ਬਸ ਇੰਨਾ ਦੱਸ ਵੀ ਲਿਖਾਈ ਤੇਰੀ ਆ? ਹਾਂਜੀ ਲਿਖੀ ਮੇਰੀ ਹੈ ਜੀ। ਆ ਚੱਕ ਮੌਕਾ ਹੀ ਗੱਲ। ਬੇਬੇ ਜੀ, ਜਸਪਾਲ ਵੀਰੇ ਨੂੰ ਤਾਂ ਮੈਂ ਵੀਰਾ ਕਹਿੰਨੀ ਆ, ਨਾਲੇ ਇਹਨਾਂ ਦਾ ਵਿਆਹ ਤਾਂ ਹਰਮਨ ਨਾਲ ਹੋਣ ਵਾਲਾ ਹੈ। ਹਾਂਜੀ ਹਾਂਜੀ ਜੀ, ਇਹ ਜਸਪਾਲ ਹੋਣਾ ਨੂੰ ਫਸਾਉਣ ਦੀ ਕੋਈ ਚਾਲ ਆ। ਤੁਸੀਂ ਚੁੱਪ ਕਰੋ ਕੁੜੀਓ, ਪੰਚਾਇਤ ਦੇ ਫੈਸਲਿਆਂ 'ਚ ਕੁੜੀਆਂ ਨਹੀਂ ਬੋਲਦੀਆਂ ਹੁੰਦੀਆਂ। ਚੁੱਪ ਕਰ ਜਾ ਪੁੱਤ, ਤੂੰ ਨਾ ਬੋਲ। ਕਰ ਗਿਆ ਫਿਰ ਯਾਰ ਮਾਰ। ਇੱਥੇ ਰੱਖਿਆ ਸੀ ਤੈਨੂੰ, ਇੱਥੇ। ਬਾਕੀ ਗੱਲਾਂ ਦੀਆਂ ਗੱਲਾਂ। ਬੈਠ ਲਾ ਮੇਰੀ। ਉਹ ਯਾਰ ਤੂੰ ਨਾ ਮੇਰੇ ਤੋਂ ਜੁੱਤੀਆਂ ਖਾ ਲਈ, ਬੰਦਿਆਂ ਕੋ ਖੜ ਜਾ, ਨਾਲੇ ਬੈਲਟ ਮੇਰੀ ਹੈ। ਕਿਉਂ ਭਾਈ, ਇਹ ਗੱਲ ਸਹੀ ਹੈ ਕਿ ਤੁਹਾਡੀ ਕੁੜੀ ਦੇ ਵਿਆਹ ਦੀ ਗੱਲ ਇਸ ਮੁੰਡੇ ਨਾਲ ਚੱਲ ਰਹੀ ਹੈ? ਹਾਂਜੀ ਤਾਈ ਜੀ, ਗੱਲ ਤਾਂ ਚੱਲਦੀ ਹੈ ਜੀ, ਪਰ ਇਹ ਮੁੰਡਾ ਐਡੀ ਵੱਡੀ ਗਲਤੀ ਨਹੀਂ ਕਰ ਸਕਦਾ। ਐਡੇ ਉੱਚੇ ਖਾਨਦਾਨ ਦਾ ਹੈ। ਤੇ ਲਓ ਜੀ, ਵੱਡੇ ਖਾਨਦਾਨ ਵਾਲੀ ਇਹੋ ਜਿਹੀਆਂ ਕਰਤੂਤਾਂ ਕਰਦੇ ਹੁੰਦੇ ਨੇ। ਗਰੀਬ ਬੰਦਾ ਤੇ ਆਪਣੀ ਵਹੁਟੀ ਵੱਲ ਦੇਖਣ ਲੱਗਾ 100 ਵਾਰੀ ਸੋਚਦਾ ਵੀ ਦੇਖਾਂਗੇ ਨਾ। ਇਸੇ ਖਾਨਦਾਨ ਦੀਆਂ ਸਿਫਤਾਂ ਕਰਦਾ ਸਨ। ਲੈ ਚੜਤਾ ਚੰਦ। ਯਾਰ ਵਿਚਾਰਨ ਵਾਲੀ ਗੱਲ ਹੈ ਬਈ, ਹਲੇ ਤਾਂ ਇਹ ਸਰਪੰਚਨੀ ਦੀ ਪੋਤੀ ਹੈ। ਜੇ ਹੋਰ ਘਰ ਦੀ ਹੁੰਦੀ ਪਤਾ ਨਹੀਂ ਇਹਨੇ ਕੀ ਕੁਛ ਕਰ ਦੇਣਾ ਸੀ। ਪੱਕੀ ਗੱਲ ਹੈ। ਤਾਂ ਮੁੱਦਾ ਉੱਠ ਖੜਾ। ਜੇ ਵਿਚਾਰੀ ਹੈ ਕਿਤੇ ਗਰੀਬ ਘਰ ਦੀ ਹੁੰਦੀ ਤਾਂ ਪਾਪੀ ਪਤਾ ਨਹੀਂ ਕੀ ਕੁਛ ਕਰਦਾ ਉਹਦੇ ਨਾਲ। ਵੇਖੋ ਜੀ, ਮੈਂ ਬੇਨਤੀ ਕਰਾਂਗਾ, ਕਸੂਰਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਆ, ਫਿਰ ਭਾਵੇਂ ਉਹ ਪਟਵਾਰੀ ਕਿਉਂ ਨਾ ਹੋਵੇ। ਹਾਂ, ਤੂੰ ਦੱਸ ਦੇ ਉਹਨਾਂ ਨੂੰ, ਆਹੀ ਗੱਲ ਹੈ। ਸਜ਼ਾ ਤਾਂ ਮਿਲੂਗੀ, ਜ਼ਰੂਰ ਮਿਲੂਗੀ। ਜੀ ਆ ਬੱਚਾ ਕੁਝ ਕਹਿਣਾ ਚਾਹੁੰਦਾ, ਕੋਈ ਫੈਸਲਾ ਲੈਣ ਤੋਂ ਪਹਿਲਾਂ ਇਹਦੀ ਗੱਲ ਜ਼ਰੂਰ ਸੁਣ ਲਓ। ਬੋਲ ਪੁੱਤ। ਮਾਸਟਰ ਜੀ ਨੇ ਜਦੋਂ ਸਾਨੂੰ ਕੁੱਟਣਾ ਜਾਂ ਕੰਨ ਫੜਾਉਣੇ ਹੋਣ ਨਾ, ਇਹ ਆਪਣੇ ਸੱਜੇ ਹੱਥ ਦੀ ਚੀਚੀ ਦੇ ਨੌ ਨਾਲ ਅੱਖਰ ਰਗੜ ਕੇ ਗਲਤ ਅੱਖਰ ਲਿਖ ਦਿੰਦੇ ਨੇ। ਅਜੇ ਵੀ ਦੇਖ ਲਓ ਇਹਨਾਂ ਦੀ ਸੱਜੇ ਹੱਥ ਦੀ ਚੀਚੀ ਦਾ ਨੌ ਵਧਿਆ ਆਇਆ ਹੈ। ਬਕਵਾਸ ਕਰ ਰਹੇ। ਜਾ ਦੇਖ। ਹਾਂਜੀ ਸ਼ੇਰਾ ਬਾਹਰ ਵਧਿਆ ਹੋਇਆ ਜੀ। ਆ ਚਿੱਠੀ 'ਚ ਵੀ ਜੀ ਅੱਖਰ ਖੁਰਚ ਕੇ ਭੋਲੀ ਲਿਖਿਆ ਹੋਇਆ। ਦਰਅਸਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਮੇਰੀ ਨਾ ਸੱਜੇ ਹੱਥ ਦੀ ਚੀਚੀ ਬਹੁਤ ਬਦਤਮੀਜ਼ ਹੈ। ਇਹ ਤਾਂ ਜਦੋਂ ਜੀ ਕਰਦਾ ਕਿਤੇ ਨਾ ਕਿਤੇ ਕੁਝ ਖੁਰਚਣ ਲੱਗ ਪੈਂਦੀ ਹੈ ਤੇ ਮੈਨੂੰ ਫਿਰ ਉੱਤੇ ਕੁਝ ਨਾ ਕੁਝ ਲਿਖਣਾ ਪੈ ਜਾਂਦਾ। ਵੇਖੋ, ਮੈਂ ਪੂਰੀ ਪੰਚਾਇਤ ਕੋਲੋਂ ਆਪਣੀ ਇਹ ਚੀਚੀ ਦੀ ਤਰਫੋਂ ਮਾਫੀ ਮੰਗਦਾ ਜੀ। ਬਕਵਾਸ ਕਰ ਮਾਸਟਰ। ਜੇ ਭੁੱਲ ਕੇ ਵੀ ਇਸ ਬੇੜੀ 'ਚ ਪੈਰ ਪਾਏ ਨਾ, ਮੈਂ ਤੇਰੇ ਗਿੱਟੇ ਛਾਂਗ ਦੂੰਗੀ। ਨਹੀਂ ਵੇਖੋ ਜੀ, ਮੈਂ ਸਰਕਾਰੀ ਸਕੂਲ ਮਾਸਟਰ ਹਾਂ ਤੇ ਸਕੂਲ ਤੇ ਮੈਨੂੰ ਆਉਣਾ ਪੈਣਾ। ਮੈਂ ਟੈਲੀਫੋਨ ਤੇ ਥੋੜਾ ਬੱਚੇ ਪੜ੍ਹਾ ਸਕਣਾ। ਠੀਕ ਹੈ, ਸਕੂਲ 'ਚ ਹੀ ਆਈ, ਪਿੰਡ 'ਚ ਨਾ ਆਈ। ਵੇਖੋ, ਪੰਚਾਇਤ ਸਰਕਾਰੀ ਮਾਮਲਿਆਂ 'ਚ ਦਖਲ ਬਿਲਕੁਲ ਨਹੀਂ ਦੇ ਸਕਦੀ। ਸਕੂਲ ਤੇ ਮੈਂ ਆਵਾਂਗਾ ਜੀ। ਫਿਰ ਸਕੂਲ 'ਚ ਹੀ ਪੈਰ ਧਰੀ, ਪਿੰਡ 'ਚ ਪੈਰ ਨਾ ਧਰੀ। ਜੀ ਨਾ ਅੱਛਾ, ਇਹ ਫੈਸਲਾ ਫਿਰ ਮਤਲਬ ਅੱਜ ਤੋਂ ਲਾਗੂ ਹੋ ਗਿਆ ਜੀ? ਅੱਜ ਤੋਂ ਨਹੀਂ, ਹੁਣੇ ਤੋਂ। ਆ ਬਸ, ਹਾਂਜੀ ਹਾਂਜੀ, ਮੈਂ ਚੱਲਾਂ। ਮੇਰਾ ਮੋਟਰਸਾਈਕਲ ਤੇ ਮੈਂ ਚੱਲਿਆ ਜੀ। ਪਿੱਛੇ ਹੋ ਜਾਓ ਯਾਰ, ਵੀ ਰਾਸ ਨਹੀਂ ਖੜੇ ਹੋਈ ਦਾ। ਹਾਂ ਖੈਰ, ਫੈਸਲਾ ਬਹੁਤ ਵਧੀਆ ਕੀਤਾ। ਸਾਰੇ ਪਿੰਡ ਵਾਲੇ ਸੁਣ ਲਓ, ਇਹ ਬੰਦਾ ਪਿੰਡ ਦੀ ਜੂਝ ਨਹੀਂ ਪਾਉਣਾ ਚਾਹੀਦਾ। ਹਾਂਜੀ, ਅਸੂਲ ਤੇ ਫਿਰ ਅਸੂਲ ਹੀ ਹੁੰਦੇ ਆ ਨਾ। ਮਾਸਟਰ ਜੀ, ਲੰਘੋ। ਉਹ ਤੂੰ ਹੀ ਆ ਜਾ ਭਰਾਵਾ। ਇੱਥੋਂ ਤਰਖੇੜੀ ਪਿੰਡ ਦੀ ਜੂਹ ਸ਼ੁਰੂ ਹੁੰਦੀ ਹੈ, ਕਿਤੇ ਉੱਥੇ ਜਾ ਕੇ ਮੇਰਾ ਪੈਰ ਲੱਗ ਗਿਆ ਤੇ ਹੋਰ ਨਾ ਕਿਤੇ ਗਾਟਾ ਹੀ ਲਾ ਦੇਣ ਮਾਸਟਰ ਹੋਣਾ ਦਾ। ਪਿੱਛੇ ਹੋ ਜਾ। ਆ ਜਾ ਆ ਜਾ ਆ ਜਾ। ਚਲੋ।
ਆਦੀ ਹੋ ਗਈ ਯਾਰ ਵੈਸੇ ਕਿੱਥੇ ਪਿੰਡ ਵਾਲੇ ਤੇ ਮੈਂ ਨਹੀਂ ਪੈਰ ਲੱਗਣ ਦਿੰਦਾ ਹੁੰਦਾ ਤੇ ਕਿੱਥੇ ਪਿੰਡ ਵਾਲੇ ਮੇਰੇ ਪੈਰ ਚਕਾ ਛੜੇ। ਪਰ ਮਾਸਟਰ ਜੀ 500 ਰੁਪਇਆ ਥੋੜਾ ਨਹੀਂ। ਮੈਂ ਤੇਰੇ ਕੰਨਾਂ ਤੇ ਛੱਡਣੀ ਆ ਤੇਰੇ ਤੈਨੂੰ ਦੱਸਾਂ। ਹਾਂ ਤੇਰੇ ਵਰਗੇ ਨੂੰ ਤੇ ਮੈਂ ਮੋਟਰਸਾਈਕਲ ਧੋਣ ਨੂੰ ਨਾ ਦਾ ਤੈਨੂੰ ਚਲਾਉਣ ਨੂੰ ਦੇਤਾ ਮੈਂ। ਹਾਂ ਕੰਮ ਹੀ ਕੀ ਹੈ ਤੇਰਾ? ਬਸ ਇਹੋ ਹੀ ਨਾ ਵੀ ਮੇਰੇ ਪੈਰ ਨਹੀਂ ਪੁੰਜੇ ਲੱਗਣ ਦੇਣੇ। ਉਹ ਪਰ ਸਕੂਲ ਕੌਣ ਖੋਲੂਗਾ? ਛਾਪਾ ਪੈ ਗਿਆ ਨਾ, ਮੇਰੀ ਨੌਕਰੀ ਗਈ। ਕਿਤੇ ਨਹੀਂ ਜਾਂਦੀ ਨੌਕਰੀ ਤੇਰੀ। ਡੀਓ ਘਰ ਸਵੇਰੇ 3 ਕਿਲੋ ਦੁੱਧ ਪਾ ਕੇ ਆਉਣਾ ਮੈਂ ਤੋਕੜ ਮਹੀਂ ਦਾ, ਉਹ ਵੀ ਮੁਫਤ। ਠੀਕ ਹੈ ਮਾਸਟਰ ਜੀ, ਤੇ ਕਿਲੋ ਕੁ ਦੁੱਧ ਮੇਰਾ ਵੀ ਪਾ ਦਿਓ। ਚੱਲ ਅਸੀਂ ਕਿਲੋ ਪਾਣੀ ਹੋਰ ਪਾ ਛੜਿਆ ਕਰਾਂਗੇ ਇਹਦੇ ਚ, ਉਹ ਕਿਲੋ ਤੇਰਾ। ਪੱਕਾ ਮਾਸਟਰ ਜੀ? ਬਿੱਟੂ ਦਾ ਫੈਸਲਾ ਮੈਂ ਕਰਾਇਆ, ਜ਼ਿੰਮੇਵਾਰੀ ਲੈਣੀ ਪੈਂਦੀ ਹੈ ਯਾਰ, ਫਿਰ ਵੀ ਮੋਤਬਰ ਬੰਦਾ। ਕੀ ਹਾਲ ਆ ਲਾਲਾ? ਵਧੀਆ। ਮਾਸਟਰ ਕਿਉਂ ਔਖਾ ਹੋ ਜਾਣਾ? ਥੱਲੇ ਪੈਰ ਲਾ ਲਾ। ਗੰਡਾਸਾ ਭਾਂ ਗਿੱਟੇ ਦੇ ਪਰ ਜਾਊ ਦੌਲਤਾ। ਔਰ ਤੂੰ ਦੋਨੋਂ ਗਿੱਟੇ ਜੋੜ ਕੇ ਮਾਰੀ, ਇਹ ਤਾਂ ਜਾਊਗਾ ਗਜਾਂ ਨੂੰ ਚੀਰਦਾ। ਉਹ ਹੀਰਿਆ ਉਹ ਲਾਂਤਾ ਤੇਰੇ, ਤੂੰ ਵੀ ਪਿੰਡ ਵਾਲਿਆਂ ਨਾਲ ਰਲ ਗਿਆ। ਮਾਸਟਰ ਜੀ ਯਾਰੀ ਆਪਣੀ ਜਗ੍ਹਾ, ਪਿੰਡ ਦੀ ਜ਼ਿੰਮੇਵਾਰੀ ਆਪਣੀ ਜਗ੍ਹਾ। ਹੀਰਾ ਸਿੰਘ ਤਾਂ ਪਿੰਡ ਦੇ ਨਾਲ। ਕੋਈ ਨਾ, ਸਾਨੂੰ ਵੀ ਲੋੜ ਨਹੀਂ ਪੈਰ ਥੱਲੇ ਲਾਉਣ ਦੀ, ਅਸੀਂ ਡਰਾਈਵਰ ਰੱਖ ਲਿਆ। ਉਹ ਮਾਸਟਰਾ ਤੇਰੇ ਦੁੱਧ ਚ ਅੱਜਕੱਲ ਫੈਟ ਬਹੁਤ ਘੱਟ ਆਉਂਦੀ ਹੈ। ਦੌਲਤ ਰਾਮਾ ਤੇਰੇ ਚ ਫੈਟ ਬੜੀ, ਵਿੱਚ ਬਹਿ ਜਾ ਕਰ ਦੁੱਧ ਦੇ। ਉਹ ਮਾਸਟਰ ਜੀ ਆ ਲਓ ਗਏ। ਮਾਸਟਰ ਜੀ ਉਤਰੋ। ਨਿਊਰੀਆ ਮਾਸਟਰ ਜੀ ਇਹ ਬਾਂਦਰ ਜੇ ਮੇਰੇ ਵੱਲ ਵੇਖ ਕੇ ਸੰਦੇ ਕਿ ਤੁਹਾਡੇ ਵੱਲ? ਪਤਾ ਨਹੀਂ ਯਾਰ, ਕੁੜੀ ਸੌਰੀ ਗਈ ਤੇ ਗਈ, ਇੱਜ਼ਤ ਵੀ ਗਈ। ਓਏ ਉਹ ਤੂੰ ਆ ਖੁੱਤੀ ਤੂੰ ਪੱਟੀ ਆ? ਤੂੰ ਪੱਟੀ ਆ? ਹੀਰਿਆ ਮੈਂ ਸੁਣਿਆ ਸੋਮਵਾਰ ਨੂੰ ਜੱਲਾ ਆ ਰਿਹਾ। ਆਹੋ ਸੋਮਵਾਰ ਛੁੱਟੀ ਮਿਲਣੀ ਆ ਉਹਨੂੰ, ਤਾਂ ਹੀ ਤਾਂ ਸਾਰੇ ਪਿੰਡ ਦੇ ਸਾਹ ਸੁੱਕੇ ਪਏ ਆ ਦੌਲਤਾ। ਮਹਾਰਾਜ ਮਿਹਰ ਕਰੇ ਐਤਕੀ ਜੈਲੇ ਦੀ ਛੁੱਟੀ ਸੁੱਕੀ ਚਾਂਦੀ ਬੀਤ ਜੇ। ਜੈਲਾ ਹੈ ਸੂਰ ਦਾ ਹਾਡੀ, ਗਾਲ ਕੱਢ ਕੇ ਗੱਲ ਸ਼ੁਰੂ ਕਰਦਾ ਤੇ ਗੋਲੀ ਮਾਰ ਕੇ ਮੁਕਾਉਂਦਾ। ਆਹੋ ਕੱਲੀ ਸਰਪੰਚਣੀ ਦੀ ਜੇ ਮੰਨਦਾ, ਦੌਲਤਾ ਕਿਸੇ ਤੋਂ ਨਹੀਂ ਡਰਦਾ ਪਿੰਡ। ਐਵੇਂ ਨਹੀਂ ਜੈਲੇ ਦੇ ਨਾਂ ਤੋਂ ਲੋਕ ਥਰ ਥਰ ਕੰਬਦੇ। Alcohol consumption is injurious to health. शराब पीना सेहत ਲਈ हानिकारक है। ਚਾਚੀ ਘਰੇ ਹੀ ਆ? ਆ ਜਾ ਜੈਲਿਆ, ਅੰਦਰ ਹੀ ਆ। ਮੈਂ ਕਿਹਾ ਚਾਚੀ ਨੂੰ ਮਿਲ ਆਈਏ। ਆ ਜਾ ਆ ਜਾ। ਚਾਚੀ ਮੱਥਾ ਟੇਕਦਾ। ਜਿਉਂਦਾ ਰਹਿ ਭਾਈ। ਮੱਥਾ ਟੇਕਦਾ ਪੁੱਤ, ਅੰਦਰ ਜਾ। ਨਾ ਕੁੜੀਏ, ਮੇਰੇ ਤੋਂ ਡਰਨ ਦੀ ਲੋੜ ਨਹੀਂ। ਤੂੰ ਮੇਰੀ ਧੀ ਤੇ ਮੈਂ ਤੇਰਾ ਭਾਈ, ਬਾਕੀ ਸਾਰੇ ਪਿੰਡ ਦਾ ਜਵਾਈ। ਓਏ ਮੁੰਡਿਓ। ਹਾਂ ਭਾਈ। ਇਹ ਆਪਣੀ ਭੈਣ ਹੈ। ਠੀਕ ਹੈ ਭਾਈ। ਬਹਿ ਜਾ ਪੁੱਤ। ਬੇ ਜੈਲਿਆ, ਹਾਂ ਤੇਰੀ ਸਜ਼ਾ ਪੂਰੀ ਹੋ ਗਈ? ਨਾ ਚਾਚੀ 3-4 ਸਾਲ ਰਹਿੰਦੇ ਨੇ। ਅੱਛਾ। ਇਹ ਤਾਂ 15 ਦਿਨ ਦੀ ਛੁੱਟੀ ਤੇ ਆਇਆ। ਅੱਛਾ। ਕੋਈ ਬੰਦਾ ਮਾਰਨਾ ਤਾਂ ਦੱਸ। ਬੇ ਫਟੇ ਮੂੰਹ ਤੇਰੇ, ਮੈਂ ਫਿਰ ਤੈਨੂੰ ਬੰਦਾ ਬਣਾਉਣ ਨੂੰ, ਤੂੰ ਬੰਦੇ ਮਾਰਨ ਦੀ ਗੱਲ ਕਰਦਾ ਹੈ। ਨਹੀਂ ਮਿੰਦੋ, ਚੱਲ 80 ਲੈ ਕੇ ਆ ਭਾਈ। ਅਭੀ ਜੀ ਬਰਫ ਪਾ ਲਈ।
ਬੇ ਤੈਨੂੰ ਉੱਥੇ ਲੱਸੀ ਤਾਂ ਨਹੀਂ ਮਿਲਦੀ? ਕੀ ਗੱਲ ਕਰਦੀ ਐ ਚਾਚੀ? ਤੂੰ ਮੇਰੇ ਨਾਲ ਜੇਲ੍ਹ 'ਚ 1 ਮਹੀਨਾ ਰਹਿ ਕੇ ਤਾਂ ਦੇਖ ਕਿਵੇਂ ਸੇਵਾ ਹੁੰਦੀ ਐ ਮਾਂ ਪੁੱਤ ਦੀ। ਤੂੰ ਮੈਨੂੰ ਐਸ ਉਮਰ 'ਚ ਜੇਲ੍ਹ ਦਿਖਾਏਗਾ? ਵੇ ਤੇਰਾ ਮੂੰਹ ਨਹੀਂ ਬੋਲਦਾ ਤੇ ਸਿਰ ਵੀ ਬੋਲਦਾ ਹੈ। ਚਾਚੀ ਇਹ ਤਾਂ ਇੱਥੇ ਆ ਕੇ ਤੇਰੇ ਨਾਲ ਹੱਸ ਖੇਡ ਲਈਦਾ, ਨਹੀਂ ਤਾਂ ਮੈਂ ਸਾਰੇ ਪਿੰਡ ਦੀਆਂ ਕੂਕਾਂ ਕਢਾ ਦਿੰਨਾ। ਹੈ ਚਾਚੇ ਵੀਰੇ, ਸਵੀਟੀ ਤੁਹਾਡੇ 4 ਭਰਾਵਾਂ ਦੀ ਕੱਲੀ ਭੈਣ ਹੈ, ਮੇਰੇ ਤੋਂ 5 ਸਾਲ ਵੱਡੀ। ਤੁਸੀਂ ਉਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹੈ ਕਮਲੀ ਕਹਿੰਦੀ ਸੋਚਦੇ ਨਹੀਂ। ਅਜੇ ਕੱਲ 15 ਕਿਲੋ ਬੱਕਰੇ ਦਾ ਅਚਾਰ ਪਾਇਆ, ਐਡਾ ਮਰਤਬਾਨ ਭਰ ਕੇ। ਕਿਉਂ ਚਾਚੀ ਜਿੰਨਾ ਮਰਜ਼ੀ ਖਾ ਲੈ। ਵੇ ਅਕਲ ਨੂੰ ਹੱਥ ਮਾਰ ਕੋੜੀਆ, ਉਹ ਸਵੀਟੀ ਦੇ ਵਿਆਹ ਦੀ ਗੱਲ ਕਰਦੀ ਐ, ਉਹਦਾ ਫਿਕਰ ਕਰੋ ਹੁਣ। ਕਦਾ ਫਿਕਰ ਚਾਚੀ, ਜਦੋਂ ਚੇਲੇ ਬਾਈ ਨੇ ਭਰ ਕੇ 12 ਬੋਰ ਲਾਈ ਕਿਸੇ ਦੀ ਬੁੜਬੜੀ ਨਾਲ, ਲੋਕ ਤਾਂ ਕਦਾ ਉੱਤੋਂ ਦੀ ਲਾੜੇ ਸਿਰ ਚੜ ਜਾਣਗੇ। ਲੈ ਆਥਨ ਤਾਂ ਮੈਂ ਕਰਾ ਦੋ ਸਵੀਟੀ ਦੇ 15 ਵਿਆਹ। 15 ਵਿਆਹ ਦਾ ਲੱਗਦੇ ਆ ਬੇ। 15ਵਾਂ ਵਿਆਹ ਕਰਾਉਣ ਵਾਸਤੇ ਕੁੜੀ ਨੂੰ 14 ਵਾਰੀ ਰੰਡੀ ਹੋਣਾ ਪਊਗਾ। ਧਮਕੀ ਜਾਂਦਾ ਹੈ ਬਿਊਟੀ। ਹਾਂਜੀ ਬਾਹਰ ਗਲੀ 'ਚ ਦੇਖ ਕੇ ਆ ਕਿਤੇ ਕੋਈ ਕੁੱਤਾ ਤਾਂ ਨਹੀਂ ਭੌਂਕਦਾ? ਵੇ ਭਾਈ ਤੁਸੀਂ ਤਾਂ ਮੇਰਾ ਜੀ ਕਾਲਾ ਪਾਤਾ, ਉੱਤੋਂ ਆ ਬਿਜਲੀ ਦਾ ਛਾਪਾ। ਬਿਜਲੀ? ਚਾਚੀ ਬਿਜਲੀ ਹੁਣੇ ਲੈ। ਚਲੋ ਮੁੰਡਿਓ ਪਹਿਲਾਂ ਬਿਜਲੀ ਵਾਲੇ ਨੂੰ ਸੋਧ ਕੇ ਆਈਏ। ਚਲੋ ਲੈ ਦੱਸ। ਆਉਣਾ ਚਾਚੀ ਫੇਰ ਮੈਂ। ਓਏ ਮੁੰਡਿਆ, ਹਾਂਜੀ ਲੱਸੀ ਲਿਆ ਚਾਲੇ ਬਾਈ ਵਾਸਤੇ। ਹੁਣੇ ਲੈ ਜੀ। ਓਏ ਬਰਫ਼ ਪਾ ਲਈ। ਹਾਂ ਸਤਿ ਸ਼੍ਰੀ ਅਕਾਲ ਬਾਈ ਜਲੇ। ਓ ਹੀਰਿਆ ਤੂੰ ਹਲੇ ਜਿਉਂਦਾ? ਉਹ ਮੈਨੂੰ ਪਾਪੀ ਨੂੰ ਕਿੱਥੇ ਮੌਤ ਆਉਂਦੀ ਹੈ। ਮੈਂ ਤਾਂ ਜਦੋਂ ਮਰਿਆ 4 ਕੰਜਰਾਂ ਨੂੰ ਨਾਲ ਲੈ ਕੇ ਮਰੂ। 1 2 3। ਕਿਹਦੇ ਬਾਰੇ ਗੱਲ ਕਰਦਾ? ਨਾ ਮੈਂ ਤਾਂ ਕੁਦਰਤੀ ਗਿਣਤੀ ਕੀਤੀ ਸੀ, ਸਹਿ ਸੁਭਾਅ ਤੁਹਾਡੇ ਨਾਲ ਮਿਲ ਗਈ ਤੇ ਮੈਂ ਸਹਿਜ ਸੁਭਾਅ ਬੰਦਾ ਮਾਰ ਦੇਣਾ ਹੁੰਨਾ। ਡਰ ਗਿਆ। ਚੱਲ ਉੱਠ ਬਹਿ ਜਾ ਉੱਥੇ। ਜਈ ਲੱਖ ਦੀ ਕਰ। ਹਾਂ ਜਰਨੈਲ ਸਿਆ 90 ਵਾਲੀ 3 ਨੰਬਰ ਬੈਰਕ ਕਿੰਨੀ ਲਾਟੇ ਵਾਲੀ ਆ ਬਈ। ਧਰਮ ਨਾਲ ਹਵਾ ਹਰੀ ਬਹੁਤ ਆ ਦੌਲਤਾ। ਇਹ ਕਿਦਾਂ ਗੱਲਾਂ ਮਾਰਦਾ? ਤੂੰ ਗਿਆ ਕਦੀ ਨਾਭੇ ਵਾਲੀ ਜੇਲ੍ਹ 'ਚ? ਇਹ ਸਵਾਜ ਆ ਨਾਭੇ ਵਾਲੀ ਜੇਲ੍ਹ 'ਚ। ਜੇ ਪਿੰਡ 'ਚ ਕੋਈ ਗੱਲਬਾਤ ਹੋ ਜਵੇ ਇੱਥੇ ਛਿੱਤਰ ਖਾ ਕੇ ਸਰ ਜਾਂਦਾ ਇਹਦਾ। ਸੁਣ ਲਿਆ? ਲੱਸੀ ਆਏ ਨਹੀਂ ਹਲੇ। ਗੱਲ ਬਦਲ ਗਿਆ। ਉਹ ਤੁਹਾਨੂੰ ਕਿੰਨੀ ਵਾਰੀ ਕਿਹਾ ਸੀ ਡਰਮ ਨੂੰ? ਕੌਣ ਹੈ? ਆ ਡਰਮ ਤਾਂ ਏਦਾਂ ਹੀ ਰੁਲਦਾ ਫਿਰਦਾ ਸੀ। ਸਤਿ ਸ਼੍ਰੀ ਅਕਾਲ ਬਾਈ। ਤੂੰ ਕੌਣ ਆ ਓਏ? ਮੈਂ ਰੋਕੀ। ਆ ਤੇਰੇ ਬਾਲਾਂ ਨੂੰ ਕੀ ਹੋਇਆ? ਸੁੰਡੀ ਸਾਂਡੀ ਲੱਗ ਗਈ? ਨਹੀਂ ਭਾਜੀ, ਉਹ ਪੂਰੇ ਕਰਾਏ ਸੀ ਸ਼ਹਿਰੋਂ। ਚਲੋ ਉੱਥੇ ਖੜਾ ਹੋ ਜਾ। ਹਾਂਜੀ ਮੈਂ ਸੋਚ ਹੀ ਰਿਹਾ ਸੀਗਾ ਜੀ। ਜੱਲੇ ਬਾਈ ਚੱਲ ਛੇਤੀ ਘਰ ਚਲੀਏ। ਓਏ ਸਾਹ ਤਾਂ ਲੈ ਲੈ, ਕੀ ਹੋਇਆ? ਥੋੜੀ ਸਵੀਟੀ ਨੇ ਨਾ ਜ਼ਹਿਰ ਦੀ ਗੋਲੀ ਖਾ ਲਈ ਬਾਈ। ਥੋੜੀ ਸਵੀਟੀ ਨੇ ਜ਼ਹਿਰ ਦੀ ਗੋਲੀ ਖਾ ਲਈ ਬਾਈ। ਜ਼ਹਿਰ? ਸਵੀਟੀ ਓਏ ਚੁੱਪ ਕਰੋ, ਹਾਲੇ ਮਰੀ ਨਹੀਂ ਹੋ। ਕਿੰਨੀਆਂ ਗੋਲੀਆਂ ਖਾਧੀਆਂ? ਮੇਰੇ ਖਿਆਲ ਇੱਕ ਖਾਦੀ ਹੈ ਜੀ। ਚੂਸ ਕੇ ਜਾਂ ਚਿੱਥ ਕੇ? ਖਾਣ ਵਾਲੀ ਚੀਜ਼ ਸੀ ਬਾਈ, ਉਹ ਤੋਂ ਰਿਆ ਨਹੀਂ ਗਿਆ। ਬੱਕਰੇ ਦੇ 4 ਚ ਪਾ ਕੇ ਖਾ ਗਈ। ਚੱਲ ਚਲੀਏ। ਖੜਾ ਹੋਏ। ਜੀ ਅੱਜ ਤੋਂ ਬਾਅਦ ਬਿਜਲੀ ਗਈ ਨਾ ਫਿਰ ਤੇਰੇ ਤੇ ਬਿਜਲੀ ਡਿੱਗੂਗੀ। ਸੁਖੀ ਸਾਈਡ। ਉਠੋ ਡਾਕਟਰਾ। ਮੇਰੀ ਭੈਣ ਸਵੀਟੀ। ਭਾਜੀ ਜ਼ਹਿਰ ਦੀ ਮਾਤਰਾ ਬਹੁਤ ਜ਼ਿਆਦੀ ਸੀ, ਮਸਾ ਬਚਾਈ ਹੈ ਮੈਂ। ਡਾਕਟਰ ਸਾਹਿਬ ਮੇਰੇ ਭਾਵੇਂ ਕੱਲੇ ਸਾਹ ਲੈ ਲਓ ਪਰ ਮੇਰੀ ਭੈਣ ਨੂੰ ਬਚਾ ਲਓ ਓਏ। ਉਹ ਤੇਰੇ ਸਾਰੇ ਸਾਹ ਨਾ ਸਾਡੇ 3 ਮਿੰਟ ਨਹੀਂ ਕੱਢਣੇ ਉਹਨੇ। ਮਾਰਦਾ ਗੱਲਾਂ। ਮੌਂਟੀ ਚੁੱਪ ਕਰ। ਸਵੀਟੀ ਤੂੰ ਇਹ ਦੱਸ, 4 ਭਰਾਵਾਂ ਦੇ ਹੁੰਦਿਆਂ ਤੂੰ ਜ਼ਹਿਰ ਕਿਉਂ ਖਾਧੀ? ਹੁਣ ਇਸ਼ਾਰੇ ਦੇ ਕੀ ਕਰੀ ਜਾਨੀ ਆ? ਉਹ ਵੀ ਕੁਛ ਮੁੱਟਾ। ਜ਼ਹਿਰ ਦੀ ਕੜਵਾਹਟ ਨਾਲ ਇਹਦੀ ਜੀਭ ਪਲਟ ਗਈ, ਹੁਣੇ ਬੋਲ ਨਹੀਂ ਸਕਦੀ। ਪਰ ਡਾਕਟਰ ਸਾਹਿਬ ਇਹ ਪਤਾ ਕਿਵੇਂ ਚੱਲੇ ਕਿ ਇਹਨੇ ਜ਼ਹਿਰ ਕਿਉਂ ਖਾਧੀ? ਸਵੀਟੀ ਬੇਟਾ ਲਿਖ ਕੇ ਦੱਸ ਦੇ। ਲਿਖ ਕੇ ਨੇ ਸਵਾਲ ਦੱਸਣਾ। ਸਾਰੀ ਉਮਰ ਸਕੂਲ ਦਾ ਮੋਰ ਨਹੀਂ ਦੇਖਿਆ। ਚੱਲ ਬੇਟਾ
ਇਸ਼ਾਰਿਆਂ ਨਾਲ ਹੀ ਦੱਸ ਦੇ। ਓਹੋ ਕੀ ਹੋ ਗਿਆ ਸਵੀਟੀ ਤੈਨੂੰ? ਤੈਨੂੰ ਪਤਾ ਅੱਜ ਵੀ ਹੋ ਗਈ ਇਹਦਾ ਦਿਲ ਕੱਚਾ ਹੁੰਦਾ। ਭਾਜੀ ਇਹ ਦਿਲ ਦੁਲ ਦੀਆਂ ਗੱਲਾਂ ਕਰ ਰਹੀ ਹੈ। ਅੱਛਾ ਜੀ, ਭੈਣ ਸਾਡੀ ਹੈ ਤੇ ਇਸ਼ਾਰੇ ਤੈਨੂੰ ਸਮਝ ਆਉਣਗੇ। ਸੁਖੀ ਬੇਟਾ ਜ਼ਰਾ ਬਾਹਰ ਆ, ਤੇਰੇ ਨਾਲ ਗੱਲ ਕਰਨੀ ਹੈ। ਮੈਂ ਤੈਨੂੰ ਇੱਕ ਗੱਲ ਪੁੱਛਣੀ ਹੈ। ਹਾਂਜੀ। ਸੱਚੋ ਸੱਚ ਦੱਸੀ। ਸਵੀਟੀ ਤੇਰੀ ਪੱਕੀ ਸਹੇਲੀ ਹੈ, ਕੁਛ ਤਾਂ ਤੈਨੂੰ ਉਹਨੇ ਦੱਸਿਆ ਹੀ ਹੋਣਾ। ਵੀਰ ਜੀ ਉਹਨੇ ਨਾ ਕਿਸੇ ਮੁੰਡੇ ਪਿੱਛੇ ਜ਼ਹਿਰ ਖਾਧੀ ਆ, ਕਹਿੰਦੀ ਮੇਰਾ ਰਾਂਝਾ ਮੈਨੂੰ ਛੱਡ ਗਿਆ, ਮੇਰਾ ਰਾਂਝਾ ਮੈਨੂੰ ਛੱਡ ਗਿਆ। ਉਹਦਾ ਵੀ ਕੋਈ ਰਾਂਝਾ ਸੀ ਤੇ ਮੈਂ ਇਸ ਕਬਰ ਤੋਂ ਬਚਾ ਸੀ। ਤੂੰ ਮੈਨੂੰ ਇੱਕ ਵਾਰੀ ਉਹਦਾ ਨਾਂ ਦੱਸ ਦੇ, ਮੈਂ ਟੱਕਰੇ ਕਰ ਦੂੰ ਟੱਕਰੇ। ਮੁੰਡਿਓ ਜ਼ਮੀਨ ਅਸਮਾਨ ਫੋਲ ਦਿਓ ਓਏ, ਉਸ ਬੰਦੇ ਨੂੰ ਲੱਭੋ ਜਿਹਨੇ ਮੇਰੀ ਭੈਣ ਨੂੰ ਖੁਆਰ ਕੀਤਾ ਓਏ। ਸਾਰਾ ਘਰ ਟੋਲੋ, ਪੂਰਾ ਘਰ ਫਰੋਲ ਦਿਓ। ਕੋਈ ਚਿੱਠੀ ਪੱਤਰ ਰੁਮਾਲ ਅੰਗੂਠੀ ਜਿੱਤੇ ਕਿਸੇ ਮੁੰਡੇ ਦਾ ਨਾਮ ਲਿਖਿਆ ਹੋਵੇ ਲੱਭ ਕੇ ਲਿਆਓ। ਜਾਓ। ਇਹ ਕਿੱਥੋਂ ਮਿਲਿਆ ਭਾਈ ਤੈਨੂੰ? ਆਪਣੇ ਪਰਲੇ ਕਮਰੇ ਚੋਂ। ਕੀ ਬਾਤ ਹੈ, ਕਿੰਨੇ ਸਾਲਾਂ ਤੋਂ ਲੱਭ ਰਿਹਾ ਸੀ ਇਹਨੂੰ। ਮੇਰੇ ਪਿਆਰ ਦੀ ਨਿਸ਼ਾਨੀ ਕਸ਼ਮੀਰੋਂ ਨੇ ਦਿੱਤਾ ਸੀ ਮੈਨੂੰ। ਸੁਖੀ ਦੀ ਭੂਆ ਕਸ਼ਮੀਰੋਂ ਸੀ ਯਾਰ। ਹੁਣ ਮੇਰੇ ਵੱਲ ਕੀ ਝਾਕੀ ਜਾਣਾ? ਅੰਦਰ ਜਾ ਕੇ ਲੱਭ। ਉਹ ਜਾ ਹੁਣ। ਕੁਛ ਮਿਲਿਆ? ਨਹੀਂ ਮਿਲਿਆ। ਹੈ ਨਹੀਂ ਮਿਲਿਆ ਜੀ। ਤੈਨੂੰ ਆ ਕੀ ਮੂੰਹ ਤੇ ਆਟਾ ਜਾ ਪਾ ਕੇ ਆ ਗਿਆ? ਤੂੰ ਸਬੂਤ ਲੱਭਣ ਗਿਆ ਸੀ ਕਿ ਸੰਨੀ ਕਰਨ ਗਿਆ ਸੀ? ਬੇਵਕੂਫ ਕਿਸੇ ਥਾਂ ਦੇ। ਮਾਰ ਮਾਰ ਥੱਪੜ ਤੁਹਾਡਾ ਮੂੰਹ ਛਾਂਗ ਦੇਣਾ ਮੈਂ। ਆਖਰ ਸਵੀਟੀ ਦੀ ਲਵ ਸਟੋਰੀ ਸੀ, ਕੋਈ ਸਬੂਤ ਤਾਂ ਹੋਊ। ਲੱਭੋ। ਜਾ ਹੁਣ, ਮੇਰਾ ਮੂੰਹ ਕੀ ਦੇਖਦਾ ਹੈ? ਓਏ ਤੂੰ ਕੋਈ ਵੀ ਆ ਓਏ, ਜੈਲਾ ਤੇਰੇ ਡੱਕਰੇ ਡੱਕਰੇ ਕਰੂਗਾ। ਲੱਭੋ। ਚੱਲ ਭਾਈ, ਚੱਲ ਭਾਈ। ਹਾਂ, ਆ ਕੈਮਰਾ ਮਿਲਿਆ ਜਿਹੜਾ ਇੰਗਲੈਂਡ ਵਾਲੀ ਭੂਆ ਨੇ ਭੇਜੀ। ਇਹਦੇ ਚ ਵੀ ਕੋਈ ਸਬੂਤ ਨਿਕਲੂਗਾ। ਬਿਲਕੁਲ ਅਕਲ ਨਹੀਂ ਹੈ ਇਹਨੂੰ। ਦੇਖ ਲੈ, ਦੇਖ। ਉਹ ਤੂੰ ਖਾ ਲੈ ਰਸਗੁੱਲੇ। ਜਿਹਦਾ ਯਾਰ ਜਸਪਾਲ ਪਟਵਾਰੀ ਹੋਵੇ ਨਾ, ਉਹਨੂੰ ਡਰਨ ਦੀ ਲੋੜ ਨਹੀਂ। ਇਹ ਜਸਪਾਲ ਪਟਵਾਰੀ ਕੌਣ ਹੈ? ਭਾਈ ਹਾਂ, ਇਹ ਤਾਂ ਉਹੀ ਆ ਜਿਹੜਾ ਆਪਣੇ ਪਿੰਡ ਪਟਵਾਰੀ ਲੱਗਿਆ। ਨੌਟੀ ਮੌਂਟੀ ਬਿਊਟੀ। ਇੱਕ ਗੱਲ ਯਾਦ ਰੱਖਣਾ, ਤੁਹਾਡੇ ਸਾਰਿਆਂ ਚੋਂ ਕੋਈ ਵੀ ਉਹਦੇ ਤੇ ਹੱਥ ਨਹੀਂ ਚੁੱਕੇਗਾ। ਉਹਦੀ ਗਰਦਨ ਮੈਂ ਆਪਣੇ ਹੱਥਾਂ ਨਾਲ ਵੱਢੂਗਾ ਓਏ। ਭਾਈ ਜੀ ਕੀ ਗੱਲ ਕਰੀ ਜਾਂਦੇ ਹੋ? ਮੈਂ ਤਾਂ ਡੋਲੇ ਫੜਕੀ ਜਾਂਦੇ ਨੇ। ਪਹਿਲਾਂ ਤੇਰੇ ਡੋਲੇ ਨਾਲ ਫੜਕਾ ਲਈਏ, ਉਹਨੂੰ ਬਾਅਦ ਚ ਦੇਖ ਲਾਂਗੇ। ਜਸਪਾਲ ਪਟਵਾਰੀ ਓਏ, ਜੈਲਾ ਆ ਰਿਹਾ ਹੈ। ਓਏ ਕਿੱਥੋਂ ਆ ਗਿਆ?
ਅੱਛਾ ਇਹ ਹੈ, ਤੂੰ ਚੱਲ ਅੰਦਰ ਓਏ। ਜੈਲੇ ਦੀ ਭੈਣ ਨਾਲ ਆਸ਼ਕੀ ਚੜਾ ਦੀਏ ਸਿਵਿਆਂ ਦਾ ਇੰਤਕਾਲ ਤੇਰੇ ਨਾਂ ਤੇ। ਬਾਈ ਜੀ ਤੁਸੀਂ ਵਿੱਚ ਨਾ ਆਓ, ਮੈਨੂੰ ਪਟਵਾਰੀ ਨਾਲ ਗੱਲ ਕਰਨ ਦਿਓ। ਪਟਵਾਰੀ ਜਸਪਾਲ ਮੈਂ ਆ। ਫਿਰ ਬਾਈ ਜੀ ਤੁਸੀਂ ਇੱਕ ਪਾਸੇ ਰਹੋ। ਜਸਪਾਲ ਜੀ ਕਦੇ ਮੇਰੀ ਭੈਣ ਨੂੰ ਰਸਗੁੱਲੇ ਖਵਾ ਕੇ, ਕਦੇ ਮੇਰੀ ਭੈਣ ਤੋਂ ਰਸਗੁੱਲੇ ਖਾ ਕੇ ਤੂੰ ਕੀ ਸੋਚਦਾ ਸੀ ਬਚ ਕੇ ਨਿਕਲ ਜਾਏਗਾ? ਨਾ ਮੁੰਨੋ ਨਾ। ਮੌਂਟੀ ਗਿਣਤੀ ਓਏ। 1 2 4 ਖਾਲੀ 1 2। ਅੱਛਾ ਤਾਂ ਹੀ ਨਹੀਂ ਤੈਨੂੰ ਮੇਰੇ ਬਣਾਏ ਲੱਡੂ ਚੰਗੇ ਲੱਗੇ। ਤੂੰ ਬਗਾਨੀਆਂ ਕੋਲੋਂ ਰਸਗੁੱਲੇ ਖਾਂਦਾ ਸੀ। ਮੌਂਟੀ ਦੱਸ ਕਦੋਂ ਆਊਗਾ ਓਏ? ਚੱਲੇ ਭਾਈ, ਮੈਨੂੰ ਪੰਜ ਤੋਂ ਆਉਂਦੀ ਹੋਣੀ ਮੇਰੇ ਯਾਰ। ਚੱਲੇ ਭਾਈ, ਮੌਤ ਦੀ ਸਜ਼ਾ ਇਹਦੇ ਵਾਸਤੇ ਬੜੀ ਛੋਟੀ ਹੈ, ਇਹਨੂੰ ਕੋਈ ਵੱਡੀ ਸਜ਼ਾ ਦੇ। ਮੈਂ ਕਹਿੰਦਾ ਇਹਦੇ ਮੱਥੇ 'ਚ ਗੋਲੀ ਮਾਰਨ ਨਾਲੋਂ ਨਾ ਆਪਣੀ ਭੈਣ ਦੀ ਡੋਲੀ ਮਾਰ ਇਹਦੇ ਮੱਥੇ 'ਚ। ਯਾਰ ਕੌਣ ਸਵੀਟੀ? ਮੈਂ ਨਹੀਂ ਕਿਸੇ ਸਵੀਟੀ ਨੂੰ ਜਾਣਦਾ। ਮੁੱਕਰਨਾ ਨਹੀਂ ਓਏ। ਮੁੱਕਰੇ ਉਹ ਜਿਹੜਾ ਝੂਠਾ ਹੋਵੇ। ਪਹਿਲਾਂ ਮੇਰਾ ਜੁਰਮ ਸਾਬਤ ਕਰੋ, ਉਹ ਵੀ ਕਿਸੇ ਮੋਤਬਰ ਬੰਦੇ ਸਾਹਮਣੇ। ਮੈਨੂੰ ਤੇਰੀਆਂ ਕਰਤੂਤਾਂ ਤੇ ਪਹਿਲੇ ਸ਼ੱਕ ਸੀ। ਮੈਨੂੰ ਭੋਲੀ ਕਾਦੀ ਕਹਿੰਦੀ ਸੀ ਕਿ ਪਟਵਾਰੀ ਹੁੰਦੇ ਹੀ ਉੜਦੇ ਭੌਰ ਨੇ। ਭੋਲੀ ਭੌਰ ਦੇ ਦੋਸਤ ਵੀ ਭੌਰ? ਉਹ ਭਮੱਕੜ। ਨਾਲੇ ਹਰਮਨ ਨਾ ਪੱਕੀ ਮਾਸਟਰ ਨਹੀਂ ਆ, ਕੋਈ ਕੱਚੀ ਸੇਵਾਦਾਰ ਨਹੀਂ ਜਿਹਨੂੰ ਮੂਰਖ ਬਣਾ ਦੋਗੇ। ਹਾਂ ਜੇ ਇਹ ਗੱਲ ਸੱਚ ਹੋਈ ਨਾ, ਮੈਂ ਤੇਰੇ ਤੋਂ ਵੀ ਵੱਡਾ ਚੰਨ ਚੜਾਉਂ। ਉਹ ਯਾਰ ਜੇ ਕੋਈ ਗੱਲ ਹੋਊ ਤਾਂ ਹੀ ਆ। ਦੇਖੋ ਓਏ, ਮੈਂ ਤੁਹਾਨੂੰ ਦੋਹਾਂ ਨੂੰ ਇੱਥੇ ਹੋਰ ਕੋਈ ਗੱਲ ਨਹੀਂ ਕਰਨ ਦੇਣੀ। ਹੁਣ ਸਾਰਾ ਫੈਸਲਾ ਹੋਊਗਾ ਸਰਪੰਚਣੀ ਦੇ ਸਾਹਮਣੇ। ਚਲੋ। ਦੇਖ ਕਾਕਾ, ਇਸ ਗੱਲ ਦਾ ਫੈਸਲਾ ਸਵੀਟੀ ਕਰੂਗੀ। ਜੇ ਤੂੰ ਗੁਨਾਹਗਾਰ ਨਿਕਲਿਆ ਤਾਂ ਤੈਨੂੰ ਇਹਦੇ ਨਾਲ ਵਿਆਹ ਕਰਾਉਣਾ ਪਊਗਾ। ਕਰਾ ਲੂੰਗਾ ਜੀ ਵਿਆਹ ਵੀ। ਉਹ ਕਹੇ ਤਾਂ ਸਹੀ, ਮੈਂ ਤਾਂ ਉਹਨੂੰ ਜਾਣਦਾ ਤੱਕ ਨਹੀਂ। ਤੁਸੀਂ ਬੁਲਾਓ ਉਹਨੂੰ, ਕਿੱਥੇ ਆ? ਸਬਰ ਰੱਖ, ਆਊਗੀ। ਤੇ ਤੁਸੀਂ ਸਾਰੇ ਜਾਣੇ ਪਹਿਲਾਂ ਉਹੀ ਸਜੀ ਬੈਠੇ ਹੋ ਫਿਰ? ਯਾਰ ਮੈਨੂੰ ਤਾਂ ਤੁਹਾਡੇ ਪਿੰਡ ਵਾਲਿਆਂ ਦੀ ਨਹੀਂ ਸਮਝ ਆਉਂਦੀ। ਬਾਦ ਹੀ ਪਏ ਹੋਏ ਹੋ ਇਹਦੇ। ਚੌਥੇ ਕੁ ਦਿਨ ਹੀ ਪੰਚਾਇਤ ਚਾੜ ਲੈਣਗੇ। ਕਿੱਥੇ ਆ ਸਵੀਟੀ ਭਾਈ? ਹੋ ਗਈ ਜੀ। ਓਏ ਹੋਏ 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 ਹੋਏ, ਉਹ ਰੱਬਾ ਇਹ ਜਿਹਾ ਇਲਜ਼ਾਮ ਮੇਰੇ ਸਿਰ ਤੇ ਕਿਉਂ ਨਹੀਂ ਪਾਉਂਦਾ? ਇਹ ਜਿਹਾ ਇਲਜ਼ਾਮ ਵੈਸੇ ਪੈਣਾ ਵੀ ਨਹੀਂ ਚਾਹੀਦਾ। ਠੀਕ ਹੈ ਕੁੜੀਏ, ਤੂੰ ਨਾ ਤੈਨੂੰ ਇਹ ਕਰਤੂਤ ਕਰਨ ਦੀ ਕੀ ਲੋੜ ਪਈ ਸੀ? ਦੇਖ ਤਾਂ ਸਹੀ, ਮਰ ਜਾਣੀ ਅੱਧੀ ਹੋਈ ਪਈ ਹੈ। ਜੇ ਅੱਧੀ ਆਪਾਂ ਤਾਂ ਫਿਰ ਪਊਏ ਹੋਏ। ਕਲੋਲਾਂ ਕਰਨੋਂ ਹਟਿਓ ਨਾ ਤੁਸੀਂ। ਫਿਕਰ ਕਾਹਦਾ ਕਰਦੀ ਆ ਚਾਚੇ? ਐਤਕੀ 2 ਬੱਕਰੇ ਪਟਾਗੇ 2 ਸਿਆਲ ਚ ਸਵੀਟੀ ਵਾਸਤੇ। ਓ ਹੋ ਵਾਹਿਗੁਰੂ ਵਾਹਿਗੁਰੂ। ਸਵੀਟੀ ਪੁੱਤ, ਤੈਨੂੰ ਕਿਸੇ ਦੇ ਦਬਾਅ ਥੱਲੇ ਆਉਣ ਦੀ ਲੋੜ ਨਹੀਂ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਬਸ ਤੂੰ ਹਾਂ ਜਾਂ ਨਾ 'ਚ ਇਸ਼ਾਰਾ ਕਰ ਦੇ ਵੀ ਇਸ ਮੁੰਡੇ ਪਿੱਛੇ ਜ਼ਾਰ ਖਾਦੀ ਸੀ ਤੂੰ। ਇਹੋ ਜਿਹਾ ਜਸਪਾਲ ਤੈਨੂੰ ਕਿੱਥੇ ਮਿਲਣਾ ਸਵੀਟੀ? ਉਹ ਜਸਪਾਲ ਤਾਂ ਐਵੇਂ ਵਿੰਗਾ ਟੇਡਾ ਜਿਹਾ ਸੀ। ਇਹੋ ਜਿਹੇ ਸੋਹਣੇ ਸੁਨੱਖੇ ਸਰਦਾਰ ਨੂੰ ਨਾ ਹੱਥੋਂ ਨਾ ਜਾਣ ਦੇਈਂ। ਸਵੀਟੀ ਪੁੱਤ,
ਹਾਂ ਜਾਂ ਨਾ 'ਚ ਇਸ਼ਾਰਾ ਕਰ। ਲੈ ਭਾਈ ਹੋ ਗਿਆ ਫੈਸਲਾ। ਉਹ ਮੈਂ ਤੈਨੂੰ ਜਾਣ ਤੱਕ ਨਹੀਂ, ਝੂਠ ਬੋਲਦੀ ਆ ਇਹ। ਅੱਛਾ ਜੀ, ਝੂਠ ਬੋਲਦੀ ਆ ਇਹ। ਉਹਦੇ ਤਾਂ ਹੋਟਲ 'ਚ ਇਹਦੇ ਮੂੰਹ 'ਚ ਰਸਗੁੱਲੇ ਠੂਸਦਾ ਸੀ ਤੇ ਅੱਜ ਕਹਿੰਦਾ ਮੈਂ ਜਾਣਦਾ ਨਹੀਂ ਇਹਨੂੰ। ਬਸ ਚਾਚੀ, ਰਹਿਣ ਦੇ ਵਿਆਹ ਨੂੰ, ਮੈਂ ਇੱਕ ਗੋਲੀ ਮਾਰ ਕੇ ਹੁਣੇ ਇਹਦਾ ਨਿਬੇੜਾ ਕਰ ਦਿੰਨਾ। ਬੇਅਕਲ ਨੂੰ ਹੱਥ ਮਾਰ ਮੁੰਡਿਆ, ਤੜਕੇ ਇਹਨਾਂ ਦੇ ਨੰਦ ਪੜਾਓ ਤੇ ਉਦੋਂ ਤੱਕ ਇਹ ਪਟਵਾਰੀ ਨੂੰ ਤੇ ਇਹਦੇ ਨਾਲ ਦੇ ਲੰਗੂਰ ਜੇ ਨੂੰ ਪਟਵਾਰ ਖਾਨੇ 'ਚ ਨਜ਼ਰਬੰਦ ਰੱਖੋ। ਇਸ ਪਿੰਡ 'ਚ ਨਾ ਕੋਈ ਆਵੇ ਨਾ ਕੋਈ ਜਾਵੇ। ਸਾਰੇ ਪਿੰਡ ਦਾ ਟੈਲੀਫੋਨ ਬੰਦ ਕਰ ਦਿਓ ਤਾਂ ਕਿ ਇਸ ਪਿੰਡ ਦਾ ਕੋਈ ਮਾਹੌਲ ਖਰਾਬ ਨਾ ਕਰੇ। ਤੇ 5-7 ਬੰਦੇ ਇਹਨਾਂ ਦੀ ਨਿਗਰਾਨੀ ਤੇ ਲਾ ਦਿਓ। ਹਰਮਨ, ਹਰਮਨ ਮੈਂ ਉਹ ਕੁੜੀ ਨੂੰ ਜਾਣਦਾ ਤੱਕ ਨਹੀਂ। ਮੈਨੂੰ ਇਹ ਨਹੀਂ ਸਮਝ ਆ ਰਹੀ ਮੇਰੇ ਤੇ ਝੂਠਾ ਇਲਜ਼ਾਮ ਕਿਉਂ ਲਾਇਆ ਜਾ ਰਿਹਾ। ਹੱਦ ਹੁੰਦੀ ਯਾਰ ਹਰਮਨ, ਮੈਨੂੰ ਗਲਤ ਫਸਾਇਆ ਜਾ ਰਿਹਾ। ਅੱਛਾ, ਗਲਤ ਫਸਾਇਆ ਜਾ ਰਿਹਾ। ਹੁਣ ਝੂਠੀਆਂ ਦਲੀਲਾਂ ਨਾ ਦੇ। ਸਾਰੇ ਪਿੰਡ ਸਾਹਮਣੇ ਤੇਰਾ ਕਸੂਰ ਸਾਬਤ ਹੋ ਚੁੱਕਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਲਾ ਪਟਵਾਰਖਾਨਾ ਕਿੱਥੇ ਹੈ ਜੀ? ਆਪਣੇ ਹਾਈ ਸਕੂਲ ਕੋਲ, ਮੰਦਿਰ ਕੋਲ ਜੀ। ਇੱਕ ਤਾਂ ਤੁਹਾਡੇ ਪਿੰਡ 'ਚ ਗਰਮੀ ਬਹੁਤ ਹੈ। ਗਰਮੀ ਦਾ ਟਾਈਮ ਹੈ ਜੀ ਹੁਣ। ਕਾਹਦਾ ਟਾਈਮ ਹੈ? ਮੈਨੂੰ ਲੱਗਦਾ ਸ਼ਿਮਲੇ ਤੋਂ ਆਇਆ ਹੈ। ਤਾਂ ਹੀ ਗਰਮੀ ਲੱਗਦੀ ਹੈ। ਇਹਨੂੰ ਸਾਫ ਸੂਫ ਤਾਂ ਕਰ ਲਿਆ ਕਰ, ਚੱਕੀ ਤਾਂ ਫਰੀ ਜਾਣਾ। ਕਮਾਲ ਹੈ, ਪਟਵਾਰਖਾਨੇ 'ਚ ਵੀ ਸਿਕਿਉਰਿਟੀ ਲੱਗੀ। ਕਿੱਧਰ? ਅੰਦਰ। ਪਟਵਾਰਖਾਨਾ ਬੰਦ ਆ ਅੱਜ। ਮੈਂ ਕਹਿੰਦਾ ਤੁਹਾਡੇ ਮਾੜੇ ਦਿਨ ਚੱਲਦੇ ਆ ਜਿਹੜੇ ਪਟਵਾਰੀਆਂ ਨੂੰ ਵੀ ਪਟਵਾਰਖਾਨੇ 'ਚ ਨਹੀਂ ਜਾਣ ਦਿੰਦੇ। ਤੈਨੂੰ ਕਿਹਾ ਨਾ ਪਟਵਾਰਖਾਨਾ ਬੰਦ ਆ, ਪਟਵਾਰੀ ਛੁੱਟੀ ਦੀ ਹੈ। ਛੁੱਟੀ ਤੇ ਸੀ, ਆ ਗਿਆ ਹੁਣ। ਉੱਥੇ ਦੇਖੀ ਆਪਣੇ ਪਟਵਾਰੀ ਵਾਲੇ। ਜਾ ਚਲਾ ਜਾ ਤੂੰ। ਜਸਪਾਲ, ਜਾ ਚਲਿਆ ਜਾ, ਮੈਂ ਤਾਂ ਮੋਰ ਨਾ ਬਣਾ ਲਈ। ਜਾਨਾ ਵੀਰੇ, ਯਾਰ ਐ ਕਿਉਂ ਕਰਦੇ? ਜਾਨਾ ਬਈ। ਉਹ ਪਟਵਾਰੀ ਤੂੰ ਕਿੱਧਰ? ਦੇਖਿਆ, ਪਛਾਣ ਲਿਆ ਨਾ ਅਗਲੇ ਨੇ। ਤੂੰ ਯਾਰ 20,000 ਭੇਜਿਆ ਹੀ ਨਹੀਂ। ਪੈਸੇ ਪੂਸੇ ਹੈ ਨਹੀਂ ਮੇਰੇ ਕੋਲ ਯਾਰ। ਅੱਛਾ, ਉਦੋਂ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਹੈ। ਸਾਰੇ ਪਿੰਡ 'ਚ ਰੌਲਾ ਪਾ ਦੂੰ ਮੈਂ ਵੀ ਅਸਲੀ ਪਟਵਾਰੀ ਤਾਂ ਮੈਂ ਆ। ਇਹ ਤਾਂ ਨਕਲੀ ਜੇ ਕਾਗਜ਼ ਬਣਾ ਕੇ ਮੇਰੀ ਥਾਂ ਤੇ ਲੱਗਿਆ ਬੈਠਾ। ਆਹੋ, ਸ਼ਾਇਦ ਤੇਰੀ ਇਸੇ ਗੱਲ ਦੇ ਪਿੰਡ ਵਾਲੇ ਤੈਨੂੰ 20,000 ਦੇ ਦੇਣ। ਨਾ ਪਿੰਡ ਵਾਲੇ ਕਿਉਂ? 20,000 ਤਾਂ ਤੈਨੂੰ ਮੈਂ ਦੇ ਦੂੰ ਬਾਈ। ਪਾ ਦੇ ਰੌਲਾ। ਉਹਦਾ ਮਤਲਬ ਅਸਲੀ ਜਸਪਾਲ ਪਟਵਾਰੀ ਤੂੰ ਹੈ। ਹੋਰ ਕੀ, ਕੱਲੇ ਕੱਲੇ ਨੂੰ ਦੱਸੂ ਜਾ ਕੇ, ਸਾਰਿਆਂ ਕੋਲ ਰੌਲਾ ਪਾ ਕੇ ਛੱਡੂ। ਤੇ ਸਵੀਟੀ ਨੇ ਜ਼ਹਿਰ ਵੀ ਤੇਰੇ ਕਰਕੇ ਖਾਧੀ ਆ। ਜ਼ਹਿਰ? ਸਵੀਟੀ ਨੇ ਜ਼ਹਿਰ ਖਾ ਲਈ? ਹਾਏ ਸਵੀਟੀ, ਕਿੱਥੇ ਹੈ ਸਵੀਟੀ? ਅਰੇ ਤੈਨੂੰ ਸਵੀਟੀ ਡੀਕਦੀ ਆ। ਵੀਰੇ ਇੰਨਾ ਸਮਾਨ ਸਕੂਟਰ ਤੇ ਆ ਜਾ। ਪਾਲ ਵੀਰੇ, ਬੰਦਾ ਜਿੱਦੀ ਬਹੁਤ ਆ, ਤੂੰ ਰੌਲਾ ਤਾਂ ਪੱਕਾ ਪਾਏਗਾ ਮੈਨੂੰ ਪਤਾ। ਇਹ ਵੀ ਬੈਠੂ। ਉਹ ਪਰਾਂ ਮਰ ਲਾ। ਮੈਂ ਹੀ ਰੱਖਦਾ ਜੀ ਬਸ। ਠੀਕ ਹੈ। ਸਵੀਟੀ ਮੇਰਾ ਪਹਿਲਾ ਪਿਆਰ ਹੈ। ਉਹਦੇ ਬਿਨਾ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ। ਆ ਤਾਂ ਮੈਨੂੰ ਕਿਤੇ ਜਾਣਾ ਪੈ ਗਿਆ ਐਮਰਜੈਂਸੀ, ਨਹੀਂ ਮੈਂ ਨਹੀਂ ਇੱਕ ਮਿੰਟ ਵੀ ਸਵੀਟੀ ਤੋਂ ਦੂਰ ਹੁੰਦਾ ਸੀ। ਆ ਕਿੱਥੇ ਆ ਗਈ?
ਤੂੰ ਸਾਡੀ ਸਵੀਟੀ ਨੂੰ ਕਿੰਨਾ ਪਿਆਰ ਕਰਦਾ ਹੈ ਓਏ? ਐਨਾ ਜੀ। ਕਿੰਨਾ? ਐਨਾ ਜੀ। ਇਹ ਕੀ ਗੱਲ ਬਣੀ? ਮੋਟਾ ਮੋਟਾ ਜਿਹਾ 2 ਕੁਆਂਟਲ ਲਾ ਲਓ ਜੀ। ਹਾਂ, ਬਾਸਮਤੀ ਕਿ ਟੋਟਾ? ਬਾਸਮਤੀ। ਬਹਿ ਜਾ। ਬਾਈ ਜੀ ਇੱਕ ਅੱਧਾ ਪੈਗ ਹੀ ਲਵਾ ਦਿਓ ਜੀ। ਹੁਣ ਤੁਹਾਡਾ ਜੀਜਾ ਤਾਂ ਮੈਂ ਬਣੀ ਜਾਣਾ ਜੀ। ਇਧਰ ਮੂੰਹ ਕਰ। ਜੀਜਾ ਇਸ ਪਿੰਡ 'ਚ ਇੱਕੋ ਹੀ ਹੈ, ਉਹ ਹੈ ਜੈਲਾ। ਐ ਕੋਈ ਬੰਦਾ ਆਪਣਾ ਜੀਜਾ ਕਿਵੇਂ ਹੋ ਸਕਦਾ ਜੀ? ਅਸੀਂ ਕਿਸੇ ਨੂੰ ਜੀਜਾ ਬਣਾ ਨਹੀਂ ਸਕਦੇ। ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਜੀ। ਜਦੋਂ ਤੁਹਾਡੀ ਭੈਣ ਹੋ ਸਕਦੀ ਹੈ ਫਿਰ ਜੀਜਾ ਵੀ ਤਾਂ ਹੋ ਹੀ ਸਕਦਾ ਜੀ। ਉਹ ਤੈਨੂੰ ਕਿਹਾ ਅਸੀਂ ਕਿਸੇ ਨੂੰ ਜੀਜਾ ਕਹਿ ਨਹੀਂ ਸਕਦੇ। ਚਲੋ ਤੁਸੀਂ ਨਾ ਕਹੋ, ਪਰ ਆ ਪੈਨਸਲ ਜੀ ਤਾਂ ਕਹਿ ਸਕਦੀ ਹੈ। ਮੈਂ ਨਹੀਂ ਕਹਿੰਦਾ ਇਹਨੂੰ ਜੀਜਾ, ਉਹਨੂੰ ਭਾਵੇਂ ਕਹਦਾ। ਭਾਈ ਗੱਲ ਇਹਦੇ ਠੀਕ ਆ, ਉਹ ਵੇਖਣ ਨੂੰ ਲੱਗਦਾ ਤਾਂ ਹੈ ਸਾਡਾ ਜੀਜਾ। ਫਿਰ ਇਹਦਾ ਕਰ ਦਈਏ ਘੋਗਾ ਚਿੱਤ। ਦੱਸ ਭਾਈ ਕੀ ਕਰੀਏ? ਮੈਂ ਇਹਨੂੰ ਮਾਰਨਾ ਚਾਹੁੰਦਾ 3 ਤਰੀਕਿਆਂ ਨਾਲ। ਜਾਂ ਤਾਂ ਪਾਣੀ 'ਚ ਡੋਬ ਕੇ, ਜਾਂ ਕਰੰਟ ਲਾ ਕੇ, ਜਾਂ ਇਹਨੂੰ ਟੋਕੇ ਨਾਲ ਵੱਢ ਕੇ। ਦੱਸੋ ਤੈਨੂੰ ਕਿਵੇਂ ਮਾਰੀਏ? ਜਿਵੇਂ ਕੱਚਾ ਜਿਹਾ ਕਰੀ ਜਾਂਦੇ ਹੋ ਜੀ। ਮੈਂ ਤਾਂ ਸ਼ਰਮ ਨਾਲ ਹੀ ਮਰ ਜਾਣਾ। ਸ਼ਰਮ ਨਾਲ ਤਾਂ ਹਲੇ ਤੱਕ ਜੈਲਾ ਬਾਈ ਨਹੀਂ ਮਰਿਆ। ਤੂੰ ਕਿੱਥੋਂ ਮਰ ਜਾਏਗਾ ਸ਼ਰਮ ਨਾਲ? ਮੌਂਟੀ ਭਾਈ ਮੈਨੂੰ ਗੋਲੀ ਮਾਰ ਦੋ। ਹੈ ਕਮਲਾ, ਗੋਲੀ ਆਉਂਦੀ ਹੈ 125 ਰੁਪਏ ਦੀ, ਤੇ ਇਹ ਸਾਨੂੰ ਪੈਂਦਾ 27 ਰੁਪਏ 75 ਪੈਸੇ ਦਾ। ਇਹਨੂੰ ਤਾਂ ਫਾਹਾ ਦੇ ਕੇ ਮਾਰੋ, ਫਾਹਾ। ਆ ਦੇ ਪਰੇ ਲੈ ਜਾਓ, ਕੱਪੜੇ ਨਾ ਗੰਦੇ ਕਰ ਦਿਓ। ਖਿੱਚੋ। ਉਹਨੂੰ ਰਹਿਣੀ ਗੱਲ। ਤੈਨੂੰ ਪਤਾ ਨਹਿਰ ਮੇਰੇ ਨਾਨਕਿਆਂ ਦੇ ਜਮਾਂ ਕੋਲ ਦੀ ਆਉਂਦੀ ਆ। ਹਾਂ ਸੱਚ, ਜਨਾਰਥਲ ਤੁਹਾਡੀ ਕੀ ਰਿਸ਼ਤੇਦਾਰੀ ਆ? ਭੂਆ ਜੀ ਵਿਆਹ ਹੋਏ ਨੇ। ਕਿਉਂ? ਤੁਹਾਡੇ ਭੂਆ ਜੀ ਮੇਰੀ ਮਾਸੀ ਜੀ ਦੀ ਦਰਾਣੀ ਨੇ। ਅੱਛਾ ਜੀ, ਫਿਰ ਤਾਂ ਉਹਨਾਂ ਨੂੰ ਵਿਚੋਲਣ ਪਾ ਲੈਨੇ ਆਪਾਂ। ਅੱਛਾ, ਵਿਚੋਲਣ ਦੀ ਕਸਰ ਆ ਹੁਣ ਕੋਈ? ਸਾਡੇ ਘਰੇ ਤਾਂ ਰੋਕੇ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ। ਤੁਹਾਡੇ ਘਰੇ ਨਹੀਂ ਸ਼ੁਰੂ ਹੋਈਆਂ? ਬਸ ਬਾਪੂ ਦੇ ਮੰਨਣ ਦੀ ਦੇਰ ਸੀ, ਹੁਣ ਕਰਤੀ ਹਾਂ ਉਹਨੇ। ਹੁਣ ਪੂਰੀਆਂ ਤਿਆਰੀਆਂ। ਪਰ ਮੈਂ ਸੋਚਦੀ ਆ ਵੀ ਮੈਂ ਤੁਹਾਡੇ ਨਾਲ ਵਿਆਹ ਨਾ ਕਰਾਵਾਂ। ਅੱਛਾ ਜੀ, ਪੁੱਛ ਸਕਦਾ ਕਿਉਂ? ਮੈਨੂੰ ਨਾ ਤੁਹਾਡੀ ਚਿੱਠੀਆਂ 'ਚ ਲਿਖਾਈ ਬਹੁਤ ਸੋਹਣੀ ਲੱਗਦੀ ਆ। ਜੇ ਆਪਣਾ ਵਿਆਹ ਹੋ ਗਿਆ ਫਿਰ ਥੋੜਾ ਤੁਸੀਂ ਮੈਨੂੰ ਚਿੱਠੀਆਂ ਲਿਖੋਗੇ। ਮੈਂ ਥੋੜੀ ਲਿਖਦਾ, ਉਹ ਤਾਂ ਸਨੀ ਲਿਖਦਾ। ਹਾਏ, ਮਜ਼ਾਕ ਕਰਦਾ, ਮੈਂ ਹੀ ਲਿਖਦਾ। ਵਿਆਹ ਤੋਂ ਬਾਅਦ ਵੀ ਨਾ ਰੋਜ਼ ਸਵੇਰੇ ਤੇਰੇ ਸਰਾਣੇ ਥੱਲੇ ਚਿੱਠੀ ਪਈ ਹੋਇਆ ਕਰੂ, ਪੜ ਲਿਆ ਕਰੀ। ਫੇਰ ਠੀਕ ਆ। ਕੁਲਫੀ ਖਾਣੀ ਆ? ਅੱਧੀ ਅੱਧੀ ਖਾਈਏ। ਓਏ ਹੋਏ। ਹਾਂ ਵੀ ਪ੍ਰਾਹੁਣਿਆ, ਖਿੱਚ ਲਈ ਤਿਆਰੀ, ਕਰ ਲੈ ਦਾਤਨ ਦੂਤਨ। ਚੱਲ ਕਰਾਈਏ ਫਿਰ ਤੇਰੇ ਲਾਵਾਂ। ਫਿਰ ਵਿਆਹ ਤਾਂ ਨਹੀਂ ਮੈਂ ਕਰਾਉਂਦਾ, ਕਰ ਲਾ ਤੇ ਤੋ ਜੋ ਹੁੰਦਾ। ਕਿਉਂ ਮੌਤ ਨੂੰ ਮਾਸੀ ਕਹਿਣਾ? ਗਿੱਦੜਾਂ ਵਾਲੀ ਜ਼ਿੰਦਗੀ ਨਾਲੋਂ ਸ਼ੇਰ ਦੀ ਮੌਤ ਲੱਖ ਦਰਜੇ ਚੰਗੀ ਆ। ਉਹ ਮੈਂ ਤੈਨੂੰ ਗੋਲੀ ਮਾਰ ਦੂੰ। ਮਾਰ ਲੇਗਾ? ਮਾਰ। ਹਾਂ ਮੌਂਟੀ। ਹਾਂ ਭਾਈ।
तू जादूगर और तोते वाली कहानी सुनी है? हाँ भाई। बेवकूफ, ये जादूगर है, ये दा तोता है। तोता? ਇਹਦੀ ਜਾਨ ਤੋਤੇ 'ਚ ਹੈ। ਭਈਆ ਤਾਂ ਪਟਵਾਰੀ ਆ। ਮੇਰਾ ਜੀ ਕਰਦਾ ਇਹਨਾਂ ਦੀ ਜਗ੍ਹਾ ਮੈਂ ਤੈਨੂੰ ਗੋਲੀ ਮਾਰਦਾ। ਤੋਤਾ ਜੀ ਆਓ ਚੱਲੀਏ, ਇਹ ਤੇਰੇ ਪਿੱਛੇ ਆਪੀ ਆਜੂ। ਚੱਲ ਉਹ ਆ ਜਾ ਜਾਦੂਗਰ, ਤੇਰੇ ਤੋਤੇ ਦੇ ਖੰਭ ਖਿਲਾਰੇ ਲੈ। ਜੈਲੇ ਬਾਈ ਆ ਤਾਂ ਕਮਾਲ ਹੀ ਕਰਤੀ। ਮੈਂ ਸਵੇਰ ਦਾ ਸੋਚ ਰਿਹਾ ਸੀ, ਮੈਨੂੰ ਯਾਦ ਨਹੀਂ ਆ ਰਿਹਾ ਸੀ, ਹੁਣੇ ਯਾਦ ਆਇਆ। ਆਪਾਂ ਲੋਹਾ ਫਿਲਮ ਦੇ ਵਿੱਚ ਨਹੀਂ ਧਰਮਿੰਦਰ ਨੂੰ ਐਂ ਲਮਕਾਇਆ ਹੋਇਆ ਸੀ। ਇਸ ਹਿਸਾਬ ਨਾਲ ਤੁਸੀਂ ਤਾਂ ਫਿਰ ਸਾਡੇ ਅਮਰੀਸ਼ ਪੁਰੀ ਹੋਏ ਨਾ। ਗੱਲ ਕਾਕਾ ਤੂੰ ਸੋਹਣੀ ਕੀਤੀ ਹੈ। ਅਮਰੀਸ਼ ਪੁਰੀ ਸਾਹਿਬ ਮੇਰੇ ਗੁਰੂ ਨੇ, ਪਰ ਛੁੱਟੇਗਾ ਤੂੰ ਵਿਆਹ ਤੋਂ ਬਾਅਦ ਹੀ। ਹਾਂਜੀ ਹਾਂਜੀ। हाँ भाई पटवारी, हाँ तेरी भी निकल आई लॉटरी। हाँ जिवें तेरा तीर कद्दू च बज गया। पर तू अज किधर टुकना? मैं इसे पिंड जंज घर च। जंज घर? ओ मेरे नाल मखौल जे ना कर, इत्थे खड़े खड़े दा इंतकाल कर दूं मैं। मखौल नू तो मेरी साली लगना वा। मैं मुर्गा बना के पिछवाड़ा कुटू, जंज घर दा आपां टुकना अज। ओ बेअंदरो क्यों लड़ी जाने आपस विच? तरखेड़ी जंज घर च दो कुड़ियां दे ब्याह ने। हैं? चंगा कीता पौधा छड़े, नहीं तो इत्थे दे भरातां दे सिर पाड़ जाने ही अज। बोला फिर मास्टर आप तो साडू साडू होए। चलो भाई चक दो फटे। ਆ ਵੀ ਪ੍ਰਾਹੁਣਿਆ, ਤੂੰ ਕਿਵੇਂ ਸਿਰ ਸੁੱਟ ਕੇ ਬੈਠਾ? ਜਰਾ ਉੱਤੇ ਨਜ਼ਰਾਂ ਚੱਕ ਕੇ ਤਾਂ ਦੇਖ। ਬਾਹਰ ਦਾਜ ਨਾਲ ਭਰੀ ਹੋਈ ਟਰਾਲੀ, ਅਕਲ ਔਰ ਜੋਬਨ ਨਾਲ ਭਰੀ ਹੋਈ ਸਵੀਟੀ, ਉੱਤੋਂ ਜੈਲਾ ਬਣੂਗਾ ਤੇਰਾ ਜੀਜਾ। ਜੀਜਾ ਸੌਰੀ ਯਾਰ, ਤੂੰ ਬਣੇਗਾ ਜੈਲੇ ਦਾ ਜੀਜਾ। ਹੋਰ ਤੈਨੂੰ ਬੜੇਵੇਂ ਚਾਹੀਦੇ ਨੇ। ਤੈਨੂੰ ਦੇਖ ਦੇਖ ਲੋਕ ਰਾਹ ਛੱਡਿਆ ਕਰਨਗੇ ਵੀ ਆ ਗਿਆ ਜੈਲੇ ਦਾ ਜੀਜਾ, ਹੋ ਗਿਆ ਜੈਲੇ ਦਾ ਜੀਜਾ, ਹੋ ਗਿਆ ਜੈਲੇ ਦਾ ਪ੍ਰਾਹੁਣਾ, ਹੋ ਗਿਆ ਜੈਲੇ ਦਾ ਜੀਜਾ। ਇਧਰੋਂ ਫੇਰ जीजा समझ गया। जीजा जी बुझो मेरे पीछे कौन? ਉਹ ਭਾਬੀ ਤੇਰੇ ਪਿੱਛੇ ਸੀ? ਸੌ ਰੱਬ ਦੀ ਜਮਾ ਹੀ ਲੁਕੀ ਪਈ ਸੀ, ਪਤਾ ਹੀ ਨਹੀਂ ਲੱਗਿਆ। ਭਾਬੀ ਜੀ ਚੰਦ ਦਾ ਟੁਕੜਾ ਲੱਗ ਰਹੇ ਹੋ ਵੈਸੇ। ਕਿਉਂ ਜਸ? ਉਹ ਯਕੀਨ ਆ ਤੇਰੀਆਂ ਗੱਲਾਂ ਤੇ, ਮਰਦਾ ਬੰਦਾ ਕਿਤੇ ਝੂਠ ਬੋਲਦਾ। ਆ ਨਾਲੇ ਚੱਲੇ ਬਾਈ, ਇਕੱਠ ਹੋਇਆ ਹੀ ਨਹੀਂ। ਇਕੱਠ ਨੂੰ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ। ਉਹ ਪਰ ਨਹੀਂ ਚੇਲੇ ਬਈ, ਆਪਾਂ ਸਾਰੇ ਪਿੰਡ ਨੂੰ ਰੋਟੀ ਦਾ ਸੱਦਾ ਦਿੱਤਾ ਸੀ, ਆਇਆ ਆਪਣੇ ਕੋਈ ਹੈ ਹੀ ਨਹੀਂ। ਫੇਰ ਕੀ ਹੋਇਆ? ਅਸੀਂ ਸਾਰੇ ਪਿੰਡ ਦੇ ਘਰਾਂ 'ਚ ਜਾ ਕੇ ਠੂਸ ਠੂਸ ਕੇ ਉਹਨਾਂ ਨੂੰ ਰੋਟੀ ਖਵਾਵਾਂਗੇ। ਓਏ ਢੋਲ ਵਾਲਿਆ, ਮਾਰੋ ਢੋਲ ਤੇ ਡੱਗਾ।
ਹਰਮਨ ਤੇਰੇ ਨਾਲ ਗੱਲ ਕਰਨੀ ਹੈ 2 ਮਿੰਟ। ਕੀ ਗੱਲ ਕਰਨੀ ਹੈ ਤੂੰ ਓਏ? ਅੱਜ ਇੱਕੋ ਗੱਲ ਰਹਿ ਗਈ ਕਰਨ ਵਾਲੀ? ਗੱਲਾਂ ਤਾਂ ਬਹੁਤ ਰਹਿੰਦੀਆਂ ਨੇ ਜੀ, ਪਰ ਇੱਕ ਦਿਲ ਦੀ ਗੱਲ ਕਹਿਣੀ ਆ ਤੈਨੂੰ। ਦੇਖ ਕਾਕਾ, ਤੇਰੇ ਕਾਰੇ ਨਾਲ ਪਹਿਲਾਂ ਹੀ ਪਿੰਡ 'ਚ ਸਾਡੀ ਬਹੁਤ ਬੇਇੱਜ਼ਤੀ ਹੋ ਗਈ। ਹੁਣ ਲੋਕਾਂ ਤੋਂ ਹੋਰ ਥੂ ਨਾ ਕਰਵਾ। ਸੁੱਖੀ ਸਾਂਦੀ ਸਾਡੀ ਧੀ ਦਾ ਵਿਆਹ ਸਿਰੇ ਚੜ ਲੈਣ ਦੇ। ਚਾਚਾ ਜੀ ਹਾਂ ਦੱਸ। ਹਰਮਨ, ਮੈਨੂੰ ਇਹ ਤਾਂ ਨਹੀਂ ਪਤਾ ਵੀ ਉਹ ਕੁੜੀ ਨੇ ਝੂਠ ਕਿਉਂ ਬੋਲਿਆ, ਪਰ ਤੂੰ ਅੱਖਾਂ 'ਚ ਅੱਖਾਂ ਪਾ ਕੇ ਦੱਸ, ਤੈਨੂੰ ਲੱਗਦਾ ਤੇਰਾ ਜਸਪਾਲ ਗਲਤ ਹੋ ਸਕਦਾ? ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਕੋਈ ਗੱਲ ਨਹੀਂ, ਪਰ ਲੋਕਾਂ ਦੀਆਂ ਗੱਲਾਂ 'ਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ। ਆ ਬੈਂਡ ਸੁਣਦਾ? ਪਿੰਡ 'ਚ ਮੇਰੀ ਬਰਾਤ ਆ ਗਈ ਹੈ। ਮੇਰੀ ਮਨ, ਤੂੰ ਚੁੱਪਚਾਪ ਸਵੀਟੀ ਨਾਲ ਵਿਆਹ ਕਰਾ ਲਾ। ਪਿਆਰ ਤਾਂ ਤੂੰ ਗਵਾ ਹੀ ਲਿਆ, ਹੁਣ ਯਾਰ ਨੂੰ ਤਾਂ ਬਚਾ ਲਾ। ਓ ਚੱਲਿਆ ਆ ਸੰਭੂ ਆਪਣੇ ਜਵਾਈ ਨੂੰ। ਓਏ ਜੀਜੇ, ਤੇਰੀ ਮੁਲਾਕਾਤ ਦਾ ਟਾਈਮ ਖਤਮ ਹੋ ਗਿਆ। ਓਏ ਆ ਜਾ। ਚਲੋ ਪੁੱਤ। ਓਏ ਆਉਣਾ ਕਿ ਚੜਾਵਾਂ ਤੇਰੇ ਦੋਸਤ ਨੂੰ ਗੱਡੀ? ਯਾਰ ਕਿੱਥੇ ਬੈਠਾ? ਪਰਸ ਰੱਖਣ ਜੋਗੀ ਜਗ੍ਹਾ ਵੀ ਨਹੀਂ ਛੱਡੀ ਹੋਈ। ਚਲੋ ਭਾਈ, ਆਨੰਦ ਕਾਰਜਾਂ ਦਾ ਟਾਈਮ ਹੋ ਗਿਆ। ਓ ਜੀਜਾ, ਫਸੀ ਨੂੰ ਫਟਕਣ ਕਿਹਾ, ਉੱਠ ਖੜ। ਓਹੋ ਮੇਰਾ ਸਾਊ ਜੀਜਾ, ਉੱਠ। ਬੜਾ ਸਾਊ ਹੈ ਤੂੰ, ਆਏ ਨਾ ਕਰ। ਆ ਜਾ ਮੇਰਾ ਸਾਊ ਜੀਜਾ। ਚੱਲ ਹਰਮਨ ਪੁੱਤ, ਆਨੰਦ ਕਾਰਜਾਂ ਵਾਸਤੇ ਚੱਲੀਏ। ਸਵੀਟੀ, ਕੀ ਹੋਇਆ? ਸਵੀਟੀ ਨੇ ਵਿਆਹ ਕਰਾ ਲਿਆ ਕਿਸੇ ਹੋਰ ਨਾਲ? ਸਵੀਟੀ, ਤੂੰ ਕਿਸੇ ਹੋਰ ਨਾਲ ਹੀ ਵਿਆਹ ਕਰਾਉਣ ਲੱਗੀ ਐ? ਤੇਰੇ ਆਪਣੇ ਜਸਪਾਲ ਨੂੰ ਭੁੱਲ ਗਈ? ਇਹ ਕੀ ਪਸੂੜੀ ਹੈ ਬਈ? ਜਸਪਾਲ? ਨਾ ਇਹ ਜਸਪਾਲ ਹੈ ਤਾਂ ਉਹ ਕੌਣ ਹੈ? ਹੁਣ ਪਿਆ ਵੀ ਕੜਮਾਸ, ਹੁਣ ਆਉਣਾ ਹੀ ਨਜ਼ਾਰਾ। ਚਲੋ ਦਿਹਾੜੀ ਕਿਸੇ ਬੰਨੇ ਤੇ ਲੱਗੀ। ਇਦਾਂ ਕਰੇ, ਗਰਮ ਨਾਮ ਤੇ ਸ਼ਾਹੀ ਪਨੀਰ ਲਿਆ ਪਾ ਕੇ। ਠੀਕ ਹੈ। ਓਏ ਇਹ ਕਿੱਥੋਂ ਆ ਗਿਆ? ਬਕਵਾਸ ਬੰਦ ਕਰ ਓਏ, ਫੜ ਕੇ ਇਹਨੂੰ ਕੱਢੋ ਬਾਹਰ। ਜਨਮ ਮਰਨ ਦੇ ਕੀਤੇ ਹੋਏ ਵਾਅਦੇ ਸਾਰੇ ਭੁੱਲ ਗਈ? ਓਏ ਬਕਵਾਸ ਬੰਦ ਕਰੋ ਕੁੱਤਿਆ। ਐ ਕਿਵੇਂ ਬੰਦ ਕਰਾਂ? ਮੈਂ ਤਾਂ ਸਾਰੇ ਪਿੰਡ 'ਚ ਰੌਲਾ ਪਾ ਦੂੰ। ਯਾਰ ਮੇਰੀ ਗੱਲ ਤਾਂ ਸੁਣ ਵੀਰ ਬਣ ਕੇ। ਹੈਲੋ, ਤੂੰ ਤਾਂ ਮੇਰੀ ਗੱਲ ਸਮਝਦੀ ਹੈ? ਯਾਰ ਮੈਂ ਇਸ਼ਕ ਕੀਤਾ ਸਵੀਟੀ ਨੂੰ। ਔਰ ਰੋੜੀ ਗੁੱਡਣਾ ਭਾਜੀ, ਇਹ ਨਹੀਂ ਫੜਿਆ ਜਾਣਾ ਪਰਸੋਂ ਤੱਕ ਤੁਹਾਡੇ ਤੋਂ। ਹੈਲੋ, ਉਧਰ ਗਿਆ ਸ਼ਿਕਾਰ ਤੇਰਾ। ਉਹ ਤੇਰਾ ਬੇੜਾ ਕਰਕੇ, ਉਹ ਤੇਰਾ। ਐ ਕਿਵੇਂ? ਮੈਂ ਤਾਂ ਕੱਲੇ ਕੱਲੇ ਨੂੰ ਦੱਸੂ। ਆ ਜਾ, ਅੱਜ ਨਹੀਂ ਛੱਡਦੇ ਤੈਨੂੰ।
ਸੁਣੋ ਏ ਪਿੰਡ ਵਾਲਿਓ, ਅਸਲੀ ਜਸਪਾਲ ਪਟਵਾਰੀ ਮੈਂ ਆ। ਸਵੀਟੀ ਮੈਨੂੰ ਪਿਆਰ ਕਰਦੀ ਸੀ ਤੇ ਜ਼ਹਿਰ ਵੀ ਮੇਰੇ ਕਰਕੇ ਖਾਦਾ ਸੀ ਉਹਨੇ। ਓਏ ਮੁੰਡਿਆ, ਲਾ ਗਾਨੇ ਦੀ ਪੁੜਪੁੜੀ ਤੇ। ਓਏ ਬੇਵਕੂਫਾ, ਇਹ ਗਿੱਟੇ ਨੇ, ਪੁੜਪੁੜੀ ਆ ਹੁੰਦੀ ਐ। ਉਹ ਪੁੜਪੁੜੀ ਚ ਨਾ ਮਾਰੀ। ਪੁੜਪੁੜੀ ਉਹ ਤੂਫਾਨ ਨੂੰ ਰੋਕੋ। ਨਹੀਂ ਵੀਰੋ, ਇਹਨੂੰ ਨਾ ਮਾਰੋ। ਹੈ ਮੇਰੀ ਭੈਣ ਦੀ ਆਵਾਜ਼ ਵਾਪਸ ਆ ਗਈ। ਦੇਖਿਆ ਸੱਚੇ ਪਿਆਰ 'ਚ ਕਿੰਨੀ ਸ਼ਕਤੀ ਹੁੰਦੀ ਆ। ਓਏ ਸ਼ਕਤੀ ਥੋੜੀ ਜਿਹੀ ਘੱਟ ਕਰ, ਮੇਰਾ ਸਾਹ ਰੁਕ ਗਿਆ, ਮੈਂ ਮਰ ਜਾਣਾ। ਸਵੀਟੀ, ਤੇਰਾ ਵਿਆਹ ਇਸ ਬਾਂਦਰ ਨਾਲ ਨਹੀਂ ਹੋ ਸਕਦਾ। ਤੇਰਾ ਵਿਆਹ ਹੋਏਗਾ ਇਸ ਮੁੰਡੇ ਨਾਲ। ਬਸ ਮੇਰਾ ਵਿਆਹ ਜਸਪਾਲ ਨਾਲ ਹੀ ਹੋਊਗਾ। ਦੇਖ ਲੈ ਜੈਲੇ ਬਦਮਾਸ਼, ਮੈਨੂੰ ਮੇਰੀ ਗੱਲ ਇੱਧਰ ਵੀ ਬਣਦੀ ਦੀਂਦੀ ਐ। ਮੈਂ ਤੇਰੀ ਗੱਲ ਨਹੀਂ ਕੀਤੀ, ਮੈਂ ਤਾਂ ਉਸ ਜਸਪਾਲ ਦੀ ਗੱਲ ਕੀਤੀ ਹੈ। ਬਕਵਾਸ ਬੰਦ ਕਰ ਕੁੜੀਏ। ਇਹਨੂੰ ਸਮਝਾਓ ਸਰਦਾਰ ਸਾਹਿਬ, ਕੀ ਗੱਲਾਂ ਕਰ ਰਹੀ ਹੈ ਇਹ? ਤੂੰ ਚੁੱਪ ਕਰ ਕੁੜੀਏ। ਜੇ ਮੇਰੀ ਭੈਣ ਦਾ ਪ੍ਰਾਹੁਣਾ ਨਹੀਂ ਬਣੇਗਾ ਨਾ, ਤਾਂ ਫੇਰ ਇਹ ਕਿਸੇ ਦੀ ਭੈਣ ਦਾ ਪ੍ਰਾਹੁਣਾ ਨਹੀਂ ਬਣ ਸਕਦਾ। ਸਵੀਟੀ, ਓਏ ਉਹ ਤੇਰੀ, ਤੂੰ ਝਪੱਟਾ ਵੀ ਮਾਰਦਾ ਹੈ। ਗੰਨਾ ਉੱਪਰ ਕਰੋ ਓਏ। ਕਰੋ ਕਰੋ ਖਾਲੀ ਇਹਨਾਂ ਨੂੰ, ਖਾਲੀ ਕਰੋ। ਹਰਮਨ, ਸਮਝਾਓ ਇਹਨੂੰ। ਹੁਣੇ ਮੇਰੇ ਨਾਲ ਖੜੀ ਆ, ਹੁਣ ਪਾਸੇ ਪਲਟਾ ਦੂੰ। ਜਸਪਾਲ ਵੀਰ, ਐਡਾ ਤੱਤਾ ਨਾ ਹੋ, ਇੱਧਰ ਗਰੀਬ ਠੰਡਾ ਹੋ ਜਾਣਾ। ਖੋਲ ਸਨੀ ਨੂੰ। ਨਹੀਂ ਪਰ ਮੈਨੂੰ ਪਤਾ ਤੁਹਾਡੇ ਜੈਲੇ ਫੁੱਫੜ ਦੀ ਪੁੜਪੜੀ ਕਿੱਥੇ ਆ। ਹਾਂ ਉਹ ਤੂੰ ਸਾਡਾ ਫੁੱਫੜ ਲੱਗਦਾ ਤਾਂ ਕਦੇ ਦੱਸਿਆ ਹੀ ਨਹੀਂ ਮੇਰੇ ਯਾਰਾ। ਓ ਬੇਵਕੂਫੋ, ਮੈਂ ਤੁਹਾਡਾ ਭਰਾ, ਫੁੱਫੜ ਨਹੀਂ। ਉਹ ਅਫਸਰਾ, ਕਿਉਂ ਇਹਨਾਂ ਬੁੱਗਾਂ ਨੂੰ ਗਲਤਫਹਿਮੀ ਪਾਉਣਾ ਹੈ? ਇਹਨਾਂ ਨੇ ਸਾਰੀ ਉਮਰ ਮੈਨੂੰ ਫੁੱਫੜ ਕਹੀ ਜਾਣਾ। ਬੰਦਾ ਨੂੰ ਫੜ। ਹਾਂ ਗੱਲ ਸੁਣ ਲਓ ਓਏ, ਜਿੰਨੇ ਆ ਮੌਂਟੀ ਨੋਟੀ ਸਵੀਟੀ ਟੂਟੀ ਹੈਗੇ ਹੋ ਤੁਸੀਂ, ਹਰਮਨ ਦਾ ਵਿਆਹ ਹੋਊਗਾ ਮੇਰੇ ਨਾਲ। ਜੀ ਚ ਹਿੰਮਤ ਆ ਨਾ, ਰੋਕ ਲੋ ਫਿਰ। ਡਿੰਗ 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 ਡਿੰਗ। ਇਹਦੇ ਵਿੱਚ ਇੱਕੋ ਗੋਲੀ ਸੀ, ਇਹਦੇ ਵਿੱਚ ਇੱਕੋ ਗੋਲੀ ਸੀ, ਇਹਦੇ ਵਿੱਚ ਇੱਕੋ ਗੋਲੀ ਸੀ। ਬੱਲਿਓ ਤੁਹਾਡੇ ਮਲੰਗਾਂ ਦੇ। ਮਲੰਗ ਕਿਹਨੂੰ ਕਹਿਣਾ? ਮੇਰੇ ਤੇ ਇਤਬਾਰ ਕਰਦਾ? ਮੈਂ ਤਾਂ ਝੂਠ ਵੀ ਬੋਲਦਾ ਹੁੰਨਾ। ਉਹ ਤੇਰੀ ਇੱਕ ਮਿੰਟ ਤੇਰੀ। ਚੱਲੇ ਭਾਈ, ਤੂੰ ਚਿੱਤਰ ਖਾਈ ਜਾਣਾ ਯਾਰ। ਤੈਨੂੰ ਕਿਹਾ ਨਾ ਮੇਰੇ ਕੋਲ ਪਿਸਤੌਲ ਆ। ਜਦ ਮੈਨੂੰ ਮਾਰ ਕੇ ਘੜੀਸੂਗਾ ਫੇਰ ਦੇਗਾ। ਭਾਈ ਗੱਲ ਹੈ, ਠੀਕ ਆ, ਆ ਚੱਕ। ਆ ਜਾ ਭਾਈ। ਛੱਡ। ਆ ਤੇਰੀ। ਚੱਲ ਤੂੰ ਆ ਜਾ। ਜੈਲੇ ਭਾਈ, ਹੁਣ ਗੱਲਾਂ ਹੀ ਇੰਜ ਨਾ ਪੈ, ਸਿੱਧਾ ਛਾਤੀ 'ਚ ਠੋਕੇ ਦੇ। ਰੁਕ ਜਾ ਜੈਲਿਆ। ਕਸ਼ਮੀਰੋਂ ਤੂੰ ਇੰਨੇ ਸਾਲਾਂ ਬਾਅਦ ਦਰਸ਼ਨ ਹੋਏ ਨੇ। ਮੈਂ ਇਸ ਪਿੰਡ ਆਉਂਦੀ ਰਹਿੰਦੀ ਆ, ਇਸ ਪਿੰਡ ਦੇ ਹਕੀਮ ਕੋਲ ਇਹਨਾਂ ਦੀ ਦਵਾਈ ਲੈਣ। ਪਰ ਤੂੰ ਆਪਣੀਆਂ ਬਦਮਾਸ਼ੀਆਂ ਨੇ ਛੱਡੀਆਂ ਅੜਿਆ, ਸਾਰੀ ਜ਼ਿੰਦਗੀ ਜੇਲ੍ਹਾਂ 'ਚ ਗੁਜ਼ਾਰਤੀ। ਕਸ਼ਮੀਰੋਂ, ਅਗਰ ਮੈਂ ਸ਼ਰੀਫ ਵੀ ਬਣਦਾ ਤਾਂ ਕਿਹਦੇ ਲਈ ਬਣਦਾ? ਤੇਰੇ ਬਾਪੂ ਨੇ ਤੇਰਾ ਵਿਆਹ ਇਹਦੇ ਨਾਲ ਕਰ ਦਿੱਤਾ ਸੀ। ਬਿਮਾਰ ਰਹਿਣਾ, ਕਿੰਨੀ ਕੁ ਦੇਰ ਹੋਰ ਜੀਏਗਾ? ਵੇਖੋ, ਮੈਂ ਤੇਰੇ ਨਾਲ ਗੱਲ ਕਰਨਾ। ਦੱਸ। ਮੈਂ ਚਾਹੁੰਦੀ ਆ ਉਹ ਕੁਛ ਇਹਦੇ ਨਾਲ ਨਾ ਹੋਵੇ ਜੋ ਕੁਛ ਮੇਰੇ ਨਾਲ ਹੋਇਆ। ਇਹਦਾ ਵਿਆਹ ਉਹੀ ਮੁੰਡੇ ਨਾਲ ਹੋਵੇ ਜਿਹਨੂੰ ਇਹ ਪਿਆਰ ਕਰਦੀ ਹੈ। ਤੂੰ ਮੇਰੀ ਗੱਲ ਮੰਨੇਗਾ ਨਾ? ਕਸ਼ਮੀਰੋ, ਤੇਰੇ ਮੂੰਹ ਚੋਂ ਨਿਕਲੇ ਹੋਏ ਹਰ ਬੋਲ ਨੂੰ ਮੈਂ ਪੁਗਾਇਆ। ਪਿਸਤੌਲ ਸਿੱਟਤੀ, ਹੁਣ ਤਾਂ ਕੁਛ ਹੈ? ਓਏ
ਮੈਨੂੰ ਚਲਾਉਣ ਨਹੀਂ ਆਉਂਦੀ, ਦੇਖ ਲਓ ਪਰੇ ਹਟ। ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਹੋਣ ਦਿੰਦਾ। ਇਹਦੀ ਗਿਰਦਾਵਰੀ ਤਾਂ ਹੁਣ ਮੇਰੇ ਨਾਲ ਹੀ ਚੜੂ। ਉਹ ਪਟਵਾਰੀਆ, ਮੈਨੂੰ ਲੱਗਦਾ ਤੇਰਾ ਇੰਤਕਾਲ ਨਾ ਚੜ ਜੇ ਕਿਤੇ। ਮੁੜਿਆ ਹੁਣ ਕਿ ਹਰਮਨ ਕੋਲੋਂ ਰਖੜੀ ਬਣਾ ਕੇ ਮੁੜਨਾ ਹੀ। ਮਾਸਟਰਾ, ਜਿਵੇਂ ਦੇ ਇੱਥੇ ਹਾਲਾਤ ਚੱਲ ਰਹੇ ਆ, ਮੈਨੂੰ ਪੂਰਾ ਭਰੋਸਾ ਨਹੀਂ ਵੀ ਇਹਦੀ ਚ ਗੋਲੀ ਵੀ ਹੈ ਕੋਈ। ਨਹੀਂ ਅੱਜ ਤੈਨੂੰ ਠੋਕ ਦਿੰਦਾ ਮੈਂ। ਮੇਰੇ ਤੇ ਕਾਹਨੂੰ ਗੋਲੀ ਖਰਾਬ ਕਰਨ ਡਿਆ? ਮੈਂ ਤੇ 20 ਮਿੰਟ ਪਹਿਲਾਂ ਬੇਇੱਜ਼ਤੀ ਨਾਲ ਹੀ ਮਰ ਗਿਆ ਹਾਂ। ਢੀਠ ਹੋਇਆ ਰੋਟੀ ਖਾਣ ਡਿਆ ਮੈਂ। ਰੋਟੀ ਸਵਾਦ ਹੀ ਆ ਜਾ। ਮੈਂ ਮਾਰ ਦੂੰ ਤੈਨੂੰ। ਇਹਦਾ ਲੌਕ ਖੋਲ ਲੈ। ਕਿੱਥੋਂ ਖੁੱਲੂ? ਮੈਂ ਦੱਸਣਾ ਤੈਨੂੰ। ਓ ਯਾਰ ਇੱਧਰ ਫੜਾ। ਇਹਦਾ ਲੌਕ ਨਾ ਜਿਨ੍ਹਾਂ ਦੀ ਹੈਗੀ ਆਪੇ ਖੋਲ ਲੈਣਗੇ। ਲਓ ਜੀ ਤੁਹਾਡੀ ਅਮਾਨਤ ਹੈ ਜੀ। ਚਲੋ ਆਪਾਂ ਚੱਲੀਏ। ਮਾਸਟਰ ਕੀ ਕਰ ਰਿਹਾ ਤੂੰ ਯਾਰ? ਓ ਯਾਰ ਦੋਵੇਂ ਬਰੰਗ ਮੋੜਨ ਲੱਗੇ ਆ, ਉਸ ਹਿਸਾਬ ਨਾਲ ਵੀ ਆਪਾਂ ਸਾਂਢੂ ਹੀ ਹੋਏ। ਆ ਜਾ ਆ ਜਾ ਆ ਜਾ। ਹਰਮਨ ਦੱਸ ਸ਼ਾਮ ਨੂੰ ਲਾਉਣੀ ਕਿਹੜੀ? ਲੈ ਦੱਸ, ਬੇਈਮਾਨ ਬੰਦੇ ਦੀ ਤਾਂ ਠੁੱਕ ਵੀ ਬਨੌਟੀ ਹੁੰਦੀ ਹੈ। ਅਸਲੀ ਠੁੱਕ ਤਾਂ ਇਮਾਨਦਾਰ ਬੰਦੇ ਦੀ ਹੁੰਦੀ ਹੈ, ਜਿਹਨੂੰ ਬੰਦਾ ਹੱਥ ਮਿਲਾ ਕੇ ਜੱਫੀ ਪਾਉਂਦਾ। ਜਿਉਂਦਾ ਰਹੋ। ਜਿਉਂਦੇ ਰਹੋ ਮੇਰੇ ਬੱਚੇ। ਸਾਲੀ ਬੋਤਲ ਵਿਆਹ ਦੀ ਖੁਸ਼ੀ ਚ ਪੀਣ ਨੂੰ ਲਿਆਂਦੀ ਸੀ। ਇਹ ਨਹੀਂ ਪਤਾ ਵੀ ਸਾਲੀ ਕੁੱਤੇ ਖਾਣੀ ਤੋਂ ਪੀਣੀ ਪੈਣੀ। ਉਹ ਕੋਈ ਨਾ, ਇਹ ਬੋਤਲਾਂ ਆਪਾਂ ਉਸ ਅਫਸਰ ਦੇ ਖਾਤੇ 'ਚ ਪਾ ਦਾਂਗੇ ਤਾਂ ਕੂੰ ਵਰਗੀ ਮਾਸਟਰ ਨਹੀਂ ਸਾਡੇ ਹੱਥਾਂ 'ਚ ਖੋ ਕੇ ਲੈ ਗਿਆ ਓਏ। ਇਹਨੂੰ ਕਹਿੰਦੇ ਆ ਲਿਖੀਆਂ ਲੇਖਦੀਆਂ ਭੋਗ ਮਨਾ ਚਿੱਤ ਲਾ ਕੇ। ਓਏ ਪਰਵਾਰੀਆ। ਹਾਂ ਮਾਸਟਰ। ਆਪਾਂ ਸਗਨ ਪਾਉਣ ਦੇ ਭੱਜ ਨੂੰ ਚੱਲੀਏ, ਵੇਖ ਕੇ ਆਈਏ। ਨਾ ਨਾ ਭਾਈ, ਆਪਣੇ ਤਾਂ ਦਿਲ 'ਚ ਭਾਂਬੜ ਮਚ ਰਹੇ ਨੇ। ਮੈਂ ਤਾਂ ਸ਼ਗਨ ਨਹੀਂ ਪੈਣਾ, ਮੈਂ ਤਾਂ ਕਲੇਸ਼ ਹੀ ਪਾਉਂ। ਉਤੋਂ ਪਤੰਦਰ ਉਹ ਅਫਸਰ ਪਤੰਦਰ ਨੇ ਐਡੀਆਂ ਐਡੀਆਂ ਗੱਜ ਦੀਆਂ ਮੁੱਛਾਂ ਰੱਖ ਛੱਡੀਆਂ। ਉਹਨੂੰ ਪੁੱਛਣ ਵਾਲਾ ਹੋਵੇ ਵੀ ਐਡੀਆਂ ਮੁੱਛਾਂ ਰੱਖੀਆਂ ਤੂੰ ਤੇ ਡੋਲੂ ਟੰਗਣਿਆ। ਵੈਸੇ ਤੈਨੂੰ ਇੱਕ ਗੱਲ ਦੱਸਾਂ। ਹਾਂ। ਉਹ ਅਫਸਰ ਹੈ ਬੜਾ ਆਵੜਾ। ਅੱਛਾ। ਅੜਬ ਬੜਾ। ਆਪਣੀ ਹਰਮਨ ਨਾ ਉਹਨੇ 6 ਮਹੀਨੇ ਤੋਂ ਵੱਧ ਨਹੀਂ ਕੱਟਣੇ। ਹਾਂ ਸੱਚੀ? ਇਹ ਤਲਾਕ ਹੋਣਾ ਤੇ ਵੱਟ ਤੇ ਹੀ ਪਿਆ ਸਮਝ ਤੂੰ। ਕੀ ਬਾਤ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿਹੜੀ ਬਈ ਤਲਾਕ ਤੋਂ ਬਾਅਦ ਆਪਣੀ ਹਰਮਨ ਪਿਆਰੀ ਮਾਸਟਰ ਨਹੀਂ ਬਣਦੀ ਆ ਕਿ ਪਟਵਾਰਨ ਬਣਦੀ ਆ।
स्टूडेंट्स, द रिवोल्यूशन ऑफ लिबरल्स 1848 में जो लिबरल्स हैं उन्होंने एक रिवोल्यूशन किया था, उसके बारे में हम पढ़ेंगे। पैरेलल टू द रिवोल्ट ऑफ द पुअर, अनएम्प्लॉयमेंट एंड starving peasants and workers in many European countries in the year 1848. A revolution led by the educated middle classes was underway. यानी किसान भी प्रोटेस्ट कर रहे थे, अनएम्प्लॉयमेंट भी थी, वर्कर्स भी प्रोटेस्ट कर रहे थे, पुअर भी प्रोटेस्ट कर रहे थे, और साथ साथ में जो एजुकेटेड लोग भी थे उन्होंने भी प्रोटेस्ट करना स्टार्ट कर दिया। इवेंट ऑफ द फरवरी इन 1848 in France had brought about the abdication of the monarch and a republic based on universal male suffrage had been proclaimed. जो किंग था उसने अपने पद को त्याग दिया और वहाँ पे जो मेल सफरेज यानी केवल पुरुषों को राइट टू वोट वहाँ दे दिया गया। इन अदर पार्ट ऑफ द यूरोप वर इंडिपेंडेंट नेशन स्टेट डिड नॉट येट एग्जिस्ट। अभी तक जो है ये स्टेट्स नहीं बने थे, एग्जिस्ट नहीं करते थे। इनमें जर्मनी, इटली, पोलैंड, ऑस्ट्रिया, हंगरी और जैसे एम्पायर थे। मैन एंड वुमेन ऑफ द लिबरल मिडिल क्लास combined their demands for the constitutionalism with national unification. यानी जो कॉन्स्टिट्यूशन की डिमांडें थी इनके साथ उन्होंने यूनिफिकेशन को भी जोड़ना स्टार्ट कर दिया। They took the advantages of the growing popular unrest to push their demands for the criterion of nation state on parliamentary principle, a constitution, freedom of the press and फ्रीडम ऑफ द एसोसिएशन। लोगों ने नेशन डिमांड थी जो उसको उठाना स्टार्ट कर दिया। उसके साथ साथ उन्होंने प्रेस की स्वतंत्रता हो जिसमें और एसोसिएशन बनाने की फ्रीडम हो और अपने व्यूज हैं उनको एक्सप्लेन या एक्सप्रेस करने की स्वतंत्रता हो। इन द जर्मनी और जर्मन रीजन अ लार्ज नंबर ऑफ पॉलिटिकल एसोसिएशन whose members were middle class, professional, businessmen and prosperous artisans come together in the city of Frankfurt and decided to vote for all German Nation Assembly. यानी जर्मनी के जो लोग थे, राजनीतिक संगठन थे, फ्रैंकफर्ट शहर में एक मीटिंग बुलाई गई और जर्मन नेशन असेंबली के फेवर में उन्होंने जो है वोट करने का डिसीजन लिया। नेशनल Assembly. On 18th May 1848, 131 elected representatives marched in a festive procession to take their place in the Frankfurt Parliament, convened in the Church of the St. Paul. तो जो इलेक्टेड मेंबर थे जर्मन असेंबली के वो 831 हैं और वो अपने केवल एक झलूस जैसे निकालते हैं, रैली जैसे निकालते हैं। उस तरीके से जो सेंट पॉल चर्च था वहाँ पर अपना स्थान ग्रहण करने के लिए चल दिए। दे ड्राफ्टेड अ कॉन्स्टिट्यूशन फॉर द ग्रीक नेशन टू बी हेडेड बाय अ मोनार्क सब्जेक्ट टू द पार्लियामेंट। अब जो है ड्राफ्ट जो तैयार किया गया, ऐसा ड्राफ्ट तैयार किया गया जो राजा होगा वो इलेक्टेड मेंबर्स के अंडर होगा, जो पार्लियामेंट के मेंबर हैं उनके अंडर होगा। और इसके लिए उन्होंने सिफारिश भी की एक प्रकार से जो विलियम फोर्थ हैं उनसे कि आप हमारे राजा बन जाओ, बट उन्होंने इस प्रपोजल को क्या कर दिया, रिजेक्ट कर दिया और वो उन लोगों के साथ खड़ा हो गया जो इलेक्टेड असेंबली के अगेंस्ट थे। विद द अपोजिशन ऑफ द अरिस्टोक्रेसी एंड द मिलिट्री बिकेम स्ट्रोंगर, द सोशल बेसिस ऑफ पार्लियामेंट एरोडेड। यानी जो कुलीन वर्ग है उन्होंने विरोध कर ही दिया था और जो पार्लियामेंट्री गवर्नमेंट है उसका बेस कमज़ोर हो गया था। द पार्लियामेंट वॉज डोमिनेटेड बाय द मिडिल क्लास हु रिस्ट्रिक्टेड टू द डिमांड्स ऑफ द वर्कर आर्टिसियन एंड कॉन्सिक्वेंटली लॉस्ट देयर सपोर्ट। इस तरीके से जो गवर्नमेंट थी उसने अपने प्रभाव को कम कर दिया। जो मिडिल क्लास फैमिलीज थी उन्होंने जो है अपना समर्थन या सपोर्ट वापस ले लिया था।
बाद में जो मिडिल क्लास फैमिली थी उन्होंने लोगों की यानी पीजेंट्स या वर्कर्स की डिमांड को भी इग्नोर करना स्टार्ट कर दिया था। इस तरीके से लास्ट में जो है आर्मी को बुलाया जाता है और असेंबली को डिसबैंड या डिसमिस कर दिया जाता है। द इश्यू ऑफ एक्सटेंडिंग द पॉलिटिकल राइट्स टू वुमेन वाज कंट्रोवर्शियल one within the liberal movement in which the large number of women had participated actively over the years। तो महिलाओं ने भी ज़बरदस्त जो है समर्थन दिया और मूवमेंट में उन्होंने भाग लिया उदारवादी आंदोलन में। in which large number of women had participated actively over the year, women had formed their own political association, founded newspaper, taken a part in the political meetings and the demonstrations। अब महिलाओं ने अपने राजनीतिक क्लब बनाने शुरू कर दिए, अखबार निकालने शुरू कर दिए और जो मीटिंग्स थी उसमें भी भाग लेना उन्होंने स्टार्ट कर दिया। Suffrage rights during the election of the assembly, when the Frankfurt Parliament converted into the St. Paul's, women were admitted only as the observer to stand the visitors in the visitors gallery। जैसे ये दिखाया भी गया है, ये सेंट की जो है पार्लियामेंट है सेंट पॉल की और जो ये वुमेन्स वगैरह हैं इनको यहाँ दिखाया गया, यानी एक दर्शक के तौर पर उनको वहाँ बैठाया गया था, उनको राइट टू वोट नहीं दिया गया था। आगे दे रखा है, दो द कंजर्वेटिव फोर्सेस वर एबल टू सपोर्ट द लिबरल मूवमेंट्स इन 1848 दे कुड नॉट रिस्टोर द ओल्ड ऑर्डर। यानी जो कंजर्वेटिव ताकतें थी अब वो पहले की तरीके से तो वापस नहीं लौट सकती थी, जैसे कि राजा हो गया या फिर कलर्जी हो गए उस तरीके से। और वैसे भी जो किंग थे उनको ये बिल्कुल समझ में आ जाने लगा था कि जो लिबरल नेशनलिस्ट हैं या रिवोल्यूशनरी हैं उनको कुछ रियायतें दे के, उनको कुछ चीज़ें प्रोवाइड करवा के, कंसेशन दे के ही जो है इस जो एक प्रकार से प्रोटेस्ट था उसको क्या किया जा सकता, दबाया जा सकता था। इन द ईयर आफ्टर 1848 द ऑटोक्रेटिक monarch of Central and the Eastern Europe began to introduce the changes that had already taken place in the Western place before 1815। जो किंग थे इस एरिया के उन्होंने चेंजेस जो है स्टार्ट कर दिए थे जो 1815 से पहले ही लिए जा चुके थे। The referendum and the bonded labor were abolished both in the Habsburg Dominion and in Russia। यानी एक प्रकार से बाउंड लेबर जब सफरेंडम था उसको जो है बैन कर दिया गया, रशिया वाला जो एरिया था हैब्सबर्ग का। द हैब्सबर्ग रूलर ग्रांटेड मोर ऑटोमनी टू द हंगरियंस इन 1867। तो जो हंगरियन है उनको ज़्यादा ऑटोमनी, ज़्यादा स्वतंत्रता उन्होंने दी है। स्टूडेंट्स, इट वाज ऑल ओवर अबाउट द रिवोल्यूशन ऑफ लिबरल्स। Hello students, in our last class we have completed the topic cube. Today we are going to start our next topic, that is dice. A dice is a three-dimensional figure with 6 surfaces. It may be in the form of a cube or a cuboid. This is the dice and you can see there are total 6 surfaces. Front surface is ABCD, ABCD and back surface is EFGH, EFGH, and these will lie opposite to the each other. Then top surface is ADHE, bottom surface is BCGF, so these will also lie opposite to each other. Left surface is ABFE, ABFE, right surface will be DCGH, so these left and right will also lie opposite to each other. So there are total 6 surfaces in a dice, and your next concept is about dice formation. A dice is formed by folding a sheet of paper. These forms may be, you can see class, a dice can be formed by folding a sheet of paper, and these folds or forms can be first form. In this form 2 will lie opposite to the 4, 3 will lie opposite to the 5 and 1 will lie opposite to the 6. So this is the first form which can be used
to design a dice by folding a sheet of paper. Second form is like this. In this, 1 will lie opposite to the 3, 2 will lie opposite to the 5, and 4 will lie opposite to the 6. Next form is 1 will lie opposite to the 4, 3 will lie opposite to the 6, 2 will lie opposite to the 5. You can see in these forms the adjacent sides will be opposite to each other. Next form is 1 will lie opposite to the 5, 3 will lie opposite to the 6, and 2 will lie opposite to the 4. Next form is 1 will lie opposite to the 4, 3 will lie opposite to the 5, and 2 will lie opposite to the 6. So these are the forms which can be used to design a dice by folding a sheet of paper. How question will come? Let's see one question related to this topic. Question is, choose the cube which will be formed on folding the question figure. In question, this is the figure which is given, and we have to choose out the cube which is formed by using this figure. See class, O will lie opposite to the L, K will lie opposite to the M, T will lie opposite to the U. And in first cube, TKL. So only T is given, its opposite is U, that is not given. K is given, its opposite is M, not given. L is given, its opposite O is not given. So option A will come, and you can see the next option. See class, MLK. As you can see, the M is the opposite of K, but in option B, M is given in the adjacent side of K. In C option, T is the adjacent of U, but they lies opposite to each other because T opposite is U, but they are giving adjacently. In D option also, O and L are given adjacently, but these are in opposite to each other. So option A will come. So this is the question related to this concept. So these questions, such kind of questions we will cover in this concept. In next class we will discuss more concept and more questions. For today it is sufficient. Thank you class. Hello students, in our last class we have started the topic dice. Today we will discuss about types of dice. There are two types, ordinary dice and standard dice. In ordinary dice, in this type of dice, the sum of opposite side is not 7, but the sum of two adjacent sides are 7. See, this is a dice and 4 and 3 lies adjacently and their sum will be equal to 7. So this is a ordinary dice. But in standard dice, in such type of dice, the sum of opposite sides is 7. Suppose there is a value 1 on one face, so its opposite will be 6, because in a standard dice the opposite faces sum will equal to the 7. This is a question related to the dice. C class, a dice is thrown 4 times and its 4 different positions are given below. Find the number on the face opposite to the face showing 6. So one dice is thrown 4 times. So these are the 4 different positions. In first position you can see 3 and 2 lies adjacently to the 6. 2 and 4 lies adjacently to the 6. 5 and 4 also lies adjacently to the 6. But in fourth position 4, 1 and 2. So 6 number will not here. In first 3 positions you can see the 3, 2, 4 and 5 lies adjacently to the 6. So the opposite of 6, which we have to tell in the question, opposite to the face showing 6 will equals to the 1, because 3, 2, 4, 5 lies adjacently to the 6. So opposite of 6 will be 1. So answer will be 1. Then move to the next concept, that is important rules related to the dice. First rule, in a die, one face is adjacent to 4 other faces and the remaining 6th face is opposite to it. It is clear that there are total 6 faces. Suppose this is 1 and its adjacent faces are 3 and 5. Similarly, in second position of dice, the 1 is common and the
adjacent faces of 1 is 2 and 6 in second position. You can see in first position 3 and 5 lies adjacently, in second position 2 and 6 lies adjacently. So the opposite of 1 will be the remaining sixth face, that will be 4. So the opposite of 1 must be 4, and 3, 5, 2 and 6 lies adjacently. Then second rule, when a number is common in two positions of a die, if two positions of a die is given and one number is common in both the position and it is on the same face, and that common number lies on the same face in the both positions, then the remaining faces one position will be opposite to their corresponding faces in the other position. How? See class, this is the 4, this is also 4, and these lies on the same position, then remaining two faces will be opposite to their corresponding. So this is the second rule related to the dice. Clear? If the common number is on the same position or on the same faces in both position, then the other two numbers will be opposite to their corresponding faces. So this is the second rule. So these are the two rules related to the dice. In next class we will discuss more rules and more questions related to the dice.